हवा दे के आते तेरा नाम लिख लिया पाउण लई मैं तैनू करना प्यार सिख लिया। ਐਮੀ ਵੈਸੇ ਬਹੁਤ ਹੀ ਸਾਡੇ ਯਾਰਾਂ ਦਾ ਯਾਰ ਕਹਿ ਲਓ ਹੈ ਨਾ ਉਹਨਾਂ ਨੂੰ। ਹੀ ਇਜ਼ ਅ ਵੈਰੀ ਗੁੱਡ ਐਕਟਰ ਬਟ ਇਕੁਅਲੀ ਹੀ ਇਜ਼ ਅ ਵੈਰੀ ਗੁੱਡ ਐਂਡ ਪਿਓਰ ਹਿਊਮਨ ਬੀਇੰਗ। ਤੁਸੀਂ ਜਦੋਂ ਕੰਮ ਵੀ ਕੀਤਾ ਹੈ ਸੋ ਨਾਇਕਾ ਅੰਦਰ ਅੰਦਰ ਕੀ ਚੱਲਦਾ ਰਹਿੰਦਾ ਸੀਗਾ? ਉਹ ਐਕਸਾਈਟਮੈਂਟ ਹੁੰਦੀ ਸੀ, ਨਰਵਸਨੈਸ ਤਾਂ ਬਹੁਤ ਜ਼ਿਆਦਾ ਹੁੰਦੀ ਸੀ। ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ। ਅਗਰ ਤੁਸੀਂ ਸਾਹਮਣੇ ਬੈਠ ਕੇ 10 ਵਾਰ ਵੀ ਲਾਈਨ ਦੁਹਰਾਓਗੇ ਦੈਨ ਆਲਸੋ ਹੀ ਇਜ਼ ਲਾਈਕ ਕਿ ਕਾਮ ਡਾਊਨ ਨਾਇਕਾ, ਹੋ ਜਾਏਗਾ। ਸੋ ਮੈਨੂੰ ਲੱਗਦਾ ਕਿ ਇਜ਼ ਲਾਈਕ ਇੱਦਾਂ ਦੇ ਐਕਟਰਸ, ਮੈਨੂੰ ਲੱਗਦਾ ਇਹੀ ਸੱਚੀ ਐਕਟਰਸ ਹੁੰਦੇ ਆ ਜਿਹੜੇ ਕਿ ਦੂਸਰਾ ਦੀ ਗਲਤੀਆਂ ਨਹੀਂ ਕਰਦੇ ਬਲਕਿ ਹੈਲਪ ਕਰਦੇ ਆ ਉਹਨਾਂ ਨੂੰ ਹਰ ਚੀਜ਼। ਜੇ ਇੱਕ ਕੁੜੀ ਫੀਮੇਲ ਆਰਟਿਸਟ ਹੋਣ ਦੇ ਨਾਤੇ ਕਿਸ ਤਰ੍ਹਾਂ ਦੇ ਚੈਲੰਜਸ ਹੈਗੇ ਨੇ ਯੂਜੂਅਲੀ ਜੋ ਇੱਕ ਫੀਮੇਲ ਆਰਟਿਸਟ ਨੂੰ ਐਵਰੀਡੇ ਫੇਸ ਕਰਨੇ ਹੀ ਪੈਂਦੇ ਨੇ, ਤੁਹਾਡੀ ਜਰਨੀ ਦਾ ਪਾਰਟ ਬਣ ਜਾਂਦੇ ਨੇ? ਜੋ ਮੈਨੂੰ ਸ਼ਾਇਦ ਉਸ ਤਰ੍ਹਾਂ ਨਾਲ ਕਰਨਾ ਨਹੀਂ ਪਿਆ ਫੀਲ, ਕਿਉਂਕਿ ਰੀਜ਼ਨ ਬੀਇੰਗ ਉਮੇਸ਼ ਸਰ ਨਾਲ ਹਮੇਸ਼ਾ ਤੋਂ ਜੁੜੇ ਹੋਏ ਆ ਅਤੇ ਮੈਨੂੰ ਉਸ ਚੀਜ਼ 'ਚ ਤਾਂ ਕੁਛ ਨਹੀਂ ਇੱਦਾਂ ਦਾ ਫੀਲ ਹੋਇਆ। ਐਂਡ ਮੈਨੂੰ ਲੱਗਦਾ ਕਿ ਮੇਰੀ ਜਰਨੀ ਜਿਹੜੀ ਉਹ ਹਾਲੇ ਤੱਕ ਤਾਂ ਬਿਲਕੁਲ ਸਮੂਥ ਚੱਲ ਰਹੀ ਹੈ। ਮੈਂ ਉਸ ਚੀਜ਼ ਨਾਲ ਕੁਛ ਨਹੀਂ, ਬਟ ਯੈਸ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਦੀ ਨਾ ਕਦੀ ਇੱਦਾਂ ਫੀਲ ਹੁੰਦਾ ਹੀ ਹੈ ਕਿ ਦਿਸ ਇਜ਼ ਕਾਈਂਡ ਆਫ ਅ ਮੇਲ ਡੋਮੀਨੇਟਿੰਗ ਸੁਸਾਇਟੀ ਐਂਡ ਫੀਮੇਲ ਨੂੰ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਜ਼ਿਆਦਾ ਪੁਸ਼ ਕਰਨਾ ਹੀ ਪੈਂਦਾ ਹੈ। ਅੱਛਾ ਚਲੋ ਜੇ ਫੈਮਿਲੀ ਦੀ ਗੱਲ ਕਰੀਏ, ਹੂ ਇੰਸਪਾਇਰਡ ਯੂ ਦਾ ਮੋਸਟ? ਜਦ ਮੈਂ ਸਟਾਰਟ ਕੀਤਾ ਸੀ ਮੈਂ ਫੈਮਿਲੀ ਨੂੰ ਤਾਂ ਦੱਸਿਆ ਹੀ ਨਹੀਂ ਸੀ। ਫਿਰ ਇਟ ਵਾਜ਼ ਆਲ ਹਿਡਨ ਫॉर them। ਸਾਡੇ ਹਾਰਮੋਨਲਸ ਦਾ ਬੈਲੈਂਸਡ ਰਹਿਣਾ ਨਹੀਂ ਰਹਿਣਾ, ਸਾਡੇ ਹੋਰ ਮੰਥਲੀ ਇਸ਼ੂਜ਼ ਹੁੰਦੇ ਨੇ ਬਹੁਤ ਸਾਰੇ, ਹੈ ਨਾ। ਬਟ ਜਦੋਂ ਅਸੀਂ ਕੰਮ ਕਰ ਰਹੇ ਹਾਂ ਖੁਸ਼ ਵੀ ਰਹਿਣਾ ਪੈਂਦਾ, ਜਦਕਿ ਸਭ ਤੋਂ ਵੱਧ ਮੂਡ ਸਵਿੰਗਸ ਪ੍ਰੋਬਲਮ ਇੱਕ ਵਿਮਨ ਨੂੰ ਹੁੰਦਾ ਹੈ। ਸੋ ਨਾਇਕਾ ਐਜ਼ ਐਨ ਆਰਟਿਸਟ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਤੁਸੀਂ ਕੈਰੀ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਬੈਲੈਂਸ ਕਰਦੇ ਹੋ? ਹਾਂਜੀ ਬਿਲਕੁਲ ਤੁਸੀਂ ਸੱਚ ਕਿਹਾ ਹੈ। ਲਾਈਕ ਮੂਡ ਸਵਿੰਗਸ ਔਰ ਵਿਮਨ ਇਸ਼ੂਜ਼ ਜਾਂ ਜੇ ਸਾਡੇ ਮੰਥਲੀ ਪੀਰੀਅਡਸ ਆਉਂਦੇ ਨੇ ਅਤੇ ਉਹਦੇ ਨਾਲ ਸਾਨੂੰ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਵਿਮਨ ਨੂੰ ਹੀ ਪਤਾ ਹੈ ਕਿ ਉਹ ਕਿਹਨਾਂ ਚੀਜ਼ਾਂ ਤੋਂ ਗੁਜ਼ਰ ਰਹੀ ਹੈ। ਅਤੇ ਬੀਇੰਗ ਐਨ ਆਰਟਿਸਟ, ਕਿਉਂਕਿ ਆਰਟਿਸਟ ਇੱਕ ਆਰਟਿਸਟ ਹੈ, ਉਸ ਜਗ੍ਹਾ ਨਾ ਕੋਈ ਮੈਨ ਨਾ ਵਿਮਨ, ਇਟਸ ਲਾਈਕ ਆਰਟਿਸਟ ਤਾਂ ਇਹ ਸਭ ਕੁਛ ਮੈਨੂੰ ਲੱਗਦਾ ਕਿਸੇ ਦੇ ਸਾਹਮਣੇ ਮੈਟਰ ਹੀ ਨਹੀਂ ਕਰਦਾ ਹੋਣਾ ਸ਼ਾਇਦ। ਬਟ ਅੱਜ ਕੱਲ੍ਹ ਜਿਹੜੇ ਪ੍ਰੋਡਕਸ਼ਨ ਹਾਊਸਿਸ ਹੈ ਔਰ ਇਹ ਸਭ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਕੋਆਪਰੇਟਿਵ ਵੀ ਹੋ ਗਏ ਹਰ ਚੀਜ਼ ਨੂੰ ਲੈ ਕੇ, ਅਤੇ ਚੀਜ਼ਾਂ ਬਹੁਤ ਚੇਂਜ ਹੋ ਰਹੀਆਂ। ਬਟ ਡੈਫੀਨੇਟਲੀ ਸਾਨੂੰ ਇਸ ਚੀਜ਼ ਲਈ ਬਹੁਤ ਟੈਕਲ ਕਰਨਾ ਪੈਂਦਾ। ਮੈਨੂੰ ਲੱਗਦਾ ਸਾਨੂੰ ਜ਼ਿਆਦਾ ਮੈਡੀਟੇਸ਼ਨ ਦੀ ਲੋੜ ਹੁੰਦੀ ਹੈ, ਸਾਨੂੰ ਜ਼ਿਆਦਾ ਆਪਣੇ ਆਪ ਨੂੰ ਪੁਸ਼ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਇਹ ਚੀਜ਼ਾਂ ਮੈਂ ਵੀ ਬਹੁਤ ਫੀਲ ਕਰਦੀ ਹਾਂ। ਐਂਡ ਜ਼ਿਆਦਾ ਕੰਸਿਸਟੈਂਟ ਦੀ ਜ਼ਰੂਰਤ ਹੈ, ਕਿਉਂਕਿ ਹਰ ਵਕਤ ਆਪਾਂ ਪੋਜ਼ੀਟਿਵ ਨਹੀਂ ਰਹਿ ਸਕਦੇ ਜੀ। ਸੋ ਬਸ ਉਸ ਚੀਜ਼ ਨੂੰ ਮੈਨੂੰ ਲੱਗਦਾ ਕਿ ਜਿਹੜੀ ਵੀ ਫੀਲਿੰਗ ਤੁਸੀਂ ਫੀਲ ਕਰ ਰਹੇ ਹੋ ਉਹਨੂੰ ਐਕਸੈਪਟ ਕਰੋ, ਕਿਉਂਕਿ ਫੀਲਿੰਗਸ ਅਗਰ ਐਕਸੈਪਟੈਂਸ ਹੁੰਦੀ ਜਾਏਗੀ ਦੈਨ ਉਹ ਸਾਡੇ ਲਈ ਕੋਈ ਪ੍ਰੋਬਲਮ ਨਹੀਂ ਬਣਦੀ। ਬਟ ਜਿਵੇਂ ਆਪਾਂ ਰਜਿਸਟ ਕਰਨਾ ਸ਼ੁਰੂ ਹੋ ਜਾਂਦੇ ਹਾਂ ਡੇ ਬਾਈ ਡੇ ਉਹ ਬਹੁਤ ਵੱਡਾ ਕੁਝ ਬਣਨਾ ਸ਼ੁਰੂ ਹੋ ਜਾਂਦਾ ਹੈ। ਮਿਰਰ ਦੇ ਅੱਗੇ ਹੋਵਾਂ ਬਿਨਾਂ ਗੱਲੋਂ ਤਿਆਰ ਵੇ, ਟੀਨੇਜ ਹੋਇਆ ਮੈਨੂੰ ਨਵਾਂ ਪਿਆਰ ਵੇ, ਮੇਰਾ ਵਸ ਚੱਲੇ ਤੈਨੂੰ ਲੈ ਕੇ ਕਿਤੇ ਉੱਡ ਜਾ, ਦੁਨੀਆ ਤੋਂ ਦੂਰ ਚੰਨਾ ਅੰਬਰਾਂ ਤੋਂ ਬਾਹਰ, ਰੱਖਾਂ ਓਪਨ ਮੈਂ ਵਿੰਡੋ ਚੰਨਾ ਬਾਹਰ ਦੀ, ਵੇਟ ਕਰਦੀ ਆ ਤੇਰੀ ਕਾਲੀ ਕਾਰ ਦੀ, ਗੱਲ ਕੁੜੀਓ ਨੇ ਮੇਰੇ ਦਿਲਦਾਰ ਦੀ, ਜੱਟੀ ਫਿਰਦੀ ਨਜਾਇਜ਼ ਗੇੜੇ ਮਾਰਦੀ, ਵਿੱਚ ਨਾ ਕਦਰ ਨਾ ਕਰੇ ਮੁਟਿਆਰ ਦੀ, ਮੈਨੂੰ ਇੱਕ ਤਰਫਾ ਜਲਵ ਹੋ ਗਿਆ, ਛੇਤੀ ਕਰ ਲੈ ਵਿੱਚ ਨਾ ਗੱਲ ਪਿਆਰ ਦੀ। ਇਨਸਾਨ ਆਪਣੇ ਆਪ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ, ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੀ ਹਾਂ। ਸੋ ਅੱਜ ਦੇ ਜਿਹੜੇ ਖਾਸ ਸਾਡੇ ਮਹਿਮਾਨ ਨੇ, ਆਮ ਸ਼ੋਰ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਔਰ ਪਿਆਰ ਦੇ ਰਹੇ ਹੋ ਐਂਡ ਅੱਗੇ ਵੀ ਦਿਓਗੇ ਉਹਨਾਂ ਦੇ ਪ੍ਰੋਜੈਕਟਸ, ਉਹਨਾਂ ਦੀ ਕਲਾ ਦੇ ਲਈ। ਲੇਕਿਨ ਉਹਨਾਂ ਦਾ ਥਾਟ ਪ੍ਰੋਸੈਸ ਮੈਨੂੰ ਬਹੁਤ ਅੱਛਾ ਲੱਗਿਆ ਐਂਡ ਉਹਨਾਂ ਦਾ ਥਾਟ ਪ੍ਰੋਸੈਸ ਇਹ ਹੈ ਕਿ ਤੁਹਾਡੀ ਯੂਨੀਕਨੈਸ ਜੋ ਹੁੰਦੀ ਹੈ ਉਹ ਤੁਹਾਡੀ ਸੁਪਰ ਪਾਵਰ ਹੁੰਦੀ ਹੈ। ਸੋ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਇਹ ਜਿਹੜੀ ਸੋਚ ਹੈ ਉਹਨਾਂ ਨੂੰ ਉਹਨਾਂ ਦੀ ਜਰਨੀ ਦੇ ਨਾਲ, ਉਹਨਾਂ ਦੀ ਕਲਾ ਦੇ ਨਾਲ ਜੋੜਦੀ ਹੈ, ਮੈਂ ਜ਼ਰੂਰ ਜਾਣਨਾ ਚਾਹਾਂਗੀ। ਸੋ ਉਹਦੇ ਲਈ ਅਸੀਂ ਬੁਲਾ ਲੈਂਦੇ ਹਾਂ ਵੈਰੀ ਟੈਲੈਂਟਡ, ਬਹੁਤ ਸਬਰ ਰੱਖਣ ਵਾਲੇ, ਬਹੁਤ ਹੀ ਪਿਆਰੇ ਐਂਡ ਬਹੁਤ ਕਮਾਲ ਦੇ ਕਲਾਕਾਰ, ਆਪ ਸਿੰਗਰ ਵੀ ਕਹਿ ਸਕਦੇ ਹੋ ਤੁਸੀਂ, ਐਕਟਰੈਸ ਵੀ ਕਹਿ ਸਕਦੇ ਹੋ, ਲੇਕਿਨ ਸਾਡੇ ਲਈ ਬਹੁਤ ਹੀ ਪਿਆਰੇ ਸਾਡੇ ਅੱਜ ਦੇ ਮਹਿਮਾਨ ਨੇ। ਸੋ ਨਾਇਕਾ ਸਤਿ ਸ਼੍ਰੀ ਅਕਾਲ ਐਂਡ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਥੈਂਕ ਯੂ। ਕਿਵੇਂ ਹੋ ਤੁਸੀਂ? ਮੈਂ ਬਹੁਤ ਵਧੀਆ, ਤੁਸੀਂ ਕਿਵੇਂ ਹੋ? ਮੈਂ ਬਿਲਕੁਲ ਠੀਕ ਹਾਂ। ਐਂਡ ਲਾਸਟ ਅਸੀਂ ਮਿਲੇ ਸੀਗੇ ਮੋੜ ਦੀ ਪ੍ਰਮੋਸ਼ਨਸ 'ਤੇ, ਹੈ ਨਾ, ਅਤੇ ਉੱਥੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ। ਕਿੰਨੀ ਕੁ ਲਾਈਫ ਚੇਂਜ ਲੱਗ ਰਹੀ ਹੈ ਖੁਦ ਨੂੰ? ਬਹੁਤ, ਐਕਚੁਅਲੀ ਮੈਂ ਕਹਾਂਗੀ ਕਿ 360 ਡਿਗਰੀ ਲਾਈਫ ਚੇਂਜ ਹੋ ਗਈ ਹੈ। ਯੈਸ, ਕਿਉਂਕਿ
ਹੁਣ ਤੁਹਾਨੂੰ ਥੋੜੇ ਥੋੜੇ ਲੋਕ ਜਾਣਨ ਲੱਗ ਗਏ ਹੈ। ਪਹਿਲਾਂ ਵੀ ਥੋੜਾ ਬਹੁਤ ਲਾਈਕ ਮੇਰਾ ਪਹਿਲਾ ਜਦ ਗਾਣਾ ਆਇਆ ਸੀ, ਡੈਬਿਊ ਆਇਆ ਸੀ ਰੁਲਾਵਾਂਗੇ, ਉਸ ਤੋਂ ਜ਼ਿਆਦਾ ਹਾਈਪ ਮੈਨੂੰ ਮਿਲੀ ਮੌੜ ਮੂਵੀ ਤੋਂ ਬਾਅਦ। ਰਾਈਟ। ਤੇ ਕਿਉਂਕਿ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਐਕਟਰ ਬਣਾਂਗੀ, ਬਟ ਜਦ ਕੁਝ ਐਸੀ ਚੀਜ਼ ਹੋ ਜੇ ਲਾਈਫ ਵਿੱਚ ਤਾਂ ਆਪਣੇ ਆਪ ਹੀ ਮਤਲਬ ਮੈਨੂੰ ਲੱਗਦਾ ਉਹ ਡ੍ਰੀਮ ਕਮ ਟਰੂ, ਔਰ ਐਵੇਂ ਲੱਗਦਾ ਕਿ ਬੜੀ ਡ੍ਰੀਮੀ ਹੋ ਗਈ ਹੈ ਲਾਈਫ। ਤੇ ਮੈਨੂੰ ਅੱਛਾ ਲੱਗ ਰਿਹਾ ਜਿਹੜਾ ਫੇਸ ਚੱਲ ਰਿਹਾ ਮੇਰੀ ਲਾਈਫ ਦਾ। ਦਿਨ ਰਾਤ ਸਕੈਜੂਲ ਸਾਰਾ ਕੁਝ ਬਦਲੇ? ਹਾਂਜੀ, ਮਤਲਬ ਚੱਲਦਾ ਰਹਿੰਦਾ ਉਹ ਨਾਲ ਨਾਲ, ਬਟ ਮੇਰਾ ਮੇਜਰਲੀ ਜ਼ਿਆਦਾ ਕਲਾਸਿਸ ਐਂਡ ਆਲ ਹੁੰਦੀਆਂ ਹੈ ਤੇ ਪ੍ਰੋਜੈਕਟਸ ਤੇ ਹਾਂਜੀ ਆਉਂਦੇ ਰਹਿੰਦੇ ਥੋੜੇ ਬਹੁਤ, ਜਿਵੇਂ ਅੱਜ ਇੰਟਰਵਿਊ ਆ ਗਿਆ, ਕੱਲ ਕੁਝ ਫੋਟੋਸ਼ੂਟ ਆ ਗਿਆ। ਯੈਸ ਡੈਫੀਨੇਟਲੀ ਕੁਝ ਚੀਜ਼ਾਂ ਚੱਲਦੀਆਂ ਰਹਿੰਦੀਆਂ। ਐਂਡ ਫੈਮਿਲੀ ਉਹਨਾਂ ਦਾ ਕੀ ਹੁਣ ਇਸ ਟਾਈਮ ਤੇ ਰਿਐਕਸ਼ਨ ਹੈ? ਆਮ ਸ਼ੋਰ ਹੈਪੀ ਹੋਣਗੇ, ਬਟ ਫਿਰ ਵੀ ਇੱਕ ਚੇਂਜ ਆਉਂਦਾ ਨਾ ਸਡਨਲੀ। ਫੈਮਿਲੀ ਯੈਸ ਪਹਿਲੇ ਨਾਲੋਂ ਬਹੁਤ ਪੋਜ਼ਿਟਿਵ ਹੋ ਗਈ ਹੈ, ਕਿਉਂਕਿ ਆਪਾਂ ਐਸੀ ਲਾਈਨ 'ਚ ਆ ਜਿੱਥੇ ਕਈ ਵਾਰ ਪੈਰੈਂਟਸ ਨੂੰ ਬੜਾ ਡਾਊਟ ਹੋ ਜਾਂਦਾ ਕਿ ਆਪਾਂ ਪਤਾ ਨਹੀਂ ਕਿੱਦਾਂ ਸਕਸੈਸਫੁਲ ਹੋਵਾਂਗੇ ਕਿ ਨਹੀਂ, ਬਟ ਹੁਣ ਜਦ ਆਫਟਰ ਜਦ ਕੁਝ ਅਸੀਂ ਮਾਈਲਸਟੋਨ ਅਚੀਵ ਕਰਦੇ ਜਾਂਦੇ ਨਾ, ਤਾਂ ਫੈਮਿਲੀ ਦਾ ਜਿਹੜਾ ਇੱਕ ਉਹ ਹੈ ਕਿ ਉਹਨਾਂ ਨੂੰ ਹੋਰ ਜ਼ਿਆਦਾ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਤੇ। ਸੋ ਨਾਟ ਇਨ ਲਾਈਫ ਬਟ ਤੁਹਾਡੇ ਐਕਚੁਅਲੀ ਸਭ ਤੋਂ ਵੱਡਾ ਮੇਜਰ ਚੇਂਜ ਤੁਸੀਂ ਕੀ ਦੇਖਦੇ ਹੋ ਇਸ ਫਿਲਮ ਤੋਂ ਬਾਅਦ, ਖਾਸ ਕਰ ਆਪਦੀ ਲਾਈਫ ਦੇ ਵਿੱਚ? ਪਹਿਲਾ ਚੇਂਜ ਤਾਂ ਇਹ ਹੈ ਕਿ ਮੈਂ ਪਹਿਲੇ ਨਾਲੋਂ ਬਹੁਤ ਪੋਜ਼ਿਟਿਵ ਰਹਿਣਾ ਸ਼ੁਰੂ ਹੋ ਗਈ ਹਾਂ ਟੂਵਰਡਸ ਐਵਰੀਥਿੰਗ। ਪਹਿਲੇ ਕਦੀ ਕਦੀ ਹੋ ਜਾਂਦਾ ਸੀ ਹੈ ਨਾ, ਨੋ ਡਾਊਟ ਕਿ ਆਪਾਂ ਇੱਕ ਜਰਨੀ 'ਚ ਹੈਗੇ ਹਾਂ, ਸਾਨੂੰ ਨਾਲ ਨਾਲ ਚੱਲਦੇ ਰਹਿਣਾ ਚਾਹੀਦਾ, ਬਟ ਕਈ ਵਾਰ ਐਸਾ ਟਾਈਮ ਫਿਤਰਤ ਹੈ ਸਾਡੀ ਵੀ ਹੋ ਜਾਂਦੀ ਹੈ। ਤੇ ਬਟ ਹੁਣ ਚੇਂਜ ਹੋਣੇ ਆਇਆ ਕਿ ਮੈਂ ਹੁਣ ਹਰ ਚੀਜ਼ ਨੂੰ ਬੜੀ ਪੋਜ਼ਿਟਿਵਲੀ ਲੈਂਦੀ ਹਾਂ। ਅਗਰ ਕੋਈ ਪ੍ਰੋਜੈਕਟ ਆਉਂਦਾ ਹੈ ਤਾਂ ਉਹਨੂੰ ਬੜੀ ਪੋਜ਼ਿਟਿਵਲੀ ਲੈਂਦੀ ਹਾਂ ਕਿ ਠੀਕ ਹੈ ਜਿੱਦਾਂ ਵੀ ਹੈ ਉਹ ਸਭ ਰੱਬ ਦੇ ਹੱਥ 'ਚ ਹੈ। ਸੋ ਉਸ ਵੇ ਨਾਲ ਤੇ ਬਾਕੀ ਹੁਣ ਕੰਮ ਕਰਨ ਦਾ ਹੋਰ ਜ਼ਿਆਦਾ ਜਜ਼ਬਾ ਪੈਦਾ ਹੋ ਗਿਆ ਅੰਦਰ ਕਿ ਨਹੀਂ ਆਈ ਹੈਵ ਟੂ ਡੂ ਦ ਥਿੰਗਸ ਜੋ ਮੈਂ ਸੋਚਿਆ, ਜੋ ਮੇਰੇ ਸੁਪਨੇ ਹੈ। ਸੋ ਫਿਰ ਜੇ ਇਨ ਕੇਸ ਤੁਸੀਂ ਐਕਟਰ ਨਹੀਂ ਹੁੰਦੇ ਜਾਂ ਤੁਸੀਂ ਸਿੰਗਰ ਨਹੀਂ ਹੁੰਦੇ ਤੇ ਫਿਰ ਕੀ ਹੁੰਦੇ? ਮੈਂ ਆਲਰੇਡੀ ਇੰਜੀਨੀਅਰ ਹਾਂ, ਮੈਂ ਇੰਜੀਨੀਅਰਿੰਗ ਹੀ ਕਰ ਰਹੀ। ਉਸੇ ਫੀਲਡ 'ਚ ਰਹਿਣਾ ਸੀਗਾ ਮਤਲਬ, ਪਰ ਹੈ ਨਾ ਅਸੀਂ ਕਿੰਨੇ ਸਾਡੇ ਵਧੀਆ ਸੈਲੀਬ੍ਰਿਟੀਜ਼ ਨੇ ਜਿਹਨਾਂ ਨੇ ਸੋਚਿਆ ਹੀ ਨਹੀਂ ਹੁੰਦਾ। ਕਰੀਨਾ ਕਪੂਰ ਉਹਨਾਂ ਵਿੱਚੋਂ ਇੱਕ ਨੇ, ਹੈ ਪਰ ਉਹਨਾਂ ਦੀ ਮਤਲਬ ਕਿਸਮਤ ਉਹਨਾਂ ਨੂੰ ਇਸ ਪਾਸੇ ਲੈ ਆਉਂਦੀ ਆ। ਸੋ ਜਿਹੜੇ ਉਹ ਸਕੂਲ ਟਾਈਮ ਵਾਲੇ ਫਰੈਂਡਸ ਨੇ ਜਿਨ੍ਹਾਂ ਨਾਲ ਤੁਸੀਂ ਇੰਜੀਨੀਅਰਿੰਗ ਕੀਤੀ ਹੋਏਗੀ ਹੈ ਨਾ, ਜਾਂ ਜੋ ਤੁਹਾਡੇ ਬੈਚਮੇਟਸ ਹੋਣਗੇ, ਇਨ ਟੱਚ ਨੇ? ਯੈਸ, ਮਤਲਬ ਬਹੁਤ ਜ਼ਿਆਦਾ ਨਹੀਂ, ਬਟ ਯੈਸ ਡੈਫੀਨੇਟਲੀ ਜਿਹੜੇ ਮੇਰੇ ਫਰੈਂਡਸ ਰਹੇ ਨੇ ਉਹ ਮੇਰੇ ਨਾਲ ਇਨ ਟੱਚ ਨੇ। ਤੇ ਬਹੁਤ ਵਧੀਆ ਲੱਗਦਾ ਇੰਨੇ ਵੱਡੇ ਵੱਡੇ ਮੈਸੇਜਿਸ ਜਦ ਉਹਨਾਂ ਦੀ ਤਰਫ ਤੋਂ ਆਉਂਦੇ ਨਾ ਕਿ ਵੀ ਹੈਡ ਲਾਈਕ ਅਬ ਸਾਨੂੰ ਪੂਰਾ ਕੌਨਫੀਡੈਂਸ ਸੀ ਤੇਰੇ 'ਤੇ ਕਿ ਤੂੰ ਕਰੇਂਗੀ। ਸੋ ਬਹੁਤ ਅੱਛਾ ਫੀਲ ਹੁੰਦਾ, ਕਿਉਂਕਿ ਕਦੀ ਕਦੀ ਐਸਾ ਟਾਈਮ ਵੀ ਆਉਂਦਾ ਜਦ ਸਾਨੂੰ ਖੁਦ 'ਤੇ ਵੀ ਸ਼ਾਇਦ ਕੌਨਫੀਡੈਂਸ ਹੋਣਾ ਬੰਦ ਹੋ ਜਾਂਦਾ, ਬਟ ਜਦ ਆਪਾਂ ਉਹ ਵਾਲੇ ਸਾਰੇ ਮੈਸੇਜਿਸ ਦੇਖਦੇ ਹਾਂ ਲਾਈਕ ਹੁਣ ਜਿਹੜੇ ਮੈਸੇਜਿਸ ਆ ਰਹੇ ਆ, ਤਾਂ ਫਿਰ ਲੱਗਦਾ ਕਿ ਨਹੀਂ ਯਾਰ ਮੇਰੇ 'ਤੇ ਹੈ ਸੀ, ਸਾਰਿਆਂ ਨੂੰ ਬਿਲੀਵ ਸੀ ਕਿ ਮੈਂ ਕਰਾਂਗੀ। ਇੱਕ ਉਹ ਹੋਰ ਜ਼ਿਆਦਾ ਸਪਾਰਕ ਪੈਦਾ ਕਰਦਾ ਔਰ ਪੁਸ਼ ਪੈਦਾ ਕਰਦਾ ਤੁਹਾਡੀ ਲਾਈਫ ਵਿੱਚ। ਅੱਛਾ, ਕਿਉਂਕਿ ਸਾਰੇ ਟੀਚਰਸ ਨੂੰ ਬਹੁਤ ਜਲਦੀ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਟੀਚਰਸ ਨੂੰ ਹੀ ਪਤਾ ਲੱਗਦਾ ਹੈ ਨਾ, ਥੋੜ੍ਹਾ ਜਿਹਾ ਵੀ ਕੁਝ ਕਰ ਲਓ ਉਹਦੇ ਨਾਲ ਕਹਿਣਗੇ ਤੂੰ ਤਾਂ ਇਹੀ ਕੰਮ ਕਰਨਾ ਹੈ, ਤੂੰ ਤਾਂ ਐਕਟਰੈਸ ਹੀ ਬਣਨਾ, ਤੇਰਾ ਤਾਂ ਪੜ੍ਹਾਈ 'ਚ ਧਿਆਨ ਨਹੀਂ ਹੈਗਾ। ਬਟ ਜੇ ਤੁਸੀਂ ਇੰਜੀਨੀਅਰਿੰਗ ਕੀਤੀ, ਆਮ ਪ੍ਰੀਟੀ ਸ਼ੋਰ ਦੈਟ ਤੁਸੀਂ ਇੰਟੈਲੀਜੈਂਟ ਹੋਵੋਗੇ ਸਟੱਡੀਜ਼ ਦੇ ਵਿੱਚ। ਬਟ ਟੀਚਰਸ ਦਾ ਕੀ ਰਿਐਕਸ਼ਨ ਰਹਿੰਦਾ ਸੀ ਉਸ ਟਾਈਮ 'ਤੇ? ਕਿ ਉਹਨਾਂ ਵੱਲੋਂ ਕੋਈ ਇਹੋ ਜਿਹੀ ਗੱਲ ਕਹੀ ਗਈ ਸੀ ਜੋ ਹੁਣ ਤੁਸੀਂ ਫੀਲ ਕਰ ਰਹੇ ਹੋ? ਹਾਂਜੀ, ਮੈਂ ਜਦ ਸਕੂਲ ਟਾਈਮ 'ਚ ਪਰਫੋਰਮ ਕਰਦੀ ਹੁੰਦੀ ਸੀ ਨਾ ਕਲਾਸ ਵਿੱਚ, ਜਾਂ ਫਿਰ ਪੈਟਰੀਓਟਿਕ ਸੌਂਗਸ ਜਿਵੇਂ 15 ਅਗਸਤ 'ਤੇ 26 ਜਨ 'ਤੇ ਆਪਾਂ ਕਰਦੇ ਹੁੰਦੇ ਸੀ ਪਰਫੋਰਮ, ਅਤੇ ਡੈਫੀਨੇਟਲੀ ਟੀਚਰਸ ਨੇ ਇਹੀ ਕਹਿਣਾ ਹੁੰਦਾ ਸੀ ਕਿ ਤੂੰ ਇਹਦੇ ਵਿੱਚ ਜ਼ਿਆਦਾ ਟਰਾਈ ਕਰ, ਸਿੰਗਿੰਗ ਵਿੱਚ ਕੀ ਹੋ ਸਕਦਾ ਹੈ ਇਹਨਾਂ ਸਭ ਚੀਜ਼ਾਂ ਵਿੱਚ। ਬਟ ਉਸ ਵਕਤ ਇੰਨਾ ਜ਼ਿਆਦਾ ਸਾਡੇ ਕੋਲ ਇੰਨਾ ਉਹ ਨਹੀਂ ਸੀ, ਕਹਿ ਸਕਦੇ ਰਿਸੋਰਸਿਸ ਜਾਂ ਮੀਡੀਅਮ ਨਹੀਂ ਸੀ ਥਰੂ ਵਿਚ ਆਈ ਕੈਨ ਡੂ ਦੈਟ। ਬਟ ਫਿਰ ਜਦ ਮੈਂ ਕਾਲਜ 'ਚ ਆਈ ਤਾਂ ਵੀ ਮੈਨੂੰ ਇਹ ਸਭ ਕਹਿਣਾ, ਔਰ ਕਿਉਂਕਿ ਉਹ ਕਹਿੰਦੇ ਕਿ ਲੁਕਸ ਵੀ ਹੈ, ਯੂ ਕੈਨ ਇਵਨ ਟਰਾਈ ਫॉर ਸਮਥਿੰਗ ਥੀਏਟਰਸ ਕਰਨਾ ਸਟਾਰਟ ਕਰ, ਕੁਛ ਐਸਾ। ਬਟ ਤਾਂ ਮੈਂ ਇੰਨਾ ਜ਼ਿਆਦਾ ਸੋਚਿਆ ਨਹੀਂ, ਕਿਉਂਕਿ ਮੈਂ ਇੰਜੀਨੀਅਰਿੰਗ ਕਰ ਰਹੀ ਸੀ। ਅਤੇ ਜਦ ਪੂਰਾ ਫੋਕਸ ਕਿਸੇ ਤਰਫ ਹੁੰਦਾ ਫਿਰ ਕਿਸੇ ਹੋਰ ਬਾਰੇ ਬੰਦਾ ਸੋਚਦਾ ਨਹੀਂ। ਯੈਸ, ਬੈਕ ਆਫ ਦਾ ਮਾਈਂਡ ਆਈ ਵਾਜ਼ ਲਾਈਕ ਕਿ ਮੈਂ ਸੋਚਦੀ ਸੀ ਕਿ ਮੈਂ ਜ਼ਰੂਰ ਕਰਨਾ ਚਾਹੁੰਦੀ ਹਾਂ। ਬਟ ਅਸਲੀ ਚੀਜ਼ ਮੈਨੂੰ ਤਾਂ ਮਤਲਬ ਆਪਣੇ ਬਾਰੇ ਪਤਾ ਲੱਗੀ ਜਦ ਮੈਂ ਕੰਪਨੀ ਗਈ, ਉੱਥੇ ਮੈਂ ਕੁਛ ਵੀਡੀਓਜ਼ ਪਾਉਂਦੀ ਸੀ ਅਤੇ ਮੈਨੇਜਰ ਨੂੰ ਛੱਡ ਕੇ ਮੇਰੇ ਬਾਕੀ ਸਾਰੀ ਟੀਮ ਮੈਨੂੰ ਇਹ ਕਹਿੰਦੀ ਹੁੰਦੀ ਸੀ ਕਿ ਨਹੀਂ, ਯੂ ਸ਼ੁੱਡ ਟਰਾਈ ਫॉर ਦੈਟ, ਲਾਈਕ ਸੱਚੀ ਹੋਈ ਕਰਨਾ। ਫਿਰ ਮੈਨੂੰ ਥੋੜ੍ਹਾ ਮੈਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ, ਐਂਡ ਫਿਰ ਮੈਨੂੰ ਹੋਇਆ ਕਿ ਨਹੀਂ ਯਾਰ ਮੈਂ ਦੂਸਰੀ ਲਾਈਨ ਲਈ ਬਣੀ ਆ, ਮੇਰੇ ਲਈ ਇੰਜੀਨੀਅਰਿੰਗ ਇਜ਼। ਅੱਛਾ, ਚਲੋ ਜੇ ਫੈਮਿਲੀ ਦੀ ਗੱਲ ਕਰੀਏ, ਹੂ ਇੰਸਪਾਇਰਡ ਯੂ ਦਾ ਮੋਸਟ ਕਿ ਨਹੀਂ ਨਾਇਕਾ, ਯੂ ਹੈਵ ਟੂ ਡੂ ਦਿਸ, ਜਸਟ ਸਵਿਚ and change your path and just do your put your hard work just only on these things or talent and all? ਜਦ ਮੈਂ ਸਟਾਰਟ ਕੀਤਾ ਸੀ ਮੈਂ ਫੈਮਿਲੀ ਨੂੰ ਤਾਂ ਦੱਸਿਆ ਹੀ ਨਹੀਂ ਸੀ, ਫਿਰ ਇਟ ਵਾਜ਼ ਆਲ ਹਿਡਨ ਫॉर them। ਹਾਂ, ਉੱਧਰੋਂ ਤੱਕ ਮੈਂ ਨਹੀਂ ਕਹਾਂਗੀ ਇੱਦਾਂ ਦਾ ਕੁਛ, ਬਟ ਹੁਣ ਬਹੁਤ ਵਧੀਆ, ਮਤਲਬ ਹੁਣ ਤਾਂ ਕਹਿੰਦੇ ਕਿ ਤੂੰ ਹੁਣ ਇੰਨੀ ਪ੍ਰੈਕਟਿਸ ਕਰ ਕਿ ਹਰ ਚੀਜ਼ ਨੂੰ ਇੰਨਾ ਵਧੀਆ ਕਰ, ਹਰ ਤਰ੍ਹਾਂ ਦੇ। ਮੇਰੇ ਪਾਪਾ ਐਕਚੁਅਲੀ ਮੈਨੂੰ ਬੜਾ ਕਦੀ ਨਾ ਹੁੰਦਾ ਹੈ ਕਿ ਮੇਰੇ ਫਾਦਰ ਜਿਵੇਂ ਸ਼ੁਰੂ 'ਚ ਉਹਨਾਂ ਨੇ ਮੈਨੂੰ ਜਦ ਉਹਨਾਂ ਨੂੰ ਇੰਨਾ ਡਰਦੇ ਪੁੱਛਿਆ ਸੀ ਨਾ ਮੈਂ ਇਸ ਲਾਈਨ 'ਚ ਜਾਣਾ, ਬਟ ਹੁਣ ਤੋਂ ਲੈ ਕੇ ਹੁਣ ਮਤਲਬ ਹੁਣ ਤੱਕ ਜਿਹੜਾ ਉਹਨਾਂ ਦੇ ਵਿੱਚ
ਚੇਂਜ ਆਇਆ ਕਿਉਂਕਿ ਆਫਟਰ ਮੌਡ ਉਹਨਾਂ ਨੇ ਜਦ ਮੇਰੀ ਮੌਡ ਦੇਖੀ ਐਂਡ ਹਰ ਵਾਰ ਮੈਨੂੰ ਕਹਿਣਾ ਕਿ ਪਰਸੀਨੀ ਬਹੁਤ ਵਧੀਆ ਕੀਤਾ, ਉਹਦੇ 'ਚ ਮੇਰਾ ਕਰੈਕਟਰ ਪਰਸੀਨੀ ਦਾ ਸੀ। ਤੇ ਫਿਰ ਮੈਨੂੰ ਬਹੁਤ ਜ਼ਿਆਦਾ ਇੰਸਪਾਇਰ ਕਰਦੇ ਨੇ ਟੂਵਰਡਸ, ਮੈਨੂੰ ਵੀਡੀਓਜ਼ ਭੇਜਦੇ ਰਹਿਣਗੇ ਸ਼ਾਹਰੁਖ ਸਰ ਦੀ ਜਾਂ ਫਿਰ ਰੇਖਾ ਜੀ ਦੀ, ਉਹਨਾਂ ਦੀ ਪੁਰਾਣੇ ਬਿਲਕੁਲ ਇੰਟਰਵਿਊਜ਼ ਕਿ ਦੇਖ ਇਹ ਸਾਰੇ ਇੱਦਾਂ ਕਰਦੇ ਹੈ, ਸੋ ਯੂ ਹੈਵ ਟੂ ਤੂੰ ਅਲੱਗ-ਅਲੱਗ ਡਾਇਲੌਗਸ ਦੀ ਪ੍ਰੈਕਟਿਸ ਕਰਿਆ ਕਰ, ਸਿਰਫ ਰੋਮਾਂਟਿਕ ਨਹੀਂ, ਕੁਝ ਗੁੱਸੇ ਵਾਲਾ ਪ੍ਰੈਕਟਿਸ ਕਰ, ਮਤਲਬ ਕੁਝ ਇੱਦਾਂ ਦਾ ਪ੍ਰੈਕਟਿਸ ਕਰ ਜਿਹਦੇ ਵਿੱਚ ਬਹੁਤ ਮੋਡੂਲੇਸ਼ਨ ਹੋਏ। ਸੋ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਨਾਓ ਮੈਨੂੰ ਹੁਣ ਲੱਗਦਾ ਕਿ ਮੈਨੂੰ ਹੁਣ ਫਾਦਰ ਦੇ ਰੂਪ ਵਿੱਚ ਨਾ ਇੱਕ ਇੰਸਪੀਰੇਸ਼ਨ ਮਿਲ ਗਈ ਹੈ ਕਿ ਐਟ ਸਮ ਪੁਆਇੰਟ ਆਫ ਟਾਈਮ ਮੈਨੂੰ ਫੀਲ ਹੁੰਦਾ ਕਿ ਨਹੀਂ ਯਾਰ ਪਤਾ ਨਹੀਂ, ਬਟ ਮੈਨੂੰ ਨਹੀਂ ਪਤਾ ਲੱਗਦਾ ਕਿ ਅਗਲੇ ਦਿਨ ਉਹਨਾਂ ਦਾ ਕਿਵੇਂ ਮੈਨੂੰ ਕਾਲ ਆ ਕੇ ਉਹ ਮੈਨੂੰ ਬਿਲਕੁਲ ਇੱਦਾਂ ਬੋਲਣਾ ਸ਼ੁਰੂ ਹੋ ਜਾਂਦੇ ਆ ਕਿ ਤੂੰ ਇੱਦਾਂ ਕਰਿਆ ਕਰ, ਇੱਦਾਂ ਤਾਂ ਮੈਨੂੰ ਹੁਣ ਸੱਚੀ ਐਵੇਂ ਲੱਗਦਾ ਹੈ ਕਿ ਹੁਣ ਮੈਂ ਇਕੱਲੀ ਨਹੀਂ ਹਾਂ, ਹੁਣ ਮੇਰੀ ਫੈਮਿਲੀ ਦੀ ਸਪੋਰਟ ਮੇਰੇ ਨਾਲ ਹੈ, ਹੁਣ ਮੈਨੂੰ ਕਿਸੇ ਗੱਲ ਦਾ ਡਰ ਵੀ ਨਹੀਂ ਹੈਗਾ। ਸੋ ਬੇਸਿਕਲੀ ਇਹ ਹੁਣ ਜੋ ਫੀਲ ਹੈ ਐਂਡ ਇਹ ਤੁਹਾਡੀ ਸਬਰ ਦੇ ਕਹਿ ਸਕਦੇ ਹਾਂ ਵੀ ਤੁਹਾਡੀਆਂ ਅਰਨਿੰਗਸ ਨੇ, ਹੈ ਨਾ, ਬਟ ਵੈਰੀ ਫਸਟ ਟਾਈਮ ਘਰ 'ਚ ਵੈਸੇ ਪਤਾ ਕਿਵੇਂ ਲੱਗਿਆ ਜਦੋਂ ਤੁਸੀਂ ਕਿਹਾ ਵੀ ਪਹਿਲੇ ਤਾਂ ਨਹੀਂ ਦੱਸਿਆ ਸੀਗਾ? ਪਤਾ ਮਤਲਬ ਮੈਂ ਤਾਂ ਦੱਸਿਆ ਜਦ ਮੈਂ ਮੂਵ ਕੀਤੀ, ਲਾਈਕ ਮੈਂ ਜਦ ਜੌਬ ਵਗੈਰਾ ਸਭ ਛੱਡਤੀ ਐਂਡ ਮੈਂ ਫਿਰ ਮੂਵ ਕੀਤੀ ਫਰੋਮ ਗੁੜਗਾਉਂ ਦਿੱਲੀ ਟੂ ਚੰਡੀਗੜ੍ਹ। ਤੇ ਉਹਨਾਂ ਨੂੰ ਵੈਸੇ ਤਾਂ ਮੈਂ ਹੀ ਦੱਸਿਆ ਸੀ ਕਿ ਮੈਂ ਜੌਬ ਸਵਿਚ ਕੀਤੀ ਹੈ, ਬਟ ਆਫਟਰ 1 ਮੰਥ ਮੈਨੂੰ ਦੱਸਣਾ ਹੀ ਪੈਣਾ ਸੀ ਕਿਉਂਕਿ ਸਰ ਨੇ ਵੀ ਕਿਹਾ ਕਿ ਫੈਮਿਲੀ ਨਾਲ ਮਿਲਣਾ ਜ਼ਰੂਰੀ ਹੈ, ਲਾਈਕ ਆਪਾਂ ਕੋਈ ਕੰਮ ਸਟਾਰਟ ਕਰਨ ਜਾ ਰਹੇ ਹਾਂ। ਤੇ ਫਿਰ ਮੈਂ ਫੈਮਿਲੀ ਨੂੰ ਇੱਦਾਂ ਦੱਸਿਆ ਕਿ ਮੈਂ ਜੌਬ ਛੱਡ ਰਹੀ ਹਾਂ ਔਰ ਮੈਂ ਇੱਧਰ ਸਾਈਨ ਹੋਣਾ ਚਾਹੁੰਦੀ ਹਾਂ। ਅਤੇ ਪਾਪਾ ਕਹਿੰਦੇ ਕਿ ਮੈਨੂੰ 1 ਦਿਨ ਦੇ ਦੇ, ਮੈਂ ਸੋਚਣਾ ਚਾਹੁੰਦਾ ਥੋੜ੍ਹਾ ਜਿਹਾ। ਐਂਡ ਨੈਕਸਟ ਡੇ ਜਦ ਪਾਪਾ ਦੀ ਕਾਲ ਆਉਣੀ ਸੀ ਮੈਂ ਬਹੁਤ ਡਰ ਰਹੀ ਸੀ, ਬਟ ਇਟ ਵਾਜ਼ ਲਾਈਕ ਕਿ ਨਹੀਂ, ਮੈਨੂੰ ਲੱਗਦਾ ਕਿ ਰੱਬ ਦਾ ਇਸ਼ਾਰਾ ਹੈ, ਸ਼ਾਇਦ ਤੂੰ ਅਗਰ ਜੌਬ ਛੱਡੀ ਹੈ ਉਹਦੇ ਵਿੱਚ ਰੀਜ਼ਨ ਹੋਏਗਾ। ਤੇ ਮੈਂ ਬੜੀ ਸ਼ੌਕ, ਮੈਨੂੰ ਲੱਗਿਆ ਬਸ ਹੁਣ ਫਿਰ ਜਦ ਮੈਨੂੰ ਪਾਪਾ ਦੀ ਹਾਂ ਮਿਲੀ ਨਾ ਤਾਂ ਮੈਨੂੰ ਫੀਲ ਹੋਇਆ ਕਿ ਨਹੀਂ ਹੁਣ ਮੈਨੂੰ ਰੱਬ ਵੀ ਖੁਦ ਕਹਿ ਰਿਹਾ ਕਿ ਨਹੀਂ ਹੁਣ ਉਹ ਛੱਡ ਦੇ, ਹੁਣ ਅੱਗੇ ਵੱਧ ਸਿੰਗਿੰਗ ਵਿੱਚ। ਸੋ ਤੁਸੀਂ ਇਹਨਾਂ ਨੇ ਸਰ ਦਾ ਜ਼ਿਕਰ ਕੀਤਾ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਸਰ ਬਹੁਤ ਹੀ ਆਪਣਾ ਉਮੇਸ਼ ਭਾਜੀ ਦੀ ਜਦੋਂ ਵੀ ਗੱਲ ਕਰੀਏ, ਉਮੇਸ਼ ਕਰਮਾਵਾਲਾ ਜੀ, ਹੈ ਨਾ, ਸੋ ਸਭ ਤੋਂ ਪਹਿਲਾਂ ਜ਼ਹਿਨ 'ਚ ਜਿਹੜਾ ਨਾਮ ਆਉਂਦਾ ਉਹ ਨਿੰਜੇ ਦਾ ਆਉਂਦਾ, ਦੈਨ AK, ਦੈਨ ਆਤਿਸ਼, ਹੁਣ ਤੁਸੀਂ ਹੋ, ਹੈ ਨਾ। ਅਤੇ ਬਈ ਉਹਨਾਂ ਨੇ ਬਹੁਤ ਅੱਛੇ ਟੈਲੈਂਟ ਨੂੰ ਐਸਟੈਬਲਿਸ਼ ਕਰਕੇ ਸਾਡੀ ਇੰਡਸਟਰੀ ਨੂੰ ਦਿੱਤਾ, ਸੋ ਰੀਅਲੀ ਉਹਨਾਂ ਨੂੰ ਤਾਂ ਹਮੇਸ਼ਾ ਹੀ ਇੱਕ ਅਪਰੀਸੀਏਸ਼ਨ ਜਾਣਨੀ ਹੀ ਚਾਹੀਦੀ ਹੈ। ਤੁਹਾਡੀ ਮੁਲਾਕਾਤ ਕਿਵੇਂ ਹੋਈ? ਉਮੇਸ਼ ਸਰ, ਮੈਂ ਜਿਵੇਂ ਦੱਸਿਆ ਨਾ ਕਿ ਮੈਂ ਇੱਥੇ ਚੰਡੀਗੜ੍ਹ ਆਈ ਸੀ, ਉਸ ਤੋਂ ਪਹਿਲਾਂ ਮੈਂ ਕਿਸੇ ਹੋਰ ਨਾਲ ਪਹਿਲਾਂ ਸਾਈਨ ਸੀ, ਹਨੀ ਸਰ ਆ, ਉਹ ਹੁਣ ਕੈਨੇਡਾ ਰਹਿੰਦੇ ਨੇ, ਅਤੇ ਉਹ ਸੀ ਨਿੰਜਾ ਜੀ ਦੇ ਫਰੈਂਡ। ਅੱਛਾ। ਅਤੇ ਉਹਨਾਂ ਨੇ ਕਿਹਾ ਕਿ ਇੱਦਾਂ ਤੁਹਾਨੂੰ ਅਗਰ ਕੋਈ ਫੀਮੇਲ ਵੋਕਲਿਸਟ ਚਾਹੀਦੀ ਹੈ ਜਾਂ ਤੁਹਾਨੂੰ ਸਿੰਗਰ ਚਾਹੀਦਾ ਦੈਨ ਪਲੀਜ਼ ਤੁਸੀਂ ਦੇਖ ਲਿਓ, ਕਿਉਂਕਿ ਉਹ ਕਹਿ ਰਹੇ ਸੀ ਕਿ ਮੈਂ ਤੇਰਾ ਸ਼ਾਇਦ ਇੰਨਾ ਵਧੀਆ ਨਹੀਂ ਕਰ ਸਕਦਾ ਜਿੰਨਾ ਉਮੇਸ਼ ਕਰਮਾਵਾਲਾ ਜੀ ਨੇ ਤੁਹਾਨੂੰ ਐਸਟੈਬਲਿਸ਼ ਕਰ ਦਿੱਤਾ। ਸੋ ਉਹਨਾਂ ਦੇ ਥਰੂ ਫਿਰ ਉਮੇਸ਼ ਸਰ ਨੂੰ ਮੇਰੀ ਕੁਝ ਆਡੀਓਜ਼ ਵਗੈਰਾ ਭੇਜੀਆਂ ਗਿਆ। ਫਿਰ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ, ਤੁਸੀਂ ਇੱਕ ਵਾਰ ਉਹਨਾਂ ਨੂੰ ਬੁਲਾ ਲਓ, ਆਪਾਂ ਸੁਣ ਲੈਂਦੇ ਹਾਂ, ਜੇ ਸਾਨੂੰ ਠੀਕ ਲੱਗਾ ਤਾਂ ਆਪਾਂ ਸਾਈਨ ਕਰ ਲਾਂਗੇ। ਅਤੇ ਮੈਂ ਉਸ ਦਿਨ ਫਿਰ ਮੇਰੀ ਸਰ ਨਾਲ ਮੁਲਾਕਾਤ ਹੋਈ। ਹੁਣ ਜਦ ਮੈਨੂੰ ਯਾਦ ਹੈ ਜਦ ਉਹਨਾਂ ਨੇ ਮੈਨੂੰ ਫੋਟੋ ਭੇਜੀ ਨਾ ਕਿ ਇਹਨਾਂ ਨਾਲ ਸਾਈਨ ਹੋਣਾ, ਅਤੇ ਮੈਂ ਪਹਿਲੀ ਕਿਹਾ, ਮੈਂ ਕਿਹਾ ਯਾਰ ਇਹ ਤਾਂ ਬੜੇ ਖੜੂਸ ਲੱਗ ਰਹੇ, ਪਤਾ ਨਹੀਂ ਕਿੱਦਾਂ ਦੇ ਹੋਣਗੇ। ਕਹਿੰਦੇ ਨਹੀਂ ਇਹ ਲੱਗਦੇ ਇੱਦਾਂ ਦੇ ਹੈ, ਬਟ ਹੀ ਇਜ਼ ਵੈਰੀ ਉਹਨਾਂ ਦਾ ਹਾਰਟ ਬਹੁਤ ਪਿਓਰ ਐਂਡ ਬਹੁਤ ਹੀ ਜ਼ਿਆਦਾ ਅੱਛੇ ਇਨਸਾਨ ਹੈ। ਤੁਸੀਂ ਜਾ ਕੇ ਮਤਲਬ ਗੱਲ ਕਰੋਗੇ ਜਾਂ ਜੋ ਵੀ ਤੁਸੀਂ ਗਾਣਾ ਸੁਣਾਓਗੇ ਪੱਕਾ ਕੁਝ ਵਧੀਆ ਹੀ ਹੋਏਗਾ। ਤਾਂ ਮੈਨੂੰ ਯਾਦ ਹੈ ਮੈਂ ਜਦ ਫਸਟ ਟਾਈਮ ਆਫਿਸ ਆਈ ਸੀ 2017 ਵਿੱਚ, ਆਈ ਗੈਸ ਜੂਨ ਵਿੱਚ ਆਈ ਹੋਵਾਂਗੀ, ਅਤੇ ਉਸ ਦਿਨ ਉਸ ਵਕਤ ਨਾ ਚੰਨਾ ਮੇਰੀਆ ਰਿਲੀਜ਼ ਹੋ ਰਹੀ ਸੀ ਨਿੰਜਾ ਜੀ ਦੀ। ਮੈਂ ਆ ਕੇ ਮਤਲਬ ਸਰ ਨੂੰ ਲੱਗ ਰਿਹਾ 15-16 ਵਾਰ ਤਾਂ ਮੈਂ ਗਾਣਾ ਗਾਇਆ, ਔਰ ਚੰਨਾ ਮੇਰੀਆ ਮੇਰੇ ਤੋਂ ਘੱਟੋ ਘੱਟ ਉਹਨਾਂ ਨੇ 6 ਵਾਰ ਸੁਣਿਆ। ਉਹਦਾ ਇੱਕ ਸੌਂਗ ਸੀ ਹਵਾ ਦੇ ਵਰਕੇ, ਅਤੇ ਉਹ ਸੌਂਗ ਮੈਂ ਇੰਨੀ ਵਾਰ ਸੁਣਾਇਆ। ਤਾਂ ਫਿਰ ਸਰ ਨੇ ਫਿਰ ਮੈਨੂੰ ਕਿਹਾ ਕਿ ਉਹ ਮੇਰੀ ਫਸਟ ਮੀਟਿੰਗ ਸੀ, ਤਾਂ ਵੀ ਸਰ ਨੇ ਮੈਨੂੰ ਕਿਹਾ ਕਿ ਤੁਸੀਂ ਟਾਈਮ ਲੈ ਲਓ, ਕਿ ਇੱਕਦਮ ਮਤਲਬ ਤੁਸੀਂ ਸੋਚ ਲਓ, ਪੁੱਛ ਲਓ, ਜੋ ਵੀ ਹੈ ਕਿਸੇ ਨੂੰ ਪੁੱਛਣਾ ਪੁੱਛ ਲਓ ਕਿ ਸਾਈਨ ਹੋਣਾ ਕਿ ਨਹੀਂ। ਸੋ ਇਸ ਤਰ੍ਹਾਂ। ਅਤੇ ਮੈਨੂੰ ਸਰ ਦੀ ਇੱਕ ਬਹੁਤ ਵਧੀਆ ਗੱਲ ਤਾਂ ਇਹ ਲੱਗੀ ਸੀ, ਮੈਨੂੰ ਪਤਾ ਮੈਂ ਉਸ ਵਕਤ ਨਾ ਇੰਨਾ ਵਧੀਆ ਨਹੀਂ ਗਾਉਂਦੀ ਸੀ ਜਿੰਨਾ ਮੈਂ ਹਾਲੇ ਵੀ, ਮੈਂ ਇਹ ਨਹੀਂ ਕਹਾਂਗੀ ਮੈਂ ਬਹੁਤ ਵਧੀਆ ਗਾਉਂਦੀ ਹਾਂ, ਬਟ ਇਸ ਤੋਂ ਤਾਂ ਬਹੁਤ ਹੀ ਲੋਅ ਲੈਵਲ ਗਾਉਂਦੀ ਹੁੰਦੀ ਸੀ ਮੈਂ ਪਹਿਲਾਂ, ਇੰਨਾ ਵਧੀਆ ਨਹੀਂ ਗਾਉਂਦੀ ਸੀ ਕਿਉਂਕਿ ਪ੍ਰੈਕਟਿਸ ਇੰਨੀ ਕਦੀ ਕੀਤੀ ਨਹੀਂ, ਕਿਉਂਕਿ ਮੈਂ ਫਾਰਮਲ ਟ੍ਰੇਨਿੰਗ ਨਹੀਂ ਲਿੱਤੀ, ਸਾਰਾ ਫੋਕਸ ਉਸੀ ਪੜ੍ਹਾਈ ਵਗੈਰਾ 'ਤੇ ਹੁੰਦਾ ਸੀ। ਅਤੇ ਮੈਨੂੰ ਸਰ ਦੀ ਇੱਕ ਚੀਜ਼ ਬਹੁਤ ਵਧੀਆ ਲੱਗੀ, ਜਿਵੇਂ ਮੈਂ ਹੁਣੇ ਵੀ ਸਰ ਨੂੰ ਪੁੱਛਦੀ ਹਾਂ ਕਿ ਤੁਸੀਂ ਐਸਾ ਕੀ ਦੇਖਿਆ ਸੀ ਕਿ ਹਰ ਇੱਕ ਆਰਟਿਸਟ ਦੇ ਮਨ 'ਚ ਇੱਕ ਹੁੰਦਾ ਨਾ ਕਿ ਜਿਹੜੇ ਸਾਡੇ ਮੈਂਟਰ ਹੈ ਉਹਨਾਂ ਨੂੰ ਕੀ ਸਾਡੇ 'ਚ ਐਸਾ ਅੱਛਾ ਸਾਡੇ ਟੈਲੈਂਟ 'ਚ ਲੱਗਾ ਕਿ ਉਹਨਾਂ ਨੇ ਸਾਨੂੰ ਚੂਜ਼ ਕੀਤਾ। ਅਤੇ ਉਹਨਾਂ ਦੀ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ, ਉਹ ਕਹਿੰਦੇ ਕਿ ਮੈਂ ਕਦੇ ਵੀ ਪਰਫੈਕਟ ਬੰਦਾ ਨਹੀਂ ਲੈਣਾ ਚਾਹੁੰਦਾ, ਹਮੇਸ਼ਾ ਹੀ ਸਰਚ ਫॉर द ਕਰੂਡ ਪ੍ਰੋਡਕਟਸ ਜਿਨ੍ਹਾਂ ਨੂੰ ਮਾਰ ਕੇ ਇੱਕ ਅੱਛੀ ਸ਼ੇਪ ਦਿੱਤੀ ਜਾਏ, ਲਾਈਕ ਜਿਵੇਂ ਡਾਇਮੰਡ ਦਾ ਪ੍ਰੋਸੈਸ ਹੁੰਦਾ ਹੈ ਨਾ। ਸੋ ਮੈਨੂੰ ਉਹਨਾਂ ਦੀ ਉਹ ਚੀਜ਼ ਬਹੁਤ ਵਧੀਆ ਲੱਗੀ, ਐਂਡ ਹੀ ਇਜ਼ ਅ ਵੈਰੀ ਨਾਈਸ ਪਰਸਨ। ਓਕੇ, ਸੋ ਜਦੋਂ ਅਸੀਂ
ਬੈਕਐਟ ਤੇ ਸੋਚਿਆ ਹੁੰਦਾ ਨਾ ਕਿ ਹਾਂ ਅਸੀਂ ਇਸ ਇੰਡਸਟਰੀ 'ਚ ਕਾਸ਼ ਜਾਈਏ, ਕਾਸ਼ ਅਸੀਂ ਇਹਨਾਂ ਵਰਗੇ ਹੋ ਸਕਦੇ ਹਾਂ, ਆਪਣੇ ਆਪ ਨੂੰ ਅਸੀਂ ਇਮੈਜਿਨ ਕਰਦੇ ਹਾਂ। ਅਤੇ ਜਦੋਂ ਤੁਸੀਂ ਇੰਡਸਟਰੀ 'ਚ ਨਵੇਂ ਆਏ ਹੈ ਨਾ, ਤੁਸੀਂ ਨਿੰਜਾ ਨੂੰ ਮਿਲੇ ਹੋਵੋਗੇ, ਤੁਸੀਂ ਹੋਰ ਆਰਟਿਸਟ ਨੂੰ ਮਿਲੇ ਹੋਵੋਗੇ, ਉਸ ਟਾਈਮ 'ਤੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਸੀ? ਹੁਣ ਤਾਂ ਚੀਜ਼ਾਂ ਯੂਜ਼ ਟੂ ਹੋ ਰਹੀਆਂ ਨੇ ਹੌਲੀ ਹੌਲੀ। ਹਾਂਜੀ। ਨਹੀਂ ਮੈਂ ਬਹੁਤ ਹੀ ਮਤਲਬ ਐਵੇਂ ਹੁੰਦਾ ਨਾ ਕਿ ਐਕਸਾਈਟਮੈਂਟ ਹੁੰਦੀ ਸੀ ਯਾਰ ਹੁਣ ਇਹ ਵਾਲੇ ਸੈਲੀਬ੍ਰਿਟੀ ਨੂੰ ਮਿਲਣਾ ਕਿਉਂਕਿ ਸਭ ਨੂੰ ਟੀਵੀ 'ਚ ਦੇਖਿਆ ਹੋਇਆ ਸੀ। ਨੋ ਡਾਊਟ ਉਹ ਹਲੇ ਵੀ ਹੁੰਦੀ ਹੈ। ਜਦੋਂ ਮੈਂ ਮੌੜ ਮੂਵੀ 'ਚ ਮੈਂ ਅੰਮ੍ਰਿਤਸਰ ਨੂੰ ਪਹਿਲੀ ਵਾਰ ਦੇਖਿਆ ਤਾਂ ਵੀ ਬੜੀ ਐਕਸਾਈਟਿਡ ਸੀ ਮੈਂ। ਅਤੇ ਹੁੰਦਾ ਹੀ ਹੈ ਯਾਰ ਕਿਉਂਕਿ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਟੀਵੀ 'ਤੇ ਇੰਨੇ ਵੱਡੇ ਵੱਡੇ ਆਰਟਿਸਟ ਨੂੰ ਪਰਫੋਰਮ ਕਰਦੇ ਦੇਖਿਆ ਅਤੇ ਜਦ ਹੁਣ ਆਪਣੇ ਸਾਹਮਣੇ ਆਉਂਦੇ ਕਿਸੇ ਨੂੰ ਦੇਖ ਲੈਂਦੀ ਹਾਂ ਤਾਂ ਫਿਰ ਐਵੇਂ ਹੁੰਦਾ ਕਿ ਯਾਰ ਮਤਲਬ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਮੇਰੇ ਲਈ ਹਰੇ ਵੀ ਮੈਨੂੰ ਲੱਗਦਾ ਸਾਰੇ ਸੈਲੀਬ੍ਰਿਟੀਜ਼ ਮੇਰੇ ਲਈ ਇੱਦਾਂ ਹੀ ਹੈ ਕਿ ਯਾਰ ਦੇ ਆਰ ਇੰਸਪੀਰੇਸ਼ਨ ਟੂ ਮੀ। ਸੋ ਮੈਂ ਹਲੇ ਵੀ ਅਗਰ ਮੈਂ ਕੁਛ ਮਤਲਬ ਮੈਂ ਮੂਵੀ ਵੀ ਕੀਤੀ ਹੈ ਜੋ ਵੀ ਮੈਨੂੰ ਹਲੇ ਵੀ ਇਹੀ ਫੀਲ ਹੁੰਦਾ ਹੈ ਕਿ ਆਮ ਮਿਡਲ ਕਲਾਸ ਦੀ ਇੱਕ ਛੋਟੀ ਜਿਹੀ ਕੁੜੀ ਜਿਹੜੀ ਹਲੇ ਵੀ ਬਸ ਆਪਣੇ ਸੁਪਨਿਆਂ ਲਈ ਕੰਮ ਕਰ ਰਹੀ ਹੈ। ਦੈਟਸ ਗੁੱਡ। ਮੈਨੂੰ ਲੱਗਦਾ ਜਦੋਂ ਤੁਸੀਂ ਇਸ ਫੀਲਡ 'ਚ ਰਹਿੰਦੇ ਹੋ ਤੁਸੀਂ ਬਹੁਤ ਜ਼ਿਆਦਾ ਹੋਰ ਐਫਰਟਸ ਪੁੱਟ ਔਨ ਕਰਦੇ ਹੋ। ਅੱਛਾ, ਤੁਸੀਂ ਐਮਏ ਦੀ ਗੱਲ ਕੀਤੀ। ਐਮਏ ਵੈਸੇ ਬਹੁਤ ਹੀ ਸਾਡੇ ਸਾਰਿਆਂ ਦੇ ਮਤਲਬ ਯਾਰਾਂ ਦਾ ਯਾਰ ਕਹਿ ਲਓ ਹੈ ਨਾ। ਉਹਨਾਂ ਨੂੰ ਹੀ ਇਜ਼ ਅ ਵੈਰੀ ਗੁੱਡ ਮਤਲਬ ਹੀ ਇਜ਼ ਅ ਵੈਰੀ ਗੁੱਡ ਐਕਟਰ ਬਟ ਇਕੁਅਲੀ ਹੀ ਇਜ਼ ਅ ਵੈਰੀ ਗੁੱਡ ਐਂਡ ਪਿਓਰ ਹਿਊਮਨ ਬੀਇੰਗ, ਰਾਈਟ? ਸੋ ਤੁਹਾਡਾ ਜਦੋਂ ਉਹਨਾਂ ਨਾਲ ਫਿਲਮ ਦਾ ਤੁਹਾਨੂੰ ਪਤਾ ਲੱਗਿਆ ਜਾਂ ਤੁਸੀਂ ਜਦੋਂ ਕੰਮ ਵੀ ਕੀਤਾ ਹੈ, ਸੋ ਮੈਂ ਕਿਹਾ ਅੰਦਰ ਕੀ ਚੱਲਦਾ ਰਹਿੰਦਾ ਸੀਗਾ? ਉੱਪਰੋਂ ਤਾਂ ਆਮ ਸ਼ੋਰ ਕਿ ਆਪਣਾ ਪ੍ਰੋਫੈਸ਼ਨਲੀ ਸਾਨੂੰ ਰਿਐਕਟ ਔਰ ਬਿਹੇਵ ਕਰਨਾ ਪੈਂਦਾ, ਬਟ ਅੰਦਰੋਂ ਕੀ ਫੀਲ ਹੁੰਦਾ ਸੀ? ਐਕਸਾਈਟਮੈਂਟ ਹੁੰਦੀ ਸੀ, ਨਰਵਸਨੈਸ ਤਾਂ ਬਹੁਤ ਜ਼ਿਆਦਾ ਹੁੰਦੀ ਸੀ ਕਿਉਂਕਿ ਮੈਨੂੰ ਯਾਦ ਹੈ ਮਤਲਬ ਮੇਰੇ ਨਾ ਪਹਿਲੀ ਜਿਹੜੀ ਮੂਵੀ ਸਾਡੀ ਹੋਈ ਹੈ ਗੁੱਡ ਲੱਕ ਜੱਟਾ ਜੋ ਵੀ ਹੈ ਹੁਣ ਸ਼ੂਟ ਹੋਈ ਹੈ, ਉਹਨਾਂ ਦੇ ਵਿੱਚ DOP ਸੀ। ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਐਮਏ ਵਿਰਕ ਜੈਸਾ ਐਕਟਰ ਮਤਲਬ ਮੈਂ ਦੇਖਿਆ ਨਹੀਂ ਕਿਉਂਕਿ ਉਹਨਾਂ ਨੂੰ ਆਪਣੀ ਹਰ ਲਾਈਨ ਟੂ ਲਾਈਨ ਯਾਦ ਹੁੰਦੀ ਹੈ ਐਂਡ ਹੀ ਇਜ਼ ਲਾਈਕ ਅ ਵਨ ਟੇਕ ਆਰਟਿਸਟ। ਮੈਨੂੰ ਬਸ ਉਹ ਬੈਕ ਆਫ ਦ ਮਾਈਂਡ ਉਹ ਚੀਜ਼ ਚੱਲੀ ਜਾ ਰਹੀ ਸੀ। ਮੈਂ ਬਹੁਤ ਨਰਵਸ ਸੀ। ਮੈਂ ਕਿਹਾ ਪਤਾ ਨਹੀਂ ਯਾਰ ਮੈਂ ਪੱਕਾ ਕੋਈ ਡਾਇਲੋਗ ਉਹਨਾਂ ਦੇ ਸਾਹਮਣੇ ਭੁੱਲੂੰਗੀ ਔਰ ਮੈਨੂੰ ਪਤਾ ਨਹੀਂ ਕਿੱਦਾਂ ਕੀ ਹੋਏਗਾ। ਬਟ ਜਦ ਮੈਂ ਗਈ ਸੈੱਟ 'ਤੇ ਐਂਡ ਮੈਂ ਉਹਨਾਂ ਨਾਲ ਫਸਟ ਟਾਈਮ ਮਿਲੀ ਜਾਂ ਪਰਫੋਰਮ ਕੀਤਾ ਤਾਂ ਮੈਨੂੰ ਲੱਗਾ ਕਿ ਹੀ ਇਜ਼ ਅ ਰੀਅਲੀ ਗੁੱਡ ਆਰਟਿਸਟ ਹੈ ਨਾ। ਪਤਾ ਕਿਉਂਕਿ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਿਆ ਕਿ ਹੀ ਇਜ਼ ਵੈਰੀ ਪੇਸ਼ੈਂਟ। ਅਗਰ ਤੁਸੀਂ ਸਾਹਮਣੇ ਬੈਠ ਕੇ 10 ਵਾਰ ਵੀ ਲਾਈਨ ਦੁਹਰਾਓਗੇ ਦੈਨ ਆਲਸੋ ਹੀ ਇਜ਼ ਲਾਈਕ ਕਿ ਕਾਮ ਡਾਊਨ ਨਾਇਕਰਾ ਹੋ ਜਾਏਗਾ। ਸੋ ਮੈਨੂੰ ਲੱਗਦਾ ਕਿ ਹੀ ਇਜ਼ ਲਾਈਕ ਇੱਦਾਂ ਦੇ ਐਕਟਰਸ ਮੈਨੂੰ ਲੱਗਦਾ ਇਹੀ ਸੱਚੀ ਐਕਟਰਸ ਹੁੰਦੇ ਆ ਜਿਹੜੇ ਕਿ ਦੂਸਰਾ ਦੀ ਗਲਤੀਆਂ ਨਹੀਂ ਕਰਦੇ ਬਲਕਿ ਹੈਲਪ ਕਰਦੇ ਉਹਨਾਂ ਨੂੰ ਹਰ ਚੀਜ਼। ਰਾਈਟ। ਸੋ 2017 ਦੇ ਵਿੱਚ ਤੁਸੀਂ ਆਏ ਸੀ। ਹਾਂਜੀ। ਐਂਡ ਇਟਸ 2023 ਹੈ ਨਾ। ਬਹੁਤ ਲੰਬਾ ਸਫ਼ਰ ਹੈ ਤੁਹਾਡਾ ਅਤੇ ਬਹੁਤ ਮਤਲਬ ਆਈ ਮੀਨ ਚੈਲੰਜਿੰਗ ਔਰ ਬਹੁਤ ਹਾਰਡ ਵਰਕ ਵਾਲਾ ਲਰਨਿੰਗ ਵਾਲਾ ਤੁਹਾਡਾ ਇਹ ਪ੍ਰੋਸੈਸ ਰਿਹਾ। ਜਦੋਂ ਐਮਏ ਨਾਲ ਫਿਲਮ ਕਰਨ ਜਾ ਰਹੇ ਹੋ ਤੁਹਾਨੂੰ ਪਤਾ ਲੱਗਿਆ, ਸਭ ਤੋਂ ਪਹਿਲੇ ਇਹ ਨਿਊਜ਼ ਕਿਹਦੇ ਨਾਲ ਸ਼ੇਅਰ ਕੀਤੀ ਤੁਸੀਂ? ਸਭ ਤੋਂ ਪਹਿਲਾਂ ਮੈਂ ਜਦ ਮੈਨੂੰ ਕਾਲ ਆਈ ਸੀ ਤਾਂ ਮੈਂ ਵੈਸੇ ਕਿਸੇ ਨੂੰ ਵੀ ਨਹੀਂ ਕੀਤੀ। ਜਦ ਮੇਰਾ ਆਡੀਸ਼ਨ ਹੋਇਆ ਐਂਡ ਆਫਟਰ ਦੈਟ ਯੈਸ ਉਮੇਸ਼ ਸਰ ਨੂੰ ਤਾਂ ਪਤਾ ਹੀ ਸੀ ਅਫਕੋਰਸ। ਅਤੇ ਫਿਰ ਉਸ ਤੋਂ ਬਾਅਦ ਮੈਂ ਮੰਮਾ ਪਾਪਾ ਨੂੰ ਕਾਲ ਕੀਤੀ ਕਿ ਯੈਸ ਮੇਰੀ ਐਕਚੁਅਲੀ ਮੈਂ ਦੱਸਿਆ ਨਾ ਕਿ ਮੈਂ ਜ਼ਿਆਦਾਤਰ ਆਪਣੀ ਫੈਮਿਲੀ ਦੇ ਇਨਟੂ ਹੀ ਹਾਂ। ਮੇਰੇ ਫਰੈਂਡਸ ਵੀ ਬਹੁਤ ਘੱਟ ਨੇ ਅਤੇ ਮੈਂ ਆਪਣੇ ਫੈਮਿਲੀ ਪਾਪਾ ਨੂੰ ਕਾਲ ਕੀਤੀ ਇੱਦਾਂ ਮੂਵੀ ਕਰ ਰਹੀ ਹਾਂ। ਐਂਡ ਉਹਨਾਂ ਨੂੰ ਵੀ ਮੈਂ ਤਾਂ ਕਾਲ ਕੀਤੀ ਜਦ ਮੈਂ ਜਾਣਾ ਸੀ। ਮੈਂ ਪਾਪਾ ਮੂਵੀ ਕਰਨੀ ਆ ਔਰ ਮੈਨੂੰ ਜਾਣਾ ਪੈਣਾ ਉੱਥੇ। ਮੈਨੂੰ ਇਸ ਲਾਈਕ ਤੂੰ ਬੜੀ ਚੁੱਪਾ ਰੁਸਤਮ ਹੈ, ਤੂੰ ਬਿਲਕੁਲ ਆਡੀਸ਼ਨ ਸਭ ਕਲੀਅਰ ਕਰ ਲਿਆ। ਰਾਈਟ। ਸੋ ਉਹ ਮੇਰੀ ਕਾਲ ਸੀ ਐਂਡ ਮੈਂ ਹਰ ਇੰਟਰਵਿਊ 'ਚ ਵੈਸੇ ਦੱਸਿਆ ਵੀ ਇਹ ਚੀਜ਼। ਅਤੇ ਜਦ ਮਤਲਬ ਮੂਵੀ ਵਗੈਰਾ ਸਭ ਕੁਛ ਫਾਈਨਲ ਹੋ ਗਈ ਅਤੇ ਮੈਨੂੰ ਸੀ ਕਿ ਮੈਂ ਇੱਕ ਵਾਰ ਪੇਰੈਂਟਸ ਨੂੰ ਮਿਲਣਾ ਜਾ ਕੇ। ਅਤੇ ਮੈਂ ਜਦ ਮਿਲੀ ਜਾ ਕੇ ਉਹਨਾਂ ਨੂੰ ਐਂਡ ਪਾਪਾ ਕਿਚਨ 'ਚ ਕੰਮ ਕਰ ਰਹੇ ਸੀ ਐਂਡ ਮੈਂ ਜਾ ਕੇ ਉਹਨਾਂ ਨੂੰ ਫਸਟ ਟਾਈਮ ਜਾ ਕੇ ਆਪਣੇ ਪਾਪਾ ਨੂੰ ਰੋ ਕੇ ਦਿਖਾਇਆ ਹੋਏਗਾ ਸ਼ਾਇਦ ਹੱਗ ਕਰਕੇ ਕਿ ਦੈਨ ਹੀ ਇਜ਼ ਲਾਈਕ ਕਿ ਨਹੀਂ ਹੁਣ ਵਧੀਆ ਹੋਏਗਾ, ਹੁਣ ਸਭ ਕੁਝ ਅੱਛਾ ਹੋਏਗਾ। ਦੈਨ ਉਹ ਮੇਰੇ ਲਈ ਇੱਕ ਮੂਮੈਂਟ ਐਸੀ ਸੀ ਕਿ ਐਕਚੁਅਲੀ ਨਾ ਮੈਂ ਕਈ ਵੀ ਫੀਲ ਹੁੰਦਾ ਸੀ ਕਿ ਮੇਰੇ ਕੰਧਿਆਂ 'ਤੇ ਭਾਰ ਹੈ ਕਿਉਂਕਿ ਮੈਂ ਇੱਕ ਐਸਾ ਲਾਈਨ ਚੂਜ਼ ਕੀਤੀ ਹੈ ਜਿੱਥੇ ਮੇਰੇ ਪਰਿਵਾਰ 'ਚ ਦੂਰ ਤੱਕ ਕੋਈ ਵੀ ਇਸ ਲਾਈਨ 'ਚ ਨਹੀਂ ਹੈਗਾ। ਸੋ ਕਿਤੇ ਮੈਂ ਡਗਮਗਾ ਮੈਂ ਕੁਛ ਮਤਲਬ ਮੈਂ ਕਰ ਪਾਵਾਂਗੀ ਅਚੀਵ। ਫਿਰ ਉਸ ਦਿਨ ਮੈਨੂੰ ਥੋੜ੍ਹਾ ਆਪਣੇ 'ਤੇ ਜਿਵੇਂ ਕਹਿੰਦੇ ਨੇ ਕਿ ਮੈਂ ਸ਼ਾਇਦ ਫਾਦਰ ਦੇ ਨਾ ਬਹੁਤ ਕਲੋਜ਼ ਵੀ ਹਾਂ ਔਰ ਉਹਨਾਂ ਨੂੰ ਲੱਗਦਾ ਕਿ ਮੈਂ ਉਹਨਾਂ ਨੂੰ ਹਰ ਚੀਜ਼ ਦੱਸਦੀ ਨਹੀਂ। ਬਟ ਉਸ ਦਿਨ ਮੈਨੂੰ ਮੈਂ ਇੱਕ ਫਾਦਰ ਔਰ ਸਨ ਵਾਲਾ ਰਿਲੇਸ਼ਨਸ਼ਿਪ ਆਪਣੇ 'ਚ ਫੀਲ ਕੀਤਾ ਕਿ ਮੈਨੂੰ ਫਿਰ ਹੋਇਆ ਕਿ ਨਹੀਂ ਨਾਓ ਹੁਣ ਮੈਂ ਪ੍ਰਾਊਡਲੀ ਕਹਿ ਸਕਦੀ ਹਾਂ। ਪਾਪਾ ਵੀ ਕਹਿੰਦੇ ਹੁਣ ਮੈਂ ਪ੍ਰਾਊਡਲੀ ਕਹਿ ਸਕਦਾ ਕਿ ਮੇਰੀ ਡਾਟਰ ਜਿਹੜੀ ਆ ਹੁਣ ਇਸ ਲਾਈਨ 'ਚ ਸਕਸੈਸਫੁਲ ਹੋ ਰਹੀ ਹੈ। ਦੈਟਸ ਟੂ ਗੁੱਡ, ਦੈਟਸ ਰੀਲੀ ਗੁੱਡ। ਅੱਛਾ ਦੇਖੋ, ਅਸੀਂ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਨਾ ਸਾਡੇ ਸੁਪਨੇ ਵੱਡੇ ਹੁੰਦੇ ਆ, ਅਸੀਂ ਐਫਰਟਸ ਵੀ ਬਹੁਤ ਲਗਾਉਂਦੇ ਹਾਂ ਬਟ ਟਾਈਮ ਅਤੇ ਕਿਸਮਤ ਔਰ ਸਟਾਰਸ ਵੀ ਬਹੁਤ ਮੈਟਰ ਕਰਦੇ ਨੇ ਹੈ ਨਾ। ਜਦੋਂ ਤੁਸੀਂ ਐਂਟਰੀ ਮਾਰ ਲਈ, ਤੁਹਾਡਾ ਗਾਣਾ ਆ ਗਿਆ ਹੈ ਨਾ, ਬਟ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਉਮੇਸ਼ ਭਾਜੀ ਦੀ ਲਾਈਫ 'ਚ ਵੀ ਬੜੇ ਆਬਸਟੈਕਲਸ ਆਏ ਐਂਡ ਅਪ ਐਂਡ ਡਾਊਨਸ ਚੱਲਦੇ ਰਹੇ ਔਰ ਤੁਸੀਂ ਵੀ ਉਹਨਾਂ ਦੇ ਨਾਲ ਜੁੜੇ ਰਹੇ। ਮਤਲਬ ਹੈਟਸ ਆਫ ਹੈ ਤੁਹਾਡੀ ਸਾਰੀ ਟੀਮ ਨੂੰ ਕਿ ਤੁਸੀਂ ਇਕੱਠੇ ਰਹੇ ਕਿਉਂਕਿ ਲੋਕਡਾਊਨ ਦੇ ਵਿੱਚ ਬਹੁਤ ਕੁਝ ਚੇਂਜ ਹੋਇਆ। ਸੋ ਕਿਵੇਂ ਸਰਵਾਈਵ ਕਰਦੇ ਸੀ ਤੁਸੀਂ ਉਸ ਟਾਈਮ 'ਤੇ ਫਾਈਨੈਂਸ਼ੀਅਲੀ, ਮੈਂਟਲੀ, ਫਿਜ਼ੀਕਲੀ?
ਮੈਂ ਇਹਦੇ ਵਿੱਚ ਇਹ ਕਹਾਂਗੀ ਕਿ ਉਮੇਸ਼ ਸਰ ਦਾ ਬਹੁਤ ਵੱਡਾ ਹੱਥ ਹੈ ਸਭ ਨੂੰ ਸੰਭਾਲਣ 'ਚ, ਯੂ ਨੋ, ਕਿਉਂਕਿ ਇੱਕ ਲੀਡਰ ਹੀ ਤੁਹਾਨੂੰ ਰਾਹ ਦਿਖਾਉਂਦਾ ਹੈ। ਵੈਰੀ ਰਾਈਟ। ਸੋ ਅਗਰ ਉਹ ਨਹੀਂ ਹੁੰਦੇ ਤਾਂ ਸ਼ਾਇਦ ਸਾਡੀ ਸਾਰੀ ਟੀਮ ਵਿਖਰ ਚੁੱਕੀ ਹੁੰਦੀ। ਸੋ ਹੁੰਦਾ ਹੈ ਕਦੀ ਕਦੀ ਕੋਈ ਡਾਊਨ ਹੋ ਜਾਂਦਾ ਉਮੇਸ਼ ਸਰ, ਫਿਰ ਉਹਨੂੰ ਮਤਲਬ ਮੈਂ ਕਦੀ ਕਦੀ ਸੋਚਦੀ ਵੀ ਹੁੰਦੀ ਹਾਂ ਕਿ ਅਸੀਂ ਸਾਰਿਆਂ ਨੂੰ ਤਾਂ ਖੜਾ ਕਰਨ ਲਈ ਹੀ ਇਜ਼ ਦੇਅਰ, ਬਟ ਉਹ ਆਪਣੇ ਆਪ ਨੂੰ ਕਿੱਦਾਂ ਸੰਭਾਲਦੇ ਆ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ। ਮਤਲਬ ਹੀ ਇਜ਼ ਸੋ ਪੋਜ਼ਿਟਿਵ, ਅਗਰ ਅੱਜ ਵੀ ਕੁਝ ਲਾਸ ਹੋ ਜਾਏਗਾ ਐਂਡ ਹੀ ਇਜ਼ ਲਾਈਕ ਕੋਈ ਗੱਲ ਨਹੀਂ, ਕੱਲ ਸਭ ਸਹੀ ਹੋ ਜਾਏਗਾ। ਸੋ ਮੈਨੂੰ ਉਹਨਾਂ ਦਾ ਐਟੀਟਿਊਡ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹੁਣ ਰਾਈਟ ਨਾਓ ਮੈਂ ਵੀ ਇੱਦਾਂ ਹੀ ਸੋਚਣਾ ਸ਼ੁਰੂ ਹੋ ਗਈ ਹਾਂ, ਯੂ ਨੋ, ਕਿ ਦਿਸ ਇਜ਼ ਜਰਨੀ, ਅਪਸ ਐਂਡ ਡਾਊਨਸ ਤਾਂ ਲਾਈਫ ਦਾ ਪਾਰਟ ਹੈ, ਆਉਂਦੇ ਰਹਿਣਗੇ। ਬਟ ਸੱਚੀ ਗੱਲ ਇਹੀ ਹੈ ਕਿ ਸਹੀ ਗੱਲ ਇਹੀ ਹੈ ਕਿ ਆਪਾਂ ਖੜੇ ਰਹੀਏ, ਚਾਹੇ ਡਿੱਗ ਵੀ ਗਈਆਂ ਫਿਰ ਵੀ ਖੜੇ ਹੋ ਜਾਈਏ। ਰਾਈਟ। ਸੋ ਜਰਨੀ ਸਾਰਿਆਂ ਦੀ ਆਪਣੀ ਆਪਣੀ ਹੁੰਦੀ ਹੈ ਨਾ ਨਾਇਕਰਾ, ਬਟ ਜੇ ਇੱਕ ਕੁੜੀ ਫੀਮੇਲ ਆਰਟਿਸਟ ਹੋਣ ਦੇ ਨਾਤੇ ਕਿਸ ਤਰ੍ਹਾਂ ਦੇ ਚੈਲੰਜਸ ਹੈਗੇ ਨੇ ਯੂਜੂਅਲੀ ਜੋ ਇੱਕ ਫੀਮੇਲ ਆਰਟਿਸਟ ਨੂੰ ਐਵਰੀਡੇ ਯੂ ਨੋ ਫੇਸ ਕਰਨੇ ਹੀ ਪੈਂਦੇ ਨੇ, ਤੁਹਾਡੀ ਜਰਨੀ ਦਾ ਪਾਰਟ ਬਣ ਜਾਂਦੇ ਨੇ ਜੋ? ਮੈਨੂੰ ਸ਼ਾਇਦ ਉਸ ਤਰ੍ਹਾਂ ਨਾਲ ਕਰਨਾ ਨਹੀਂ ਪਿਆ ਫੀਲ, ਕਿਉਂਕਿ ਰੀਜ਼ਨ ਬੀਇੰਗ ਉਮੇਸ਼ ਸਰ ਦੇ ਨਾਲ ਹਮੇਸ਼ਾ ਤੋਂ ਜੁੜੇ ਹੋਏ ਆ ਅਤੇ ਮੈਨੂੰ ਉਸ ਚੀਜ਼ 'ਚ ਤਾਂ ਕੁਛ ਨਹੀਂ ਇੱਦਾਂ ਦਾ ਫੀਲ ਹੋਇਆ। ਐਂਡ ਮੈਨੂੰ ਲੱਗਦਾ ਕਿ ਮੇਰੀ ਜਰਨੀ ਜਿਹੜੀ ਉਹ ਹਾਲੇ ਤੱਕ ਤਾਂ ਬਿਲਕੁਲ ਸਮੂਥ ਚੱਲ ਰਹੀ ਹੈ, ਮੈਂ ਉਸ ਚੀਜ਼ ਨਾਲ ਕੁਛ ਨਹੀਂ। ਬਟ ਯੈਸ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਦੀ ਨਾ ਕਦੀ ਇੱਦਾਂ ਫੀਲ ਹੁੰਦਾ ਹੀ ਹੈ ਕਿ ਦਿਸ ਇਜ਼ ਕਾਈਂਡ ਆਫ ਅ ਮੇਲ ਡੋਮੀਨੇਟਿੰਗ ਸੋਸਾਇਟੀ, ਐਂਡ ਫੀਮੇਲ ਨੂੰ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਜ਼ਿਆਦਾ ਪੁਸ਼ ਕਰਨਾ ਹੀ ਪੈਂਦਾ ਜੀ। ਕਿਉਂਕਿ ਬਟ ਇਹ ਹੁਣ ਸਾਡੀ ਇੰਡਸਟਰੀ 'ਚ ਬਹੁਤ ਡਰਾਸਟਿਕ ਚੇਂਜ ਆਇਆ, ਯੂ ਨੋ, ਕਿ ਫੀਮੇਲ ਓਰੀਐਂਟਿਡ ਮੂਵੀਜ਼ ਬਣਨੀਆਂ ਸ਼ੁਰੂ ਹੋਈਆਂ, ਜਿਵੇਂ ਕਿ ਸੋਨਮ ਜੀ ਦੀ ਮੂਵੀ ਆਈ ਹੈ ਤਾਨੀਆ ਜੀ ਦੀ ਉਹ ਗੋਡੇ ਗੋਡੇ ਚਾਹ, ਜਾਂ ਹੋਰ ਵੀ ਫੀਮੇਲ ਓਰੀਐਂਟਿਡ ਮੂਵੀ ਅੜਬ ਮੁਟਿਆਰਾਂ। ਸੋ ਮੈਨੂੰ ਲੱਗਦਾ ਕਿ ਮੈਂ ਬਿਲਕੁਲ ਸਹੀ ਟਾਈਮ 'ਤੇ ਐਂਟਰੀ ਕੀਤੀ ਹੈ ਜਦੋਂ ਯੂ ਨੋ ਫੀਮੇਲ ਓਰੀਐਂਟਿਡ ਮੂਵੀਜ਼ ਬਣਨੀਆਂ ਸ਼ੁਰੂ ਹੋਈਆਂ। ਸੋ ਦਿਸ ਇਜ਼। ਅੱਛਾ, ਕਿਹੜੀ ਵਿਮਨ ਓਰੀਐਂਟਿਡ ਫਿਲਮ ਪਹਿਲਾਂ ਵੇਖੀ ਜਿਹਨੂੰ ਦੇਖ ਕੇ ਲੱਗਿਆ ਕਿ ਵਾਹ ਨਾਇਕਾ ਰਸਤੇ ਖੁੱਲ ਗਏ ਨੇ ਹੁਣ ਤੋਂ ਵੀ ਜਲਦੀ ਇਹੋ ਜਿਹਾ ਕਰੈਕਟਰ ਜਿਹੜਾ ਹੈ ਉਹ ਕਰੇਂਗੀ? ਮੈਂ ਬਹੁਤ ਐਕਚੁਅਲੀ ਮੈਂ ਜਦ ਪਹਿਲੀ ਵਾਰ ਦੇਖੀ ਸੀ ਉਹ ਵਾਲੀ ਅੜਬ ਮੁਟਿਆਰਾਂ ਸੁਰਖੀ ਬਿੰਦੀ, ਹਾਂਜੀ, ਤੇ ਮੈਨੂੰ ਇਹ ਦੋਨੋਂ ਮੂਵੀਜ਼ ਇੰਨੀਆਂ ਵਧੀਆ ਲੱਗੀਆਂ। ਮਤਲਬ ਮੈਂ ਜਿਹੜੇ ਕਰੈਕਟਰਸ ਉਹਨਾਂ ਨੇ, ਸਰਗੁਣ ਮੈਮ ਨੇ, ਸੋਨਮ ਜੀ ਨੇ, ਈਵਨ ਨਿਮਰਤ ਜੀ ਦਾ ਜਿਹੜਾ ਤੀਜਾ ਪੰਜਾਬ ਮੂਵੀ ਹੈ, ਸੋ ਮੈਂ ਜਦੋਂ ਇਹ ਕਰੈਕਟਰਸ ਵੇਖੇ ਮੈਂ ਕਿਹਾ ਯਾਰ ਮੈਂ ਰੋਜ਼ ਰੱਬ ਨੂੰ ਪ੍ਰੇ ਕਰਦੀ ਹਾਂ ਕਿ ਮੈਨੂੰ ਵੀ ਕੋਈ ਇੱਦਾਂ ਦਾ ਕਰੈਕਟਰ ਮਿਲੇ। ਐਂਡ ਸੱਚੀ ਬਹੁਤ ਇੰਸਪਾਇਰਿੰਗ ਲੱਗਿਆ, ਕਿਉਂਕਿ ਮੂਵੀ ਨੂੰ ਨਾ ਪਹਿਲਾਂ ਸ਼ੁਰੂ 'ਚ ਹੀ ਸੋਚਿਆ ਜਾਂਦਾ ਸੀ ਕਿ ਪਿਵਟ ਐਲੀਮੈਂਟ ਜਿਹੜਾ ਹੈ ਨਾ ਉਹ ਮੈਨ ਹੈ। ਯੈਸ। ਸੋ ਬਟ ਹੁਣ ਰਾਈਟ ਨਾਓ ਸੋਚ ਐਸੀ ਹੋ ਗਈ ਕਿ ਨਹੀਂ ਯਾਰ ਹੁਣ ਤਾਂ ਪੰਜਾਬੀ ਇੰਡਸਟਰੀ ਵਿਮਨ ਜ਼ਿਆਦਾ ਯੂ ਨੋ ਵਰਕ ਕਰ ਰਹੀ ਹੈ, ਚਲਾ ਰਹੀ ਹੈ, ਜਿਵੇਂ ਨੀ ਮੈਂ ਸੱਸ ਕੁੱਟਣੀ, ਲਾਈਕ good concepts are coming on the line. Yes. So ਅੱਛਾ, ਮੈਂ ਨਹੀਂ ਆ ਤੁਹਾਨੂੰ ਇਮੈਜਿਨ ਕਰ ਪਾ ਰਹੀ, ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਬੰਦੇ ਨੂੰ ਆਪਣਾ ਪਤਾ ਹੁੰਦਾ, ਤੁਸੀਂ ਜਦੋਂ ਅੜਬ ਮੁਟਿਆਰਾਂ ਦੀ ਗੱਲ ਕੀਤੀ, ਗੁੱਡੀਆਂ ਪਟੋਲੀ ਵਨ ਆਫ ਦਾ, ਸੋ ਕਿੱਦਾਂ ਦਾ ਕਰੈਕਟਰ ਤੁਸੀਂ ਚਾਹੋਗੇ ਕਿ ਉਸ ਫਿਲਮ ਦਾ ਸੀਕੁਅਲ ਬਣੇ, ਜਾਂ ਉਹੋ ਜਿਹਾ ਇੱਕ ਕਨਸੈਪਟ ਜਾਂ ਕਰੈਕਟਰ ਹੋਵੇ ਜੋ ਮੈਂ ਡੈਫੀਨੇਟਲੀ ਕਰਨਾ ਚਾਹਾਂਗੀ? ਇਹਨਾਂ ਮੂਵੀਜ਼ ਵਿੱਚੋਂ ਕਹਿ ਰਹੇ ਹੋ? ਹਾਂ, ਮਤਲਬ ਕੋਈ ਵੀ ਇਹੋ ਜਿਹਾ ਕਰੈਕਟਰ ਸਾਡੇ ਸਿਨੇਮਾ ਦਾ। ਮੈਨੂੰ ਨਾ, ਮੈਂ ਵੈਸੇ ਕਈ ਇੰਟਰਵਿਊਜ਼ 'ਚ ਦੱਸਿਆ ਵੀ ਹੈ, ਮੈਨੂੰ ਨਾ ਗੰਗੂਬਾਈ ਕਾਠੀਆਵਾੜੀ ਜਿਹੜੀ ਆਲਿਆ ਭੱਟ ਦਾ ਸੀ ਨਾ, ਆਈ ਰੀਅਲੀ ਵਾਂਟ ਟੂ ਡੂ ਯੂ ਨੋ ਦੈਟ ਕਾਈਂਡ ਆਫ ਕਰੈਕਟਰ। ਮੈਂ ਚਾਹੁੰਦੀ ਹਾਂ ਕਿ ਜਿਸ 'ਚ ਮੈਨੂੰ ਬਹੁਤ ਚੈਲੰਜਿੰਗ ਰੋਲ ਮਿਲੇ ਔਰ ਮੈਨੂੰ ਬਹੁਤ ਕੁਝ ਸਿੱਖਣ 'ਚ ਮਿਲੇ, ਔਰ ਮਤਲਬ ਕੁਝ ਇੱਦਾਂ ਦਾ ਹੋਏ ਜਿਹਦੇ ਨਾਲ ਸੱਚੀ ਆਪਾਂ ਕੁਝ ਵਿਮਨ ਦੀ ਸੋਸਾਇਟੀ ਵਿੱਚ ਕੀ ਚੀਜ਼ ਹੈ ਉਹਨੂੰ ਅਸਲੀ ਵਿੱਚ ਦਿਖਾ ਸਕੀਏ ਕਿ ਕਿੱਦਾਂ ਵਿਮਨ ਇੱਕ ਸੱਚੀ ਮਿਹਨਤ ਕਰਦੀ ਹੈ, ਯੂ ਨੋ। ਕਿਉਂਕਿ ਅੱਜ ਕੱਲ੍ਹ ਲਈ ਵਿਮਨ ਲਈ ਇਸ ਲਈ ਵੀ ਸਟਰਗਲ ਮੈਨੂੰ ਲੱਗਦਾ ਜ਼ਿਆਦਾ ਹੋ ਗਈ ਹੈ, ਜਾਂ ਕਹਿ ਸਕਦੇ ਹਾਂ ਕਿ ਉਹ ਜ਼ਿਆਦਾ ਹਾਰਡ ਵਰਕਿੰਗ ਉਹਨੂੰ ਇਸ ਲਈ ਹੋਣਾ ਪੈਂਦਾ ਹੈ ਕਿਉਂਕਿ ਇੱਕ ਮਦਰ ਵੀ ਹੈ, ਐਂਡ ਉਹਨੇ ਆਪਣੀ ਘਰ ਦੀ ਰਿਸਪੋਂਸਿਬਿਲਿਟੀਜ਼ ਵੀ ਚਲਾਉਣੀਆਂ ਹੈ, ਉਹਨੇ ਫਿਰ ਆਪਣੇ ਡਰੀਮਸ ਵੀ ਪੂਰੇ ਕਰਨੇ ਹੈ। ਕਿਉਂਕਿ ਅੱਜ ਕੱਲ੍ਹ ਦੀ ਵਿਮਨ ਇੱਦਾਂ ਨਹੀਂ ਸੋਚਦੀ ਕਿ ਨਹੀਂ ਮੈਂ ਸੈਕਰੀਫਾਈਸ ਨਹੀਂ ਯਾਰ, ਸੈਕਰੀਫਾਈਸ ਇਫ ਯੂ ਕੈਨ ਡੂ ਬੋਥ ਥਿੰਗਸ ਟੂਗੇਦਰ। ਸੋ ਇਸ ਲਈ ਮੈਨੂੰ ਲੱਗਦਾ ਕਿ ਵਿਮਨ ਦੀ ਰਿਸਪੋਂਸਿਬਿਲਿਟੀਜ਼ ਔਰ ਇਹ ਸਭ ਬਹੁਤ ਵੱਧ ਚੁੱਕੀ ਹੈ। ਦੈਨ ਡੈਫੀਨੇਟਲੀ ਅਗਰ ਮੈਨੂੰ ਕੁਛ ਇੱਦਾਂ ਦਾ ਰੋਲ ਮਿਲਿਆ ਕਿ ਜਿਹਦੇ ਵਿੱਚ ਮੈਨੂੰ ਇਹ ਸਾਰੇ ਇੱਕ ਦਿਖਾਉਣ ਦਾ ਮੌਕਾ ਮਿਲੇ ਕਿ ਡਰੀਮਸ ਵੀ ਪੂਰੇ ਕਰਨੇ ਹੈ ਐਂਡ ਘਰ ਵੀ ਅੱਛੀ ਤਰ੍ਹਾਂ ਚਲਾਉਣਾ ਹੈ, ਮੈਂ ਡੈਫੀਨੇਟਲੀ ਕਰਨਾ ਚਾਹਾਂਗੀ। ਤੇ ਫਿਰ ਹੁਣ ਬਾਲੀਵੁੱਡ ਪਲੈਨਿੰਗ ਵੀ ਹੈ ਸੁਪਨਿਆਂ ਦੀ? ਸੁਪਨਿਆਂ 'ਚ ਤਾਂ ਸਭ ਕੁਛ ਹੈ। ਐਂਡ ਦੇਖੋ, ਕਿਉਂਕਿ ਮੈਨੂੰ ਇਹ ਲੱਗਦਾ ਕਿ ਸਾਡਾ ਪੰਜਾਬੀ ਸਿਨੇਮਾ ਅਨਡਾਊਟਡਲੀ ਬਹੁਤ ਜ਼ਿਆਦਾ ਗਰੋ ਕਰ ਰਿਹਾ, ਬਹੁਤ ਸੋਹਣੇ ਕਨਸੈਪਟਸ ਹੁਣ ਔਨ ਦਾ ਵੇ ਨੇ ਜੋ ਸਾਨੂੰ ਪ੍ਰਾਊਡ ਫੀਲ ਕਰਵਾਉਣਗੇ, ਤੇ ਕਰਵਾਇਆ ਵੀ ਹੈ। ਬਟ ਸੰਜੇ ਲੀਲਾ ਭੰਸਾਲੀ ਜੀ ਇੱਕ ਸਾਡੀ ਇੰਡਸਟਰੀ 'ਚ ਵੀ ਚਾਹੀਦੇ, ਕਿਉਂਕਿ ਆਲਿਆ ਬਹੁਤ ਨਰਵਸ ਸੀ ਆਪਣੇ ਇਸ ਕਰੈਕਟਰ ਨੂੰ ਲੈ ਕੇ ਨਾ, ਦੇਖਿਆ ਨਾ ਇੰਟਰਵਿਊ, ਐਂਡ ਉਹਨਾਂ ਨੇ ਦੱਸਿਆ ਹੈਟਸ ਆਫ ਹੈ ਕਿ ਕਹਿੰਦੇ ਵੀ ਮੈਂ ਸੰਜੇ ਨੂੰ ਪੁੱਛਿਆ ਵੀ ਕਰ ਪਾਵਾਂਗੇ, ਕਹਿੰਦੇ ਤੂੰ ਹੀ ਕਰੂੰਗੀ, ਤੂੰ ਹੀ ਕਰ ਸਕਦੀ ਹੈ। ਸੋ ਮੈਨੂੰ ਬਹੁਤ ਵਧੀਆ ਲੱਗਦਾ ਜਦ ਕੋਈ ਮੇਲ ਯੂ ਨੋ ਕਿਸੇ ਫੀਮੇਲ ਨੂੰ ਇਹ ਦੱਸਦਾ ਹੈ ਵੀ ਨਹੀਂ ਯੂ ਆਰ ਦਾ ਓਨਲੀ ਵਨ ਹੂ ਕੈਨ ਡੂ ਦਿਸ ਓਨਲੀ ਨਾ, ਤੇ ਉਹ ਤੁਹਾਡਾ ਇੰਨਾ ਜ਼ਿਆਦਾ ਉਸ ਟਾਈਮ 'ਤੇ ਤੁਹਾਡੀ ਜਿਹੜੀ ਪੈਸ਼ਨ ਹੁੰਦਾ ਉਹ ਇੰਨਾ ਜ਼ਿਆਦਾ ਹਾਈਪ ਕ੍ਰੀਏਟ ਕਰ ਲੈਂਦਾ, ਔਰ ਐਂਡ ਸ਼ੀ ਡਿਡ ਵੈਲ। ਓਕੇ, ਸੋ ਦੈਟਸ ਗੁੱਡ।
ਲਾਈਫ ਤੁਹਾਡੀ ਫ੍ਰੀ ਹੈ? ਆਈ ਮੀਨ ਮੈਂ ਸੁਣਿਆ ਕਿ ਜਦੋਂ ਤੁਸੀਂ ਆਰਟਿਸਟ ਬਣ ਜਾਂਦੇ ਹੋ ਤੁਹਾਡੀ ਫ੍ਰੀ ਸ਼ਾਪਿੰਗ ਜੋ ਹੁੰਦੀ ਹੈ, ਫ੍ਰੀਲੀ ਘੁੰਮਣਾ ਐਂਡ ਸਟਰੀਟ ਫੂਡ ਖਾਣਾ ਐਂਡ ਆਲ ਆਫ ਥੀਸ ਥਿੰਗਸ ਸੋ ਮਿਸ ਹੋ ਜਾਂਦੀਆਂ ਸਮਟਾਈਮਸ, ਤੁਹਾਨੂੰ ਪ੍ਰਾਈਵੇਟ ਲਾਈਫ ਤੁਹਾਡੀ ਬਹੁਤ ਸੰਭਾਲ ਕੇ ਰੱਖਣੀ ਪੈਂਦੀ ਹੈ। ਤੁਹਾਡੇ ਨਾਲ ਕਿਵੇਂ ਹੈ? ਯਾ ਡੈਫੀਨੇਟਲੀ ਮੈਂ ਬਿਲਕੁਲ ਇਸ ਚੀਜ਼ ਤੋਂ ਰਿਲੇਟ ਕਰ ਸਕਦੀ ਹਾਂ, ਕਿਉਂਕਿ ਮੇਰੀ ਵੀ ਇੱਦਾਂ ਦੀ ਹੈ, ਮੈਨੂੰ ਕਿਤੇ ਜਾਣਾ ਐਸ ਸੱਚ ਅਲਾਉਡ ਹੀ ਨਹੀਂ ਹੈਗਾ। ਕਿਤੇ ਜਾਣਾ ਵੀ ਹੁੰਦਾ ਤਾਂ ਮਾਸਕ ਵਗੈਰਾ ਪਾ ਕੇ, ਜਾਂ ਮੈਂ ਆਪਣੀ ਸਿਸਟਰ ਨਾਲ ਕਈ ਵਾਰ ਲੇਟ ਨਾਈਟ ਮੂਵੀਜ਼ ਦੇਖਣਾ ਜਾਂ ਇੱਦਾਂ ਹੀ ਕਰ ਸਕਦੀ ਹਾਂ, ਆਪਣੀ ਫੈਮਿਲੀ ਨਾਲ ਕਿਤੇ ਜਾ ਸਕਦੀ ਹਾਂ, ਅਦਰਵਾਈਜ਼ ਮੈਂ ਕਿਤੇ ਐਸ ਸੱਚ ਮੈਨੂੰ ਅਲਾਉਡ ਹੀ ਨਹੀਂ ਹੈਗਾ ਜਾਣਾ। ਓਕੇ ਨਾਇਕਾ, ਮੈਨੂੰ ਇੱਕ ਗੱਲ ਦੱਸੋ, ਜਦੋਂ ਮੋਰ ਫਿਲਮ ਰਿਲੀਜ਼ ਹੋਈ ਹੈ ਨਾ ਤਾਂ ਲੋਕਾਂ ਹੀ ਬਹੁਤ ਜ਼ਿਆਦਾ ਆਪਾਂ ਥੀਏਟਰਸ ਦੇ ਵਿੱਚ ਵੇਖਿਆ ਹੈ ਨਾ ਕਿ ਬਹੁਤ ਅੱਛਾ ਕਰੇਜ਼ ਵੇਖਿਆ ਗਿਆ ਐਂਡ ਤੁਸੀਂ ਮੂਵੀ ਲਵਰ ਹੋ ਵੈਸੇ, ਤੁਸੀਂ ਖੁਦ ਦੇਖਣ ਜਾਂਦੇ ਰਹੇ ਹੋ ਸਿਨੇਮਾਸ ਦੇ ਵਿੱਚ ਫਿਲਮਾਂ? ਮੈਂ ਬਹੁਤ ਮੂਵੀ ਲਵਰ ਹਾਂ। ਮੈਂ ਨਾ ਆਪਣੀ ਸਿਸਟਰ ਨਾਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਜਦ ਮਤਲਬ ਮੈਂ ਸ਼ੁਰੂ ਜਦ ਮੈਂ ਸੋਚਣਾ ਸ਼ੁਰੂ ਕੀਤਾ ਜਾਂ ਸਰ ਨੇ ਮੈਨੂੰ ਕਿਹਾ ਕਿ ਤੂੰ ਐਕਟਿੰਗ ਵੀ ਕਰ ਸਕਦੀ ਹਾਂ, ਤਾਂ ਮੇਰੀ ਮੂਵੀਜ਼ ਨੂੰ ਦੇਖਣ ਦਾ ਤਰੀਕਾ ਹੀ ਚੇਂਜ ਹੋ ਗਿਆ। ਹਰ ਪਾਸੇ ਫਿਰ ਐਵੇਂ ਲੱਗਦਾ ਸੀ ਕਿ ਅੱਛਾ ਇੱਥੇ ਕੈਮਰਾ ਲੱਗਾ ਹੋਏਗਾ, ਇਹ ਕਿੱਦਾਂ ਐਕਟ ਕਰ ਰਹੇ ਆ। ਸੋ ਹਰ ਵਕਤ ਮੂਵੀ ਨੂੰ ਦੇਖਣ ਦਾ ਤਰੀਕਾ, ਤੇ ਮੈਂ ਆਪਣੀ ਸਿਸਟਰ ਨੂੰ ਨਾ ਡਿਸਕਸ ਕਰਦੀ ਹੁੰਦੀ ਸੀ ਕਿ ਯਾਰ ਕਿਸੇ ਦਿਨ ਨਾ ਮੈਂ ਵੀ ਇੰਨੇ ਵੱਡੇ ਪਰਦੇ 'ਤੇ ਹੋਵਾਂਗੀ ਐਂਡ ਮੈਨੂੰ ਵੀ ਲੋਕ ਇੱਦਾਂ ਦੇਖਣ ਜਾਣਗੇ। ਐਂਡ ਤੁਸੀਂ ਮੰਨੋਗੇ ਨਹੀਂ, ਮੇਰੇ ਪ੍ਰੀਮੀਅਰ ਵਾਲੇ ਦਿਨ ਜਦ ਮੈਂ ਮੇਰੀ ਸਿਸਟਰ ਅੱਗੇ ਰੋਅ 'ਚ ਬੈਠੀ ਸੀ, ਮੈਂ ਪਿੱਛੇ ਸੀ, ਤੇ ਜਦ ਮੈਂ ਨਿਕਲੀ ਸਭ ਤੋਂ ਪਹਿਲੇ ਮੈਂ ਉਹਨੂੰ ਲੁੱਕ ਦਿੱਤੀ ਐਂਡ ਸ਼ੀ ਲੁੱਕ ਟੂਵਰਡਸ ਮੀ ਐਂਡ ਮੈਨੂੰ ਸਾਡੇ ਦੋਨਾਂ ਦੀ ਅੱਖਾਂ 'ਚ ਪਾਣੀ ਸੀ। ਬਿਕਾਜ਼ ਕਿਉਂਕਿ ਆਪਾਂ ਯਾਰ ਸੁਪਨੇ ਦੇਖ ਲੈਂਦੇ ਹਾਂ, ਪਰ ਜਦ ਸਾਡੇ ਸੁਪਨੇ ਪੂਰੇ ਹੁੰਦੇ ਆ ਨਾ, ਦੈਨ ਮੈਨੂੰ ਲੱਗਦਾ ਕਿ ਉਸ ਟਾਈਮ 'ਤੇ ਸਿਰਫ ਸਾਡੇ ਮਨ 'ਚ ਥੈਂਕਫੁਲਨੈਸ ਹੁੰਦੀ ਹੈ ਐਂਡ ਹੋਰ ਕੁਛ ਵੀ ਥੋਟ ਨਹੀਂ ਹੁੰਦਾ। ਸੱਚੀ ਕੁਛ ਵੀ ਨਹੀਂ ਹੁੰਦਾ ਕਿ ਆਪਾਂ ਕੀ ਅਚੀਵ, ਨਹੀਂ ਇੱਦਾਂ ਦਾ ਕੁਛ ਨਹੀਂ। ਬਸ ਇਹ ਹੁੰਦਾ ਕਿ ਯਾਰ ਪਤਾ ਨਹੀਂ, ਮੈਨੂੰ ਨਹੀਂ ਪਤਾ ਕਿ ਮੈਂ ਡਿਜ਼ਰਵ ਕਰਦੀ ਵੀ ਸੀ ਜੋ ਮੈਨੂੰ ਮਿਲਿਆ। ਸੋ ਯੈਸ, ਮੈਂ ਜਦ ਸੋਚਿਆ ਸ਼ੁਰੂ ਕੀਤਾ ਕਿ ਮੈਂ ਐਕਟਰ ਬਣਨਾ, ਤਾਂ ਮੈਂ ਮਤਲਬ ਮੈਂ ਹਰ ਦਿਨ ਹੁਣ ਮੌੜ ਤੋਂ ਬਾਅਦ ਵੀ ਮੈਂ ਜਦੋਂ ਹੁਣ ਕਦੀ ਮੂਵੀ ਦੇਖਣ ਜਾਂਦੀ ਹਾਂ ਤਾਂ ਵੀ ਮੈਂ ਇਹ ਸੋਚਦੀ ਹਾਂ ਕੋਈ ਬਾਲੀਵੁੱਡ ਮੂਵੀ ਜਾਂ ਕੁਛ, ਕਿ ਯਾਰ ਮਤਲਬ ਫਿਰ ਤਾਂ ਮੇਰੀ ਕੋਈ ਇੱਦਾਂ ਦਾ ਕੁਛ ਆਏਗਾ, ਮੈਂ ਇੱਦਾਂ ਦਾ ਕੁਛ ਦੇਖਾਂਗੀ। ਤਾਂ ਉਹ ਸੁਪਨੇ ਹਲੇ ਵੀ ਉੱਦਾਂ ਹੀ ਹੈਗੇ ਆ, ਲਾਈਕ ਫਰੋਮ ਦ ਜ਼ੀਰੋ ਸਕ੍ਰੈਚ ਮੈਂ ਉਹੀ ਫਿਰ ਤੋਂ ਦੁਬਾਰਾ ਦੇਖਦੀ ਹਾਂ। ਮੈਨੂੰ ਲੱਗਦਾ ਸੁਪਨੇ ਵੈਸੇ ਵੀ ਇਨੋਸੈਂਸ ਦੇ ਨਾਲ ਹੀ ਤੁਰਨੇ ਚਾਹੀਦੇ, ਸੋ ਤੁਸੀਂ ਜ਼ਿਆਦਾ ਖੁਸ਼ ਰਹਿੰਦੇ ਹੋ, ਹੈ ਨਾ। ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਿਆ ਹੈ ਨਾ, ਅਤੇ ਪਹਿਲੇ ਤੁਸੀਂ ਜਦੋਂ ਦੇਖਦੇ ਸੀ, ਫਿਲਮਾਂ ਦੇਖਦੇ ਸੀ ਜਾਂ ਤੁਸੀਂ ਕਿਸੇ ਨੂੰ, ਕੀ ਤੁਸੀਂ ਕਿਸੇ ਨੂੰ ਅਡੋਰ ਕਰਦੇ ਸੀ, ਕਿਸੇ ਨਾਲ ਇਮੈਜਿਨ ਕਰਦੇ ਸੀ ਖੁਦ ਨੂੰ ਕਿ ਹਾਂ ਇਹ ਮੈਂ ਹੀ ਹਾਂ, ਜਾਂ ਉਸ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਸੀ ਮੇਰੇ ਨਾਲ ਬਹੁਤ ਹੁੰਦਾ ਸੀ ਆਈ ਐਮ ਵੈਰੀ ਫਿਲਮੀ, ਵੈਰੀ ਫਿਲਮੀ? ਮੈਂ ਦੀਪਿਕਾ ਪਾਦੂਕੋਣ, ਮੈਂ ਬਹੁਤ ਅਡੋਰ ਕਰਦੀ ਹਾਂ ਉਹਨਾਂ ਨੂੰ। ਮੈਨੂੰ ਲੱਗਦਾ ਕਿ ਮੈਂ ਸ਼ਾਇਦ ਉਹ ਕਿਤੇ ਪਰਫਾਰਮ ਕਰਨ, ਮੈਂ ਇਹ ਦੇਖ ਰਹੀ ਹੁੰਦੀ ਅੱਛਾ ਮੈਂ ਵੀ ਇੱਦਾਂ ਕੁਛ ਕਰਨਾ ਹੈ। ਹਾਂ, ਇਹ ਬਹੁਤ ਜ਼ਰੂਰੀ ਹੈ। ਔਰ ਮੈਨੂੰ ਵੈਸੇ ਵੀ ਲੱਗਦਾ ਜੋ ਅਸੀਂ ਸੋਚਦੇ ਹਾਂ, ਮੈਂ ਬਹੁਤ ਬਿਲੀਵ ਕਰਦੀ ਹਾਂ ਲਾਅ ਆਫ ਅਟਰੈਕਸ਼ਨ, ਔਰ ਡੈਫੀਨੇਟਲੀ ਹੁੰਦਾ ਹੈ ਨਾ। ਸੋ ਅੱਛੀ ਗੱਲ ਯਾਰ। ਮੈਨੂੰ ਇੱਕ ਗੱਲ ਦੱਸੋ, ਜਦੋਂ ਅਸੀਂ ਛੋਟੀ ਹੁੰਦੀਆਂ ਤਾਂ ਸਾਨੂੰ ਕੁੜੀਆਂ ਨੂੰ ਬਹੁਤ ਹੁੰਦਾ ਨਾ ਸ਼ੀਸ਼ੇ ਅੱਗੇ ਖੜੇ ਹੋ ਕੇ ਮੇਕਅਪ ਮੰਮਾ ਦਾ ਐਂਡ ਸਾੜੀ ਬਣਨੀ ਹੈ, ਅਤੇ ਜਦੋਂ ਫਿਲਮਾਂ ਦੀ ਗੱਲ ਆਉਂਦੀ ਹੈ, ਪਹਿਲੇ ਤਾਂ ਪੰਜਾਬੀ ਫਿਲਮਾਂ 'ਚ ਇਹ ਚੀਜ਼ ਅਸੀਂ ਦੇਖੀ ਵੀ ਹੈਗੀ ਹੈ ਸਿਨੇਮਾ ਦੇ ਵਿੱਚ, ਕਿ ਕੁੜੀਆਂ ਨੂੰ ਇੱਕ ਕਰੈਕਟਰ ਬੇਸ ਨਹੀਂ ਮਿਲਦਾ ਹੈਗਾ, ਉਹਨਾਂ ਨੂੰ ਜਸਟ ਗਾਣੇ ਜਾਂ ਆਪਾਂ ਪਹਿਲੇ ਕਹਿੰਦੇ ਹੁੰਦੇ ਵੀ ਸ਼ੋ ਪੀਸ ਵਾਂਗੂ ਚਾਹੀਦੀਆਂ ਹੁੰਦੀਆਂ। ਬਟ ਹੁਣ ਸਿਨੈਰੀਓ ਟੋਟਲੀ ਚੇਂਜਡ ਹੈ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਮੌੜ ਵਰਗੀ ਇੱਕ ਪੀਰੀਓਡਿਕ ਫਿਲਮ ਕਰ ਰਹੇ ਹੋ, ਜਿਹਦੇ ਵਿੱਚ ਤੁਹਾਡੇ ਆਈਬਰੋਜ਼ ਹੀ ਥੋੜ੍ਹੇ ਮੈਸੀ ਰੱਖਣੇ ਨੇ, ਤੁਹਾਡਾ ਮੇਕਅਪ ਬਿਲਕੁਲ ਰॉ ਚਾਹੀਦਾ ਹੈ, ਤੁਹਾਡੇ ਕਾਸਟਿਊਮਸ ਪ੍ਰੋਪਰ ਉਸ ਏਰਾ ਦੇ ਚਾਹੀਦੇ, ਮਾਈਂਡ 'ਚ 2% ਵੀ ਇਕੱਲੇ ਬਹਿ ਕੇ ਗੱਲ ਨਹੀਂ ਕੀਤੀ ਯਾਰ ਮੈਨੂੰ ਕੋਈ ਇਹੋ ਜਿਹੀ ਫਿਲਮ ਮਿਲ ਜਾਂਦੀ ਜਿਹਦੇ ਵਿੱਚ ਮੇਰਾ ਗਲੈਮਰ ਵੀ ਕੱਢ ਕੇ ਨਿਕਲ ਕੇ ਆਉਂਦਾ, ਸੋ ਵਧੀਆ ਲੱਗਦਾ। ਪਹਿਲੇ ਅੱਖਾਂ ਦਿਖਾਉਂਦੇ, ਫਿਰ ਸਮਾਈਲ ਦਿਖਾਉਂਦੇ, ਹੈ ਨਾ, ਫਿਰ ਇੱਦਾਂ ਆਇਆ ਮਾਈਂਡ 'ਚ ਇੱਕ ਵਾਰੀ? ਹਾਂ, ਮਤਲਬ ਮੈਂ ਸੋਚਿਆ ਹੋਇਆ ਸੀ ਕਿ ਜੇ ਡੈਬਿਊ ਹੋਏਗਾ ਬੜਾ ਗਲੈਮਰਸ ਹੋਏਗਾ, ਯੂਜੂਅਲੀ ਸਾਡੀ ਕੁੜੀਆਂ ਦਾ ਹੈ। ਬਟ ਫਿਰ ਜਦ ਮੈਨੂੰ ਓਪਰਚੁਨਿਟੀ ਵਾਲੀ ਮਿਲੀ ਐਂਡ ਮੈਂ ਆਡੀਸ਼ਨ ਦਿੱਤਾ, ਜਾਂ ਜਦ ਮੈਂ ਫਸਟ ਟਾਈਮ ਉੱਥੇ ਜਦ ਸਕਰੀਨ ਟੈਸਟ ਲਈ ਗਈ ਨਾ, ਤਾਂ ਮੈਨੂੰ ਐਕਚੁਅਲੀ ਸ਼ੌਕ ਲੱਗਾ ਸੀ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੇਕਅਪ ਰਿਮੂਵ ਕਰਕੇ ਆ ਜਾਓ, ਤਾਂ ਮੈਨੂੰ ਲੱਗਾ ਕਿ ਯਾਰ ਕੀ ਹੋ ਰਿਹਾ ਹੈ। ਬਟ ਜਦ ਮੈਨੂੰ ਪਤਾ ਲੱਗਾ ਕਿ ਕਿੰਨੇ ਵੱਡੇ ਸੈਲੀਬ੍ਰਿਟੀਜ਼ ਦੇ ਵਿੱਚ ਹੈਗੇ ਆ, ਰਿਦਮ ਬॉयਜ਼ ਬਹੁਤ ਵੱਡਾ ਪ੍ਰੋਡਕਸ਼ਨ ਹਾਊਸ ਹੈ, ਸੋ ਫਿਰ ਐਕਚੁਅਲੀ ਪਤਾ ਕੀ ਹੈ ਨਾ, ਸਾਡੀ ਨਾ ਸਕਰੀਨ ਦੇ ਉੱਤੇ ਅਗਰ 1 ਸੈਕਿੰਡ ਦੀ ਵੀ ਫੁਟੇਜ ਆ ਜਾਏ ਨਾ, ਉਹਦੇ ਲਈ ਵੀ ਮੈਨੂੰ ਲੱਗਦਾ ਆਪਾਂ ਕੁਛ ਵੀ ਕਰ ਸਕਦੇ ਹਾਂ, ਚਾਹੇ ਮੇਕਅਪ ਉਤਾਰ ਕੇ ਕਰ ਲਓ, ਚਾਹੇ ਬਹੁਤ ਗੰਦਾ ਜਾਂ ਕੁਛ ਸਾਨੂੰ ਬਣਾ ਕੇ ਰੋਲ ਮਿਲ ਜੇ ਤਾਂ ਵੀ। ਅਤੇ ਉਹ ਮੇਰੀ ਥਿੰਕਿੰਗ ਤਾਂ ਚੇਂਜ ਹੋਈ, ਪਹਿਲੇ ਮੈਂ ਵੀ ਸੋਚਦੀ ਸੀ ਬੜੀ ਗਲੈਮਰਾਈਜ਼ ਜਿਵੇਂ ਹੋਏ, ਸੋ ਹੁਣ ਮੈਂ ਨਹੀਂ ਇੱਦਾਂ ਹੁੰਦਾ ਕਿ। ਬਟ ਤੁਹਾਡਾ ਅਚੀਵਮੈਂਟ ਪਤਾ ਕੀ ਹੈ, ਤੁਹਾਡੇ ਡੈਬਿਊ ਤੋਂ ਤੁਹਾਡਾ ਅਚੀਵਮੈਂਟ ਇਹ ਹੈ ਕਿ ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ, ਕਰੈਕਟਰ ਵੇਖਦੇ ਹਾਂ, ਅਤੇ ਅਸੀਂ ਕਹਿੰਦੇ ਹਾਂ ਵੀ ਇਹ ਦੀਪਿਕਾ ਹੈ, ਇਹ ਸੋਨਮ ਹੈ, ਇਹ ਸਰਗੁਣ ਹੈ, ਬਟ ਤੁਹਾਡਾ ਨਾਮ ਜਦੋਂ ਆਏਗਾ, ਪ੍ਰਸੰਨੀ ਦਾ ਕਰੈਕਟਰ ਇੰਨਾ ਮਤਲਬ ਲੋਕਾਂ ਦੇ ਲਈ ਇੱਕ ਯੂਨੀਕਨੈਸ ਲੈ ਕੇ ਆਇਆ ਕਿ ਪ੍ਰਸੰਨੀ ਹੀ ਕਿਹਾ ਜਾਏਗਾ ਤੁਹਾਨੂੰ। ਸੋ ਮੈਨੂੰ ਲੱਗਦਾ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਕਿ ਜਦੋਂ ਤੁਸੀਂ ਕਰੈਕਟਰ ਤੋਂ ਐਸਟੈਬਲਿਸ਼ ਹੁੰਦੇ ਹੋ, ਸੋ ਬਹੁਤ ਅੱਛੀ ਗੱਲ ਹੈ। ਗਾਣਿਆਂ ਦੀ ਜੇਕਰ ਹੁਣ ਗੱਲ ਕਰੀਏ, ਪਹਿਲੇ ਤਾਂ ਮੈਨੂੰ ਤੁਹਾਡੀ ਸਟਾਈਲਿੰਗ ਬਹੁਤ ਅੱਛੀ ਲੱਗੀ,
ਹਾਂ ਸੀਰੀਅਸਲੀ ਜਦੋਂ ਤੁਸੀਂ ਐਂਟਰ ਕੀਤੇ ਮੈਂ ਤਾਂ ਤੁਹਾਡੇ ਬੈਂਸ ਦੇਖਣ ਲੱਗੀ, ਮੈਂ ਕਿਹਾ ਇਹ ਇੰਨੀ ਜਲਦੀ ਵੱਡੇ ਕਿੱਦਾਂ ਹੋ ਗਏ। ਨਹੀਂ ਉਹ ਐਕਚੁਅਲੀ ਐਕਸਟੈਂਸ਼ਨ ਸੀ। ਓਕੇ ਟੈਲ ਮੀ ਅਬਾਊਟ ਦਾ ਲੁੱਕਸ, ਤੁਸੀਂ ਕਿੱਦਾਂ ਡਿਸਾਈਡ ਕਰਦੇ ਹੋ ਆਪਦੀਆਂ ਲੁੱਕਸ ਗਾਣੇ ਵਗੈਰਾ ਦੇ ਵਿੱਚ? ਇਹ ਜਿਹੜਾ ਗਾਣਾ ਹੈ ਨਾ ਮਿਰਰ ਜਿਹੜਾ ਹੁਣੇ ਆਇਆ, ਇਹ ਥੋੜਾ ਨਾ ਟੀਨਸ ਦੇ ਉਹਦੇ ਵਿੱਚ ਹੈ, ਤੇ ਸਰ ਔਰ ਮੈਂ ਬੈਠ ਕੇ ਉਹੀ ਸਭ ਲੁੱਕਸ ਦੇਖ ਰਹੇ ਸੀ, ਕੁਝ ਪਿੰਟਰਸਟ ਤੇ ਜਾਂ ਕੁਝ ਇਦਾਂ ਦਾ ਕਿ ਕੀ ਲੁੱਕ ਨਿਕਾਲੀਏ ਕੱਢੀਏ ਜੋ ਵੀ ਹੈ। ਤੇ ਫਿਰ ਸਰ ਔਰ ਮੈਂ ਇਹ ਕੀਤਾ ਕਿ ਥੋੜਾ ਅਗਰ ਸਾਨੂੰ ਕੁਝ, ਤੇ ਆਪਾਂ ਉਹੀ ਸੋਚਿਆ ਕਿ ਬੈਂਗਸ ਰੱਖਾਂਗੇ, ਸੋ ਫਿਰ ਕੁਝ ਫੋਟੋਜ਼ ਕੱਢੀਆਂ ਤੇ ਬਸ ਇਦਾਂ ਆਈ ਉਹ ਲੁੱਕ ਧਿਆਨ ਵਿੱਚ। ਓਕੇ ਸੋ ਖੁਦ ਨੂੰ ਅੱਛੀ ਲੱਗੀ? ਬਹੁਤ ਅੱਛੀ, ਮੈਨੂੰ ਅੱਛਾ ਲੱਗਿਆ, ਕੁਝ ਡਿਫਰੈਂਟ ਹੋਇਆ ਉਹਦੇ ਵਿੱਚ। ਹਾਂਜੀ ਹਾਂ, ਤੇ ਤੁਹਾਡਾ ਗਾਣਾ ਵੀ ਬਹੁਤ ਅੱਛਾ ਚੱਲ ਰਿਹਾ ਹੈ, ਰੀਲਸ ਬਹੁਤ ਘੈਂਟ ਹੋ ਰਹੀਆਂ ਨੇ। ਕਿੰਨਾ ਮਿਰਰ ਨਾਲ ਕਿੰਨਾ ਪਿਆਰ ਹੈ ਤੁਹਾਨੂੰ? ਹੁਣ ਤਾਂ ਬਹੁਤ ਜ਼ਿਆਦਾ ਹੈ। ਬੀਇੰਗ ਐਨ ਐਕਟਰ ਹੁਣ ਬਹੁਤ ਜ਼ਿਆਦਾ, ਬੀਇੰਗ ਅ ਸਿੰਗਰ ਵੀ ਮੈਨੂੰ ਲੱਗਦਾ ਕਿ ਮਿਰਰ ਨਾ ਸਾਡਾ ਸੱਚਾ ਦੋਸਤ ਹੈ। ਜੋ ਆਪਾਂ ਕਰਦੇ ਆ ਜਾਂ ਜਿੱਦਾਂ ਦੇ ਐਕਸਪ੍ਰੈਸ਼ਨ ਦਿੰਦੇ ਆ, ਉਹ ਮਿਰਰ ਤੋਂ ਵਧੀਆ ਕੋਈ ਐਕਚੁਅਲੀ ਥਰਡ ਪਰਸਨ ਵੀ ਨਹੀਂ ਦੱਸ ਸਕਦਾ, ਕਿਉਂਕਿ ਆਪਣੇ ਆਪ ਨੂੰ ਦੇਖ ਕੇ ਬੰਦਾ ਜਜਮੈਂਟ ਜਿੰਨੀ ਅੱਛੀ ਪਾਸ ਕਰ ਸਕਦਾ। ਤੇ ਬਸ ਹੁਣ ਮਿਰਰ ਦੇ ਅੱਗੇ ਮੇਰੀ ਉਹੀ ਫੁੱਲ ਔਨ ਡਾਇਲੌਗ ਪ੍ਰੈਕਟਿਸ ਚੱਲਦੀ ਰਹਿੰਦੀ ਹੈ। ਕਦੀ ਯਾਰ ਮੈਂ ਨਾ ਬੜਾ ਨੋਟਿਸ ਕਰਦੀ ਹਾਂ, ਕਈ ਨਾ ਜਿੱਦਾਂ ਬਚਪਨ ਤੋਂ ਹੀ ਲਾ ਲਓ ਹੈ ਨਾ, ਕਈ ਗੱਲ ਕਰਨਗੇ ਨਾ ਸ਼ੀਸ਼ਾ ਵੇਖੀ ਜਾਣਗੇ ਸਾਡੇ ਐਕਸਪ੍ਰੈਸ਼ਨਸ ਕਿੱਦਾਂ ਦੇ ਆ ਰਹੇ ਨੇ। ਮੈਂ ਰੋਣ ਵੇਲੇ ਜ਼ਰੂਰ ਦੇਖਦੀ ਹੁੰਦੀ। ਮੈਂ ਵੀ ਜਦ ਕਦੀ ਰੋ ਰਹੀ ਹੁੰਦੀ ਆ, ਆਈ ਜਸਟ ਸਵਿਚ ਔਨ ਮਾਈ ਕੈਮਰਾ ਐਂਡ ਫਿਰ ਰੋਣਾ ਵੀ ਬੰਦ ਹੋ ਜਾਂਦਾ ਹੈ। ਰਾਈਟ, ਮੈਂ ਜ਼ਰੂਰ ਦੇਖਦੀ ਹਾਂ ਕਿ ਮੈਂ ਕਿੱਦਾਂ ਦੀ ਲੱਗ ਰਹੀ ਹਾਂ, ਮੈਂ ਕਿੱਦਾਂ ਮੂੰਹ ਬਣਾ ਕੇ ਰੋਂਗੀ ਤੇ ਮੈਂ ਸੋਹਣੀ ਲੱਗਾਂਗੀ। ਜੇ ਕੱਲ ਨੂੰ ਮੈਨੂੰ 4 ਬੰਦਿਆਂ 'ਚ ਰੋਣਾ ਪੈ ਗਿਆ ਤੇ ਮੇਰੇ ਫੇਸ ਐਕਸਪ੍ਰੈਸ਼ਨ, ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ। ਸੋ ਹੁਣ ਵੀ ਇਹ ਚੀਜ਼ਾਂ ਚੱਲਦੀ। ਤੁਸੀਂ ਸ਼ੀਸ਼ੇ ਨਾਲ ਗੱਲਾਂ ਕਰਦੇ ਹੋ ਜਦੋਂ ਤੁਸੀਂ ਬਹੁਤ ਅਪਸੈਟ ਜਾਂ ਬਹੁਤ ਐਕਸਾਈਟਿਡ ਹੁੰਦੇ ਹੋ, ਜਦੋਂ ਤੁਸੀਂ ਇਕੱਲੇ ਹੁੰਦੇ ਹੋ? ਯੈਸ, ਮੈਂ ਜਿਵੇਂ ਹੁਣ ਤੁਸੀਂ ਥੋੜੀ ਦੇਰ ਪਹਿਲੇ ਲਾਅ ਆਫ ਅਟਰੈਕਸ਼ਨ ਦੀ ਗੱਲ ਵੀ ਕੀਤੀ ਨਾ, ਸੋ ਮੈਨੀਫੈਸਟੇਸ਼ਨ ਦਾ ਸਭ ਤੋਂ ਵੱਡਾ ਰੂਲ ਹੀ ਇਹੀ ਹੈ ਕਿ ਤੁਸੀਂ ਮਿਰਰ ਨਾਲ ਜ਼ਰੂਰ ਗੱਲ ਕਰੋ ਕਿ ਆਈ ਐਮ ਦਿਸ, ਆਈ ਐਮ ਕੌਨਫੀਡੈਂਟ ਔਰ ਆਈ ਐਮ ਪੀਸਫੁਲ। ਤੇ ਜਦ ਤੁਸੀਂ ਮਿਰਰ ਦੇ ਅੱਗੇ ਜਾ ਕੇ ਸਭ ਗੱਲਾਂ ਕਰਦੇ ਹੋ, ਮੈਨੂੰ ਲੱਗਦਾ ਨੈਕਸਟ ਡੇ ਤੁਹਾਡਾ ਬਹੁਤ ਵਧੀਆ ਹੋ ਜਾਂਦਾ ਹੈ। ਐਂਡ ਮੇਰੇ ਨਾਲ ਇੱਕ ਹੁਣ ਅੱਜ ਕੱਲ੍ਹ ਤਾਂ ਮੈਨੂੰ ਪਤਾ ਨਹੀਂ 3-4 ਸਾਲ ਤੋਂ ਇੱਦਾਂ ਹੋਣਾ ਸ਼ੁਰੂ ਹੋ ਗਿਆ ਕਿ ਮੈਂ ਰਾਤੀ ਨਾ, ਕਈ ਵਾਰ ਮੈਨੂੰ ਨੀਂਦ ਨਹੀਂ ਆ ਰਹੀ ਨਾ, ਮੈਂ ਬਸ ਸ਼ੀਸ਼ੇ ਸਾਹਮਣੇ ਜਾ ਕੇ ਨਾ ਕੋਈ ਵੀ ਇੱਕ ਡਾਇਲੋਗ ਕੱਢ ਲਾਂਗੀ ਐਂਡ ਮੈਂ ਉਹਨੂੰ ਬੋਲਣਾ ਸ਼ੁਰੂ ਹੋ ਜਾਵਾਂਗੀ। ਮਤਲਬ ਕਦੀ ਕਦੀ ਮੈਨੂੰ ਖੁਦ ਤੇ ਵੀ ਹੋ ਜਾਂਦਾ ਕਿ ਤੂੰ ਠੀਕ ਹੈ, ਮੈਨੂੰ ਕਦੀ ਕਦੀ ਐਵੇਂ ਲੱਗਦਾ ਕਿ ਮੈਂ ਕੀ ਕਰ ਰਹੀ ਹਾਂ, ਬਟ ਯਾਰ ਇਹ ਹੈਬਿਟ ਹੋ ਗਈ ਹੈ ਕਦੀ ਕਦੀ, ਮਤਲਬ ਮੇਰੇ ਨਾਲ ਏਦਾਂ ਹੁੰਦਾ। ਬਟ ਆਈ ਪਰਸਨਲੀ ਫੀਲ ਕਿ ਬਹੁਤ ਅੱਛੀ ਹੈਬਿਟ ਹੈ। ਤੁਸੀਂ ਦੂਜਿਆਂ ਨੂੰ ਸੁਣਾ ਕੇ ਹਰ ਟਾਈਮ ਆਪਣਾ ਫੀਲ ਨਹੀਂ ਡਿਲੀਵਰ ਕਰ ਪਾਉਂਦੇ, ਸੋ ਸ਼ੀਸ਼ੇ ਲਈ ਸਹੀ ਹੈ ਜੋ ਖੁਦ ਸੋਚ ਰਹੇ ਹੋ ਸਾਹਮਣੇ ਦੇਖ ਰਹੇ ਹਾਂ, ਸੋ ਦੈਟਸ ਗੁੱਡ। ਸੋ ਹੁਣ ਮਿਰਰ ਦੀ ਇੰਨੀ ਗੱਲਬਾਤ ਹੋ ਰਹੀ ਹੈ, ਸੁਣਾ ਵੀ ਦਿਓ। ਓਕੇ। ਮਿਰਰ ਦੇ ਅੱਗੇ ਹੋਵਾਂ ਬਿਨਾਂ ਗੱਲੋਂ ਤਿਆਰ ਵੇ, ਟੀਨੇਜ ਹੋਇਆ ਮੈਨੂੰ ਨਵਾਂ ਨਵਾਂ ਪਿਆਰ ਵੇ, ਮੇਰਾ ਵਸ ਚੱਲੇ ਤੈਨੂੰ ਲੈ ਕੇ ਕਿਤੇ ਉੱਡ ਜਾ, ਦੁਨੀਆ ਤੋਂ ਦੂਰ ਚੰਨਾ ਅੰਬਰਾਂ ਤੋਂ ਬਾਹਰ, ਰੱਖਾਂ ਓਪਨ ਮੈਂ ਵਿੰਡੋ ਚੰਨਾ ਬਾਹਰ ਦੀ, ਵੇਟ ਕਰਦੀ ਆ ਤੇਰੀ ਕਾਲੀ ਕਾਰ ਦੀ, ਗੱਲ ਕੁੜਿਓ ਨੇ ਮੇਰੇ ਦਿਲਦਾਰ ਦੀ, ਜੱਟੀ ਫਿਰਦੀ ਨਜਾਇਜ਼ ਗੇੜੇ ਮਾਰਦੀ, ਵਿੱਚ ਨਾ ਕਦਰ ਨਾ ਕਰੇ ਮੁਟਿਆਰ ਦੀ, ਮੈਨੂੰ ਇੱਕ ਤਰਫਾ ਜਾ ਲਵ ਹੋ ਗਿਆ, ਛੇਤੀ ਕਰ ਲੈ ਵਿੱਚ ਨਾ ਗੱਲ ਪਿਆਰ ਦੀ। ਵੈਰੀ ਗੁੱਡ, ਵੈਰੀ ਨਾਈਸ, ਰੀਲੀ ਤੁਸੀਂ ਬਹੁਤ ਸੋਹਣਾ ਸਿੱਖ ਵੀ ਰਹੇ ਹੋ ਤੇ ਤੁਸੀਂ ਬਹੁਤ ਸੋਹਣਾ ਗਾਉਂਦੇ ਵੀ ਹੋ। ਸੋ ਇਸ ਗਾਣੇ ਲਈ ਵੀ ਕੰਗ੍ਰੈਚੁਲੇਸ਼ਨਸ ਹੈ। ਕੋਈ ਕਿੰਨਾ ਵੀ ਅਪਰੀਸ਼ੀਏਟ ਲਾਈਫ ਦੇ ਵਿੱਚ ਕਰੇ, ਬਟ ਕੁਛ 1% ਹੁੰਦਾ। ਸੋ ਨਾਇਕਰਾ ਕਦੀ ਬੁਲੀ ਹੋਏ ਨੇ, ਨਾਇਕਰਾ ਕਦੀ ਟੀਜ਼ ਹੋਏ ਨੇ, ਕਦੀ ਤੁਹਾਨੂੰ ਵੀ ਸਕੂਲ ਟਾਈਮ ਜਾਂ ਕਾਲਜ ਟਾਈਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਨੂੰ ਫੇਸ ਕਰਨਾ ਪਿਆ ਜਿਨ੍ਹਾਂ ਨੇ ਤੁਹਾਨੂੰ ਹੋਰ ਜ਼ਿਆਦਾ ਸਟਰੋਂਗ ਬਣਾਇਆ ਹੋਵੇ? ਮਤਲਬ ਹੁਣ ਮੈਨੂੰ ਲੱਗਦਾ ਕਿ ਯੈਸ, ਐਟ ਸਮ ਪੁਆਇੰਟ ਆਫ ਟਾਈਮ ਜਾਂ ਲਾਈਫ ਆਪਾਂ ਹੁੰਦੇ ਹੀ ਹਾਂ ਕਦੀ ਨਾ ਕਦੀ ਬੁਲੀ, ਇਨਡਾਇਰੈਕਟਲੀ ਜਾਂ ਕਈ ਵਾਰ ਡਾਇਰੈਕਟਲੀ। ਤੇ ਕੁਛ ਉਹਦੇ ਹੈਗੇ ਆ ਮੇਰੇ ਵੀ ਮਾਈਂਡ ਦੇ ਵਿੱਚ ਕੁਛ ਚੀਜ਼ਾਂ ਹੁੰਦੀਆਂ ਕਿ ਜਿਵੇਂ ਛੋਟੇ ਹੁੰਦੇ ਹੀ ਹੁੰਦਾ ਸੀ ਕਿ ਮੈਨੂੰ ਲੱਗਦਾ ਕਿ ਮੇਰੀ ਪਹਿਲੇ ਇੰਨੀ ਵਧੀਆ ਲੁੱਕਸ ਨਹੀਂ ਸੀ ਜਾਂ ਜੋ ਵੀ ਹੈ, ਤਾਂ ਉਸ ਕੇਸ ਨੂੰ ਲੈ ਕੇ ਹਾਂ ਕਦੀ ਕਦੀ ਇੱਦਾਂ ਦੇ ਕਮੈਂਟਸ ਪਾਸ ਹੋ ਜਾਂਦੇ ਸੀ ਜੋ ਮੈਨੂੰ ਲੱਗਦਾ ਜਾਣੇ ਅਣਜਾਣੇ ਸਾਨੂੰ ਫੀਲ ਨਹੀਂ ਹੁੰਦਾ, ਬਟ ਜਦੋਂ ਉਹ ਵੱਡੇ ਹੁੰਦੇ ਆ ਨਾ ਫਿਰ ਉਹਨਾਂ ਦੇ ਕਿਤੇ ਨਾ ਕਿਤੇ ਨਿਸ਼ਾਨ ਦਿਮਾਗ ਦੇ ਵਿੱਚ ਰਹਿ ਜਾਂਦੇ ਕਿ ਨਹੀਂ ਇੱਦਾਂ ਦਾ ਕੁਛ ਹੁੰਦਾ ਸੀ। ਪਰ ਠੀਕ ਹੈ, ਹੁਣ ਉਹ ਸਭ ਚੀਜ਼ਾਂ ਲੱਗਦੀਆਂ ਕਿ ਸ਼ਾਇਦ ਕਿਸੇ ਨੇ ਸਾਹਮਣੇ ਬਚਪਨ 'ਚ ਕਹਿ ਦਿੱਤਾ ਹੋਏਗਾ ਤੇ ਆਪਾਂ ਵੀ ਬਚਪਨ 'ਚ ਲੈ ਲਿਆ। ਸੋ ਠੀਕ ਹੈ, ਇਟ ਵੈਂਟ ਵੈਲ ਐਟ ਦ ਲਾਸਟ, ਠੀਕ ਹੈ, ਸਭ ਠੀਕ ਹੈ। ਸੋ ਹੁਣ ਕਿਹੜੀਆਂ ਕਲਾਸਿਸ ਚੱਲ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਜਿਹੜੀ ਲਾਈਫ ਔਰ ਰੂਟੀਨ ਹੈ ਮਤਲਬ ਹਰ ਦਿਨ ਦਾ, ਉਹ ਕਿਸ ਤਰ੍ਹਾਂ ਨਿਕਲਦਾ ਸਾਰਾ ਦਿਨ? ਸੋ ਯੈਸ, ਮੇਰੀ ਹੁਣ ਸਿੰਗਿੰਗ ਕਲਾਸ ਚੱਲ ਰਹੀ ਹੈ, ਜਿਮ ਵਗੈਰਾ ਕਰਦੀ ਹਾਂ, ਮੈਂ ਜਿਮ ਕਰਦੀ ਹਾਂ ਐਂਡ ਜਿਵੇਂ ਮੈਂ ਦੱਸਿਆ ਕਿ ਕਦੀ ਕਦੀ ਮੈਂ ਕੁਛ ਡਾਇਲੌਗਸ ਤਾਂ ਐਵੇਂ ਰਿਹਰਸਲ ਕਰਦੀ ਹਾਂ। ਸੋ ਹਾਲੇ ਤਾਂ ਇਹ ਸਭ ਚੱਲ ਰਿਹਾ। ਕਿਹੜੀ ਚੀਜ਼ ਜਿਹੜੀ ਲਾਈਫ 'ਚ ਮਿਸਿੰਗ ਹੋ ਗਈ ਹੈ ਇੱਕ ਆਰਟਿਸਟ, ਇੱਕ ਸਟਾਰ ਬਣਨ ਤੋਂ ਬਾਅਦ? ਮਿਸਿੰਗ ਮੈਂ ਹੀ ਕਹਿਣਾ ਚਾਹਾਂਗੀ ਕਿ ਜਿਵੇਂ ਹੁਣ ਮੈਂ ਬਹੁਤ ਫਰੀਲੀ ਪਹਿਲਾਂ ਘੁੰਮ ਲੈਂਦੀ ਸੀ, ਹੁਣ ਉੱਦਾਂ ਨਹੀਂ, ਬਟ ਮੈਨੂੰ ਸ਼ੁਰੂ ਤੋਂ ਵੀ ਮੈਂ ਬਹੁਤ ਇੰਟਰੋਵਰਟ ਹਾਂ ਮੈਂ ਹੁਣ। ਹਾਂ, ਪਰ ਕਦੀ ਕਦੀ ਜਿਵੇਂ ਹੁੰਦਾ ਸੀ ਨਾ ਸ਼ਾਪਿੰਗ ਕਰਨ ਚਲੇ ਗਏ, ਜਿਵੇਂ ਬਾਈ ਦੀ ਮਾਰਕੀਟ ਚਲੇ ਗਏ, ਇੱਧਰ ਚਲੇ ਗਏ, ਹੁਣ ਉਹ ਸਭ ਇੰਨਾ ਜ਼ਿਆਦਾ ਨਹੀਂ ਹੋ ਸਕਦਾ ਲਾਈਕ ਸਟਰੀਟ ਸ਼ਾਪਿੰਗ।
ਬਟ ਠੀਕ ਹੈ, ਬਾਕੀ ਸਭ ਬਹੁਤ ਵਧੀਆ ਹੈ। ਮੈਂ ਕਿਸੇ ਚੀਜ਼ ਦਾ ਕੋਈ ਰਿਗਰੈਟ ਵਗੈਰਾ ਮੈਨੂੰ ਕੁਝ ਵੀ ਨਹੀਂ ਹੈ। ਮੈਂ ਬਹੁਤ ਇੰਜੋਏ ਕਰ ਰਹੀ ਹਾਂ ਇਸ ਲਾਈਫ ਨੂੰ, ਕਿਉਂਕਿ ਮੇਰੇ ਸੁਪਨਿਆਂ ਦੇ ਮੈਨੂੰ ਹੋਰ ਕਰੀਬ ਲੈ ਕੇ ਜਾ ਰਹੀ ਹੈ। ਵੈਰੀ ਨਾਈਸ। ਸੋ ਕੋਈ ਸੈਲੀਬ੍ਰਿਟੀ ਕ੍ਰਸ਼ ਹੈਗਾ ਤੁਹਾਡਾ ਜਿਹਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਕ੍ਰਸ਼ ਇਨ ਦੈਟ ਮੈਨਰ, ਜਿਨ੍ਹਾਂ ਨਾਲ ਤੁਸੀਂ ਹਮੇਸ਼ਾ ਦਿਨਾਂ ਨੂੰ ਦੇਖਦੇ ਹੋ ਐਂਡ ਤੁਹਾਨੂੰ ਲੱਗਦਾ ਕਿ ਯਾਰ ਉਹਨਾਂ ਨਾਲ ਜ਼ਰੂਰ ਕੰਮ ਕਰਨਾ ਹੈ? ਹਾਂਜੀ, ਮੈਂ ਦਿਲਜੀਤ ਸਰ ਨਾਲ ਔਰ ਸ਼ਾਹਰੁਖ ਸਰ ਨਾਲ ਮੈਂ ਡੈਫੀਨੇਟਲੀ, ਮੈਨੂੰ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਪਸੰਦ ਹੈ। ਵੈਰੀ ਪ੍ਰੋਫੈਸ਼ਨਲ, ਵੈਰੀ ਰੀਅਲ। ਯੈਸ, ਵੈਰੀ ਰੀਅਲ। ਔਰ ਉਹਨਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਮੂਵੀਜ਼ ਚੂਜ਼ ਕਰਨ ਦਾ ਤਰੀਕਾ ਹੈ, ਉਹ ਜਿੱਦਾਂ ਦੇ ਕਰੈਕਟਰ ਚੂਜ਼ ਕਰਦੇ ਮੈਨੂੰ ਬਹੁਤ ਪਸੰਦ ਹੈ। ਐਂਡ ਜਦ ਮੈਨੂੰ ਕਦੀ ਵੀ ਮੈਨੂੰ ਡ੍ਰੀਮ 'ਚ ਇਹ ਹੋਇਆ ਜਾਂ ਅੱਗੇ ਜਾ ਕੇ ਮੈਨੂੰ ਫਿਊਚਰ 'ਚ ਕੁਝ ਵੀ ਚਾਂਸ ਮਿਲਿਆ, ਦੈਨ ਡੈਫੀਨੇਟਲੀ ਮੈਂ ਇਹਨਾਂ ਨਾਲ ਕੰਮ ਕਰਨਾ ਚਾਹਾਂਗੀ। ਵਾਹਿਗੁਰੂ ਜ਼ਰੂਰ ਪੂਰਾ ਕਰੇ, ਸਾਡੀ ਵੀ ਇਹੀ ਵਿਸ਼ ਹੈ। ਥੈਂਕ ਯੂ। ਸੋ ਤੁਸੀਂ ਫੈਸ਼ਨ ਦੇ ਲਈ ਕੋਈ ਫੈਸ਼ਨ ਆਈਕਨ, ਕੋਈ ਫੈਸ਼ਨ ਦੇ ਕਰਕੇ ਜੇ ਆਪਾਂ ਗੱਲ ਕਰੀਏ, ਅਡੋਰ ਕਰਦੇ ਹੋ ਕਿਸੇ ਨੂੰ, ਸਟਾਕ ਕਰਦੇ ਹੋ? ਫੈਸ਼ਨ, ਯੈਸ, ਮੈਨੂੰ ਦੀਪਿਕਾ ਮੈਮ ਦਾ ਜਿਹੜਾ ਫੈਸ਼ਨ ਸੈਂਸ ਬਹੁਤ ਪਸੰਦ ਹੈ। ਔਰ ਵੈਸੇ ਹਾਲੀਵੁੱਡ ਵਿੱਚ ਮੈਨੂੰ ਜੈਨੀਫਰ ਐਨਿਸਟਨ ਔਰ ਐਨ ਹੈਥਵੇ, ਮੈਂ ਇਹਨਾਂ ਨੂੰ ਬਹੁਤ ਅਡੋਰ ਕਰਦੀ ਹਾਂ। ਮੈਂ ਇਹਨਾਂ ਦੀ ਜਿਹਦੀ ਉਹ ਦੇਖੀ ਸੀ ਪ੍ਰਿੰਸੈਸ ਡਾਇਰੀਜ਼, ਔਰ ਮਤਲਬ ਉਹ ਬਹੁਤ ਵਰਸੇਟਾਈਲ ਐਕਟਰ ਨੇ। ਇੱਕ ਵਿੱਚ ਉਹ ਕਿਸੇ ਮੂਵੀ ਵਿੱਚ ਵੀ ਬਣੇ ਹੋਏ ਆ, ਇਹਨਾਂ ਦਾ ਮੂਵੀ ਉਹ ਬਿਲਕੁਲ ਫੇਰੀ ਜਿਹਾ ਕਰ ਰਿਹਾ, ਤਾਂ ਅੱਛਾ ਲੱਗਦਾ ਹੈ। ਵੈਸੇ ਤੁਹਾਡੀ ਬਕਟ ਲਿਸਟ ਦੇ ਵਿੱਚ ਕਿਹੜੀਆਂ ਟੌਪ 5 ਪ੍ਰੋਜੈਕਟਸ ਨੇ ਜੋ ਪੂਰੇ ਕਰਨੇ ਨੇ? ਮੈਂ ਕਦੀ ਐਵੇਂ ਪ੍ਰੋਜੈਕਟ ਵਾਈਜ਼ ਤਾਂ ਕੁਝ ਬਕਟ ਲਿਸਟ ਨਹੀਂ ਬਣਾਈ, ਬਟ ਡੈਫੀਨੇਟਲੀ ਯੈਸ, ਮੇਰੇ ਬੈਕ ਆਫ ਦ ਮਾਈਂਡ ਕੁਝ ਡ੍ਰੀਮਸ ਨੇ ਜੋ ਮੈਂ ਕਰਨਾ ਚਾਹਾਂਗੀ। ਮੈਂ ਡੈਫੀਨੇਟਲੀ ਕੋਈ ਸੁਪਰ ਹੀਰੋ ਦਾ ਰੋਲ ਤਾਂ ਜ਼ਰੂਰ ਕਰਨਾ ਚਾਹਾਂਗੀ ਜੇ ਮੈਨੂੰ ਕਦੀ ਚਾਂਸ ਮਿਲੇ। ਜੇ ਸੁਪਰ ਪਾਵਰ ਮਿਲ ਗਈ ਦੈਨ? ਅੱਛਾ, ਅਸਲੀ 'ਚ ਮਿਲ ਗਈ? ਕਿਹੜੀ ਤੁਸੀਂ ਕਿਹੜੀ ਮਿਲਣੀ ਚਾਹੀਦੀ ਹੈ ਕਹਿ ਰਹੇ ਹੋ? ਹਾਂ, ਜੇ ਤੁਹਾਨੂੰ ਕੋਈ ਸੁਪਰ ਪਾਵਰ ਮਿਲ ਜਾਂਦੀ ਹੈ, ਕਿਹੜੇ 3 ਚੀਜ਼ਾਂ ਨੇ ਜਿਹੜੀਆਂ ਤੁਸੀਂ ਡੈਫੀਨੇਟਲੀ ਕਰੋਗੇ, ਜੋ ਤੁਸੀਂ ਵਿਜ਼ੀਬਲ ਹੋ ਕੇ ਤਾਂ ਨਹੀਂ ਕਰ ਸਕਦੇ? ਮੈਨੂੰ ਲੱਗਦਾ ਕਿ ਜੋ ਵੀ ਆਪਾਂ ਸੋਚ ਲੈਂਦੇ ਹਾਂ ਉਹ ਆਪਾਂ ਸਭ ਕਰ ਸਕਦੇ ਹਾਂ। ਉਹਦੇ ਲਈ ਮੈਨੂੰ ਕੋਈ ਸੁਪਰ ਪਾਵਰ ਦੀ ਲੋੜ ਹੀ ਹੈ ਨਹੀਂ, ਬਟ ਡੈਫੀਨੇਟਲੀ ਕੁਝ ਇੱਦਾਂ ਦੀ ਪਾਵਰ ਹੋਏ ਕਿ ਮੈਂ ਵਰਲਡ ਘੁੰਮਣਾ ਚਾਹੁੰਦੀ ਹਾਂ। ਔਰ ਅਗਰ ਮੇਰੇ ਕੋਲ ਕੋਈ ਪਾਵਰ ਹੋਏ ਤਾਂ ਮੈਂ ਅੱਜ ਇੱਥੇ ਬੈਠੀ ਹਾਂ, ਕੱਲ ਮੈਂ ਪੈਰਿਸ ਬੈਠੀ ਹੋਣਾ ਚਾਹੁੰਦੀ ਹਾਂ, ਕੋਈ ਮੈਂ USA, ਇੱਦਾਂ ਵਿਦਆਊਟ ਟਰੈਵਲ, ਪਲਕ ਝਪਕ। ਯਾ ਦੈਟਸ ਮਤਲਬ ਮੈਨੂੰ ਇੱਦਾਂ ਦੀ ਪਾਵਰ, ਮੈਨੂੰ ਦੁਨੀਆ ਘੁੰਮਣ ਦਾ ਬਹੁਤ ਸ਼ੌਂਕ ਹੈ। ਓਕੇ, ਉਹ ਤਾਂ ਹੁਣ ਜਰਨੀ ਸਟਾਰਟ ਹੋਈ ਗਈ ਹੈ ਅੱਗੇ। ਓਕੇ, ਸੋ ਦੈਟਸ ਗੁੱਡ। ਸੋ ਹੁਣ ਜਦੋਂ ਤੁਸੀਂ ਅੱਗੇ ਕੰਮ ਕਰੋਗੇ, ਹੈ ਨਾ, ਕਿਹੜੀਆਂ ਚੀਜ਼ਾਂ ਨੇ ਜੋ ਤੁਹਾਡੀ ਲਾਈਫ 'ਚ ਤੁਸੀਂ ਕਦੀ ਚੇਂਜ ਨਹੀਂ ਕਰੋਗੇ, ਚਾਹੇ ਕੁਝ ਵੀ ਹੋ ਜਾਏ? ਮੈਨੂੰ ਲੱਗਦਾ ਹੈ ਕਿ ਵਿਦ ਟਾਈਮ ਸਾਡੇ 'ਚ ਕੁਝ ਚੇਂਜਸ ਆਉਂਦੇ ਨੇ, ਬਟ ਜੋ ਚੀਜ਼ਾਂ ਮੈਂ ਚੇਂਜ ਨਹੀਂ ਕਰਨਾ ਚਾਹੁੰਦੀ ਉਹ ਇਹੀ ਹੈ ਕਿ ਮੈਂ ਆਪਣਾ ਸਰਕਲ ਇੱਦਾਂ ਹੀ ਰੱਖਣਾ ਚਾਹੁੰਦੀ ਹਾਂ ਛੋਟਾ। ਐਂਡ ਮੈਨੂੰ ਲੱਗਦਾ ਹੈ ਕਿ ਸਾਡੀ ਪਰਸਨੈਲਿਟੀ ਵਿੱਚ ਓਨੈਸਟੀ ਹੋਣਾ ਬਹੁਤ ਜ਼ਰੂਰੀ ਹੈ, ਉਹ ਕਦੀ ਨਹੀਂ ਜਾਣੀ ਚਾਹੀਦੀ। ਐਂਡ ਹਮੇਸ਼ਾ ਲੋਇਲ ਰਹੋ ਟੂਵਰਡਸ ਕਿਸੇ ਵੀ ਚੀਜ਼ 'ਚ ਹੋ ਤਾਂ ਉਹਦੇ 'ਚ ਲੋਇਲ ਰਹੋ। ਉਹ ਚੀਜ਼ ਮੈਂ ਕਦੀ ਵੀ ਚੀਜ਼ ਨਹੀਂ ਛੱਡਣਾ ਚਾਹੁੰਦੀ। ਐਂਡ ਇਹ ਸਭ ਚੀਜ਼ਾਂ ਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਟ੍ਰੇਡਸ ਜਾਂ ਮੇਰੀ ਫਾਊਂਡੇਸ਼ਨਸ ਜੋ ਮੇਰੇ ਪੈਰੈਂਟਸ ਨੇ ਮੈਨੂੰ ਦੱਸੀਆਂ ਉਹ ਮੈਂ ਕਦੀ ਵੀ ਕਿਸੇ ਵੀ ਚੀਜ਼ 'ਤੇ ਮੁਕਾਮ 'ਤੇ ਜਾ ਕੇ ਭੁੱਲਾਂ। ਬਿਕੋਜ਼ ਅਗਰ ਉਹ ਚੀਜ਼ਾਂ ਸਾਡੇ ਨਾਲ ਨਹੀਂ ਚੱਲਦੀਆਂ ਤਾਂ ਆਪਾਂ ਫਿਰ ਇਨਸਾਨ ਨਹੀਂ ਰਹਿੰਦੇ, ਮਤਲਬ ਜੋ ਅਸੀਂ ਅਸਲੀ 'ਚ ਹਾਂ ਉਹ ਨਹੀਂ ਰਹਿੰਦੇ, ਤਾਂ ਫਿਰ ਆਪਾਂ ਕਿਸੇ ਦੀ ਇੱਕ ਇਮੇਜ ਬਣ ਕੇ ਰਹਿ ਜਾਂਦੇ ਹਾਂ। ਦੈਟਸ ਨਾਟ ਰਾਈਟ। ਬਿਲਕੁਲ। ਸੋ ਲਾਈਫ ਦੇ ਵਿੱਚ ਕੋਈ ਰਿਗਰੈਸ਼ਨ ਹੈ ਤੁਹਾਨੂੰ? ਨਹੀਂ, ਜਿਵੇਂ ਮੈਂ ਪਹਿਲਾਂ ਦੱਸਿਆ, ਮੈਨੂੰ ਕੋਈ ਰਿਗਰੈਟ ਨਹੀਂ ਹੈ ਮੈਨੂੰ, ਔਰ ਰਿਗਰੈਟਸ ਹੋਣੇ ਵੀ ਨਹੀਂ ਚਾਹੀਦੇ, ਕਿਉਂਕਿ ਰਿਗਰੈਟਸ ਕੁਝ ਐਸੇ ਸਟੋਨਸ ਹੈ ਜਿਹੜੇ ਅੱਜ ਸਾਨੂੰ ਲੱਗ ਰਹੇ ਕਿ ਨਹੀਂ ਹੈ, ਬਟ ਜਦ ਅੱਗੇ ਵੱਧਦੇ ਜਾਵਾਂਗੇ ਤਾਂ ਹੋਰ ਲੋਡ ਵੱਧਦਾ ਜਾਏਗਾ। ਸੋ ਲੋਡ ਕਿਉਂ ਕੈਰੀ ਕਰਨਾ? ਓਕੇ, ਛੱਡ ਦੋ ਪਿੱਛੇ। ਰਾਈਟ। ਸੋ ਸਕੂਲ ਦੇ ਵਿੱਚ ਤੁਹਾਡੀ ਪਛਾਣ ਵੈਸੇ ਕਿਸ ਚੀਜ਼ ਲਈ ਸੀ? ਬੰਕ ਕੀਤੇ ਤੁਸੀਂ? ਨਹੀਂ, ਮੈਂ ਸਪੋਰਟਸ 'ਚ ਸੀ। ਮੈਂ ਸਟੂਡੀਅਸ ਵੀ ਬਹੁਤ ਸੀ ਔਰ ਮੈਂ ਸਪੋਰਟਸ 'ਚ ਵੀ ਅੱਛੀ ਸੀ, ਲਾਈਕ ਖੋ ਪਲੇਅਰ ਐਂਡ ਆਲ। ਆਪਾਂ ਖੋ ਖੇਡਦੇ ਹੁੰਦੇ ਸੀ। ਯੈਸ। ਤੇ ਉਸ ਤਰ੍ਹਾਂ ਨਾਲ ਮਤਲਬ ਮੈਨੂੰ ਸਟੂਡੈਂਟਸ ਇੱਦਾਂ ਜਾਣਦੇ ਸੀ ਕਿ ਸ਼ੀ ਇਜ਼ ਇਨਟੂ ਕੋ ਕਰਿਕੂਲਰ ਆਲਸੋ ਔਰ ਸਟੱਡੀਜ਼ ਵੀ ਕਰਦੀ ਹੈ। ਅੱਛਾ, ਵੈਸੇ ਕੀ ਕਹਿੰਦੇ ਸੀ? ਵੀ ਬਹੁਤ ਖੁਸ਼ ਮਿਜ਼ਾਜ, ਬੜੀ ਅੱਛੀ ਕੁੜੀ ਹੈ, ਜਾਂ ਫਿਰ ਕੀ ਕਹਿੰਦੇ ਸੀ ਇਹ 'ਚ ਬਹੁਤ ਐਟੀਟਿਊਡ ਹੈ? ਨਹੀਂ, ਐਟੀਟਿਊਡ ਤਾਂ ਨਹੀਂ, ਬਟ ਮੈਂ ਬਹੁਤ ਚੁੱਪ ਰਹਿ, ਮਤਲਬ ਸਭ ਨੂੰ ਮੈਂ ਬੜੀ ਇਨੋਸੈਂਟ ਜੀ ਲੱਗਦੀ ਹੁੰਦੀ ਸੀ। ਸਭ ਨੂੰ ਪਤਾ ਸੀ ਕਿ ਬੜੀ ਇਨੋਸੈਂਟ ਕੁੜੀ ਹੈ, ਕਿ ਇੱਦਾਂ ਦਾ ਕੁਝ ਹੈ ਨਹੀਂ। ਲਾਈਕ ਅਗਰ ਮੈਂ ਬਹੁਤ ਬੋਲਦੀ ਹਾਂ, ਪਰ ਹਾਂ ਬੰਦਾ ਮੇਰੇ ਫੇਵਰੇਟ ਹੋਣਾ ਚਾਹੀਦਾ ਸਾਹਮਣੇ, ਜਿਹਦੇ ਨਾਲ ਮੈਂ ਗੱਲ ਕਰ ਸਕਾਂ। ਬਟ ਜਿਹੜੇ ਚੁੱਪ ਰਹਿੰਦੇ ਨੇ ਨਾ, ਤੁਸੀਂ ਮੈਨੂੰ ਉਹਦਾ ਜਵਾਬ ਦੇ ਦਿਓ। ਮੈਂ ਜੋ ਵੀ ਮੇਰੇ ਲਾਗੇ ਬੰਦੇ ਚੁੱਪ ਰਹਿੰਦੇ ਆ ਨਾ, ਮੈਂ ਉਹਨਾਂ ਨੂੰ ਜ਼ਰੂਰ ਪੁੱਛਦੀ ਹਾਂ ਕਿ ਯਾਰ ਜਦੋਂ ਸਾਡੇ ਦਿਮਾਗ 'ਚ ਗੱਲਾਂ ਅਸੀਂ ਬੋਲਦੇ ਹਾਂ, ਹੈ ਨਾ, ਤੁਹਾਡੇ ਦਿਮਾਗ 'ਚ ਕੁਛ ਆਉਂਦਾ ਹੀ ਨਹੀਂ, ਤੁਸੀਂ ਤਾਂ ਨਹੀਂ ਬੋਲਦੇ ਜਾਂ ਖੁਦ ਹੀ ਸੋਚਦੇ ਰਹਿੰਦੇ ਹੋ? ਤੁਸੀਂ ਮੈਨੂੰ ਦੱਸੋ, ਤੁਸੀਂ ਕਿਉਂ ਇੰਟਰੋ ਕਹਿ ਰਹੇ ਹੋ ਖੁਦ ਨੂੰ? ਇੰਟਰੋਵਰਟ ਇਨ ਦ ਸੈਂਸ ਕਿ ਕਈ ਵਾਰ ਸਾਨੂੰ ਇੱਦਾਂ ਲੱਗਦਾ ਕਿ ਜਿਹੜੇ ਆਪਾਂ ਥਾਟ ਪ੍ਰੋਸੈਸ 'ਚ ਚੱਲ ਰਹੇ ਹਾਂ ਨਾ, ਜਦ ਆਪਾਂ ਸਾਹਮਣੇ ਵਾਲੇ ਨਾਲ ਸ਼ੇਅਰ ਕਰਾਂਗੇ,
ਸ਼ਾਇਦ ਆਪਾਂ ਉਹਨਾਂ ਨੂੰ ਸਮਝਾ ਨਹੀਂ ਪਾਵਾਂਗੇ ਬਟ ਜਦ ਆਪਾਂ ਉਹਦੇ ਨਾਲ ਬਹੁਤ ਖੁੱਲਣਾ ਸ਼ੁਰੂ ਹੋ ਜਾਂਦੇ ਨਾ ਸਾਡੀ ਅੱਛੀ ਕਨਵਰਸੇਸ਼ਨ ਫਿਰ ਆਪਾਂ ਮਤਲਬ ਮੈਂ ਇਹ ਨਹੀਂ ਕਹਾਂਗੀ ਮੈਂ ਕਹਿ ਸਕਦੀ ਹਾਂ ਕਿ ਇੰਟਰੋਵਰਟ ਹਾਂ ਮੈਂ ਉਹਨਾਂ ਲਈ ਜਿਹੜੇ ਮੇਰੇ ਨਾਲ ਨਹੀਂ ਖੁੱਲ ਰਹੇ ਪਰ ਮੈਂ ਅਦਰਵਾਈਜ਼ ਮੈਂ ਬਹੁਤ ਐਕਸਟਰੋਵਰਟ ਹਾਂ ਮੈਨੂੰ ਬਹੁਤ ਪਸੰਦ ਹੈ ਗੱਲਾਂ ਕਰਨਾ ਕੁੜੀਆਂ ਬੋਲਦੀਆਂ ਚੰਗੀਆਂ ਲੱਗਦੀਆਂ ਹੈ ਨਾ ਓਕੇ ਸੋ ਸਪਿਰਿਚੁਅਲਿਟੀ ਦੇ ਨਾਲ ਕਿੰਨਾ ਕੁ ਕਨੈਕਟਿਵ ਖੁਦ ਨੂੰ ਤੁਸੀਂ ਦੇਖਦੇ ਹੋ ਲਾਈਫ ਵਿੱਚ ਮੈਨੂੰ ਲੱਗਦਾ ਸਪਿਰਿਚੁਅਲਿਟੀ ਹੀ ਮੇਰੀ ਲਾਈਫ ਦਾ ਸਭ ਤੋਂ ਵੱਡਾ ਇੱਕ ਪਿਲਰ ਹੈ ਜੋ ਅਗਰ ਨਹੀਂ ਹੋਏਗਾ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਕਿਤੇ ਦੇਖ ਨਹੀਂ ਪਾਉਂਦੀ ਉਹਦੇ ਬਿਨਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਵਾਹਿਗੁਰੂ ਜੀ ਦਾ ਸਪੋਰਟ ਹੀ ਮੇਰੇ ਲਈ ਸਭ ਕੁਝ ਹੈ ਔਰ ਮੈਂ ਹਮੇਸ਼ਾ ਸ਼ੁਰੂ ਤੋਂ ਜਦ ਤੋਂ ਮੈਂ ਸਭ ਕੁਝ ਕਰ ਰਹੀ ਹਾਂ ਜਾਂ ਜੋ ਵੀ ਹੈ ਹਰ ਚੀਜ਼ ਦੇ ਲਈ ਮੈਂ ਉਹਨਾਂ ਨੂੰ ਹੀ ਹਾਜ਼ਰ ਨਾਜ਼ਰ ਸਮਝਦੀ ਹਾਂ ਮੈਨੂੰ ਲੱਗਦਾ ਹੈ ਕਿ ਅਗਰ ਉਹ ਨਹੀਂ ਉਹਨਾਂ ਨੇ ਇਹ ਕੋਈ ਹੋਰ ਕਰ ਹੀ ਨਹੀਂ ਰਿਹਾ ਐਕਚੁਅਲੀ ਨਹੀਂ ਸ਼ੁਕਰਾਨਾ ਤੇ ਬਿਲਕੁਲ ਡੈਫੀਨਿਟਲੀ ਕਰਨਾ ਚਾਹੀਦਾ ਮੰਮੀ ਪਾਪਾ ਦਾ ਕੋਈ ਸੁਪਨਾ ਹੈ ਨਾਇਕਰਾ ਜੋ ਪੂਰਾ ਕਰਨਾ ਚਾਹੋਗੇ ਤੁਸੀਂ ਜਾਂ ਪੂਰਾ ਕਰਨਾ ਚਾਹੁੰਦੇ ਹੋ ਆਈ ਮੀਨ ਮਮਾ ਪਾਪਾ ਨੂੰ ਨਾ ਕਦੀ ਮਤਲਬ ਮੈਂ ਕਦੇ ਮੈਂ ਬੈਠੀ ਹੁੰਦੀ ਨਾ ਮੈਂ ਇਹ ਕਹਿੰਦੀ ਆ ਕਿ ਮੈਂ ਤੁਹਾਨੂੰ ਪੂਰੀ ਦੁਨੀਆ ਘੁਮਾਣੀ ਹੈ ਜਾਂ ਫਿਰ ਮੈਂ ਤੁਹਾਨੂੰ ਹਰ ਇੱਕ ਉਹ ਚੀਜ਼ ਦਿਖਾਉਣਾ ਚਾਹੁੰਦੀ ਹਾਂ ਜੋ ਤੁਸੀਂ ਕਦੀ ਮਤਲਬ ਸਾਡੇ ਸੁਪਨੇ ਪੂਰੇ ਕਰਨ 'ਚ ਆਪਣੇ ਆਪ ਨਹੀਂ ਉਹ ਪੂਰਾ ਕੀਤਾ ਤੇ ਮੈਨੂੰ ਪਤਾ ਹੈ ਕਿ ਮੇਰੇ ਫਾਦਰ ਮਦਰ ਦੇ ਵੀ ਕੁਝ ਸੁਪਨੇ ਹੈ ਜੋ ਸਾਨੂੰ ਕਦੀ ਨਹੀਂ ਦੱਸਣਗੇ ਬਟ ਮੈਂ ਇੱਦਾਂ ਸੋਚਦੀ ਹਾਂ ਕਿ ਕਿਸੇ ਦਿਨ ਅਗਰ ਮੈਂ ਇੰਨਾ ਵੱਡਾ ਕੁਝ ਕੀਤਾ ਕੁਝ ਅਵਾਰਡ ਮਿਲਿਆ ਤੇ ਮੈਂ ਉਹਨਾਂ ਨੂੰ ਜ਼ਰੂਰ ਉਸ ਸਟੇਜ ਤੇ ਬੁਲਾਉਣਾ ਚਾਹਾਂਗੀ ਲਾਈਕ ਬਾਲੀਵੁੱਡ ਜਾਂ ਫਿਰ ਰੱਬ ਕਰੇ ਹਾਲੀਵੁੱਡ ਸੋ ਡੈਫੀਨਿਟਲੀ ਔਰ ਮੈਂ ਉਹਨਾਂ ਨੂੰ ਵਰਲਡ ਟੂਰ ਕਰਾਉਣਾ ਚਾਹੁੰਦੀ ਹਾਂ ਐਂਡ ਮੇਰੇ ਸੁਪਨੇ ਨੇ ਐਂਡ ਮੈਨੂੰ ਪਤਾ ਹੈ ਜ਼ਰੂਰ ਸੱਚ ਹੋਣਗੇ ਦੈਟਸ ਟੂ ਗੁੱਡ ਸੋ ਕਾਲਜ ਜਾਂ ਸਕੂਲ ਦੀ ਇਹੋ ਜਿਹੀ ਕੋਈ ਮੈਮਰੀ ਹੈ ਨਾਇਕਰਾ ਜੋ ਕਦੀ ਵੀ ਯੂ نو ਫੇਡ ਆਊਟ ਹੋ ਹੀ ਨਹੀਂ ਸਕਦੀ ਤੁਸੀਂ ਭਾਵੇਂ ਜਿੱਡੇ ਮਰਜ਼ੀ ਵੱਡੇ ਸਟਾਰ ਬਣ ਜਾਓ ਨੈਸ਼ਨਲ ਕਿ ਇੰਟਰਨੈਸ਼ਨਲ ਵੀ ਬਣ ਜਾਓ ਸਕੂਲ ਦੀ ਮੈਮਰੀ ਤਾਂ ਨਹੀਂ ਬਟ ਸਕੂਲ 'ਚ ਮੈਂ ਜ਼ਿਆਦਾ ਯੂ نو ਮੈਨੂੰ ਲੱਗਦਾ ਕਿ ਮੈਮਰੀ ਮੇਰੀ ਕੋਈ ਹੈ ਨਹੀਂ ਬਟ ਹਾਂ ਉਹੀ ਕਿ ਜੋ ਸਟੇਜ ਪਰਫਾਰਮ ਕਰਦੇ ਹੁੰਦੇ ਸੀ ਦੈਟਸ ਇਟ ਇੱਕ ਮੈਮਰੀ ਹੈ ਮੇਰੀ ਬੋਰਡ ਦੇ ਐਗਜ਼ਾਮਸ ਕਿਉਂਕਿ ਮੈਂ ਬਹੁਤ ਸਟੂਡੀਅਸ ਸੀ ਅਤੇ ਸਾਡਾ 12th ਦਾ ਬੋਰਡ ਦਾ ਐਗਜ਼ਾਮ ਸੀ ਐਂਡ ਫਿਜ਼ਿਕਸ ਦਾ ਐਗਜ਼ਾਮ ਬਹੁਤ ਟਫ ਆਇਆ ਸੀ ਮਤਲਬ ਇੰਨਾ ਲੈਂਦੀ ਐਗਜ਼ਾਮ ਔਰ ਇੰਨਾ ਟਫ ਔਰ ਮੈਂ ਬਹੁਤ ਕਿਉਂਕਿ ਮੈਂ ਇੱਦਾਂ ਪੜ੍ਹਾਕੂ ਸੀ ਔਰ ਮੈਨੂੰ ਬਹੁਤ ਹੁੰਦਾ ਸੀ ਕਿ ਮੈਂ ਸੈਕਿੰਡ ਥਰਡ ਪੋਜੀਸ਼ਨ ਫਸਟ ਇੱਦਾਂ ਮਤਲਬ ਇੱਦਾਂ ਹੀ ਰਹਿਣਾ ਚਾਹੀਦਾ ਅਗਰ ਥੱਲੇ ਆ ਗਈ ਤਾਂ ਮਤਲਬ ਖਤਮ ਹੈ ਸਭ ਕੁਝ ਸੋ ਮੈਂ ਐਗਜ਼ਾਮ ਮੈਨੂੰ ਯਾਦ ਹੈ ਮੈਂ ਇੰਨਾ 25 ਮਾਰਕਸ ਦਾ ਮੈਂ ਐਗਜ਼ਾਮ ਬਿਲਕੁਲ ਪੇਪਰ ਛੱਡ ਕੇ ਆ ਗਈ ਐਂਡ ਮੈਂ ਇੰਨਾ ਰੋਈ ਮੈਂ ਪੂਰੇ ਰਸਤੇ ਸਿਰਫ ਰੋਂਦੀ ਗਈ ਮੰਮੀ ਪਾਪਾ ਦੇ ਸਾਹਮਣੇ ਵੀ ਰੋਈ ਜਾਏ ਮੰਮੀ ਕੀ ਹੋਇਆ ਤੈਨੂੰ ਮੈਂ ਕਿਹਾ ਬਸ ਮੈਂ ਫੇਲ ਹਾਂ ਮੈਨੂੰ ਲੱਗ ਰਿਹਾ ਮੈਂ ਫੇਲ ਹੋਈ ਯਾਰ ਕਿੱਦਾਂ ਦੇ ਸੀਗੇ ਤੁਸੀਂ ਮੈਂ ਤਾਂ 100 ਵਿੱਚੋਂ 33 ਨੰਬਰਾਂ ਵਾਲਾ ਪਾਸ ਹੁੰਦਾ ਸੀ ਜੇ ਮੈਂ 40 ਦਾ ਵੀ ਪੇਪਰ ਕਰ ਆਉਂਦੀ ਸੀ ਨਾ ਤੇ ਮੇਰੇ ਲਈ ਉਹ ਦਿਨ ਇੱਕ ਵੱਡੀ ਮਤਲਬ ਇਦਾਂ ਹੁੰਦਾ ਸੀ ਮੈਂ ਕੋਈ ਬਹੁਤ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ ਮੇਰੇ ਸੁਪਨੇ ਮੇਰੇ ਜ਼ਿਆਦਾਤਰ ਮੈਮਰੀਜ਼ ਇੱਦਾਂ ਦੀਆਂ ਹੀ ਹੈ ਕਾਲਜ 'ਚ ਵੀ ਮੇਰੀ ਇੱਦਾਂ ਦੀ ਮੈਮਰੀ ਹੈ ਕਿ ਕਿਸੇ ਜਗ੍ਹਾ ਮੇਰੇ 1 ਮਾਰਕ ਘੱਟ ਗਏ ਤਾਂ ਮੈਂ ਤਾਂ ਬਸ ਇੱਦਾਂ ਦਾ ਪੂਰਾ ਸਕੂਲ ਔਰ ਕਾਲਜ ਹੀ ਸਿਰ ਤੇ ਚੱਕ ਲਿਆ ਸੀ ਰੋ ਕੇ ਮੈਂ ਲੈ ਮੇਰੇ ਤਾਂ ਇੱਥੇ ਅੱਧਾ ਨੰਬਰ ਵੀ ਮਤਲਬ ਮੇਰੇ ਟੀਚਰਸ ਮੇਰੀ ਮਦਰ ਨੂੰ ਕਹਿੰਦੇ ਸੀ ਉਹ ਵੀ ਟੀਚਰ ਸੀਗੇ ਕਿ ਯਾਰ ਕਿੱਦਾਂ ਦੀ ਹੈ ਤੁਹਾਡੀ ਬੱਚੀ ਐਡੀ ਸੈਟਿਸਫਾਈਡ ਔਰ ਐਡੀ ਜ਼ਿਆਦਾ ਖੁਸ਼ ਕਿਵੇਂ ਹੋ ਸਕਦੀ ਹੈ ਕੁੜੀਆਂ ਬੱਚੇ ਇੱਕ ਅੱਧਾ ਦਾ ਨੰਬਰ ਵਧਾਉਣ ਆਉਂਦੇ ਆ ਕਿ ਇੱਥੇ ਛੱਡ ਤਾਂ ਕਹਿੰਦੇ ਚੁੱਪ ਕਰਕੇ ਬੈਠੀ ਰਹਿੰਦੀ ਆ ਭਾਵੇਂ ਪੁਆਇੰਟਾਂ ਤੇ ਪਾਸ ਹੋਈ ਹੋਵੇ ਤੇ ਅੱਧਾ ਨੰਬਰ ਵੀ ਵਧਾਉਣ ਨਹੀਂ ਆਉਗੇ ਮੈਨੂੰ ਪਤਾ ਸੀ ਹਾਂ ਠੀਕ ਹੈ ਜੇ 40 ਦੇ ਪੇਪਰ ਵਿੱਚੋਂ ਮੇਰੇ 12.5 ਆ ਗਏ ਮਤਲਬ 13 ਤੇ ਬਸ ਪਤੇ ਸੋ ਮੈਨੂੰ ਅੱਛਾ ਲੱਗਦਾ ਸੀਗਾ ਬਹੁਤ ਵਧੀਆ ਗੱਲ ਹੈ ਇਹ ਤਾਂ ਨਹੀਂ ਇਹ ਵਧੀਆ ਗੱਲ ਨਹੀਂ ਪੜ੍ਹਨਾ ਹੈ ਪੜ੍ਹਾਈ ਵੀ ਜ਼ਰੂਰੀ ਹੈ ਨਹੀਂ ਪੜ੍ਹਾਈ ਜ਼ਰੂਰੀ ਹੈ ਬਟ ਇਹ ਬਹੁਤ ਵਧੀਆ ਗੱਲ ਹੈ ਸੰਤੁਸ਼ਟ ਰਹਿਣਾ ਸੈਟਿਸਫਾਈਡ ਰਹਿਣਾ ਮੈਨੂੰ ਲੱਗਦਾ ਕਿ ਇੱਦਾਂ 24 ਘੰਟੇ ਰੋਣ ਤੇ ਨਹੀਂ ਰਹਿਣਾ ਚਾਹੀਦਾ ਲਾਈਕ ਕਿਉਂ ਨਹੀਂ ਆਇਆ ਹੁਣ ਏਦਾਂ ਫੀਲ ਹੁੰਦਾ ਮੈਨੂੰ ਸੋ ਗੱਲਾਂ ਤਾਂ ਚੱਲ ਰਹੀਆਂ ਨੇ ਬਟ ਮੈਨੂੰ ਕੁਝ ਸੁਣਾਓ ਤੁਸੀਂ ਮੈਨੂੰ ਤੁਹਾਡੀ ਆਵਾਜ਼ ਸੁਣ ਕੇ ਇੱਦਾਂ ਬਹਿ ਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹਵਾ ਦੇ ਵਰਕੇ ਸੁਣਾਓ ਨਾ ਸਾਨੂੰ ਤੁਸੀਂ ਓਕੇ ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖ ਲਿਆ ਪਾਉਣ ਲਈ ਮੈਂ ਤੈਨੂੰ ਕਰਨਾ ਪਿਆਰ ਸਿੱਖ ਲਿਆ ਵੈਰੀ ਨਾਈਸ ਮੈਨੂੰ ਗੂਜ਼ ਬੰਪਸ ਹੋ ਗਿਆ ਦੇਖ ਸਕਦੇ ਹੋ ਤੁਸੀਂ ਸੀ ਇਹ ਗਾਣਾ ਵੀ ਬਹੁਤ ਸੋਹਣਾ ਹੈ ਨਹੀਂ ਬਹੁਤ ਸੋਹਣਾ ਗਾਉਂਦੇ ਹੋ ਬਹੁਤ ਸੋਹਣਾ ਗਾਣਾ ਮੈਨੂੰ ਲੱਗਦਾ ਚੰਨਾ ਮੇਰਾ ਦਾ ਸਭ ਤੋਂ ਬੈਸਟ Song ਸੀ ਹਵਾ ਦੇ ਵਰਕੇ ਫਿਲਮ ਵੀ ਬਹੁਤ ਸੋਹਣੀ ਲੱਗੀ ਸੀ ਮੈਨੂੰ ਮਤਲਬ ਉਹਦਾ ਦੀ ਲਵ ਸਟੋਰੀ ਆਪਾਂ ਦੁਬਾਰਾ ਤਾਂ ਨਹੀਂ ਦੇਖੀ ਹੈ ਬਟ ਹਾਂ ਬਹੁਤ ਸੋਹਣੀਆਂ ਨੇ ਬਟ ਉਹਦੀ ਆਪਣੀ ਯੂ نو ਇੱਕ ਆਪਣਾ ਹੀ ਉਹਦਾ ਇੱਕ ਉਹਨਾਂ ਨੇ ਇੱਕ ਵਾਈਬ ਕ੍ਰੀਏਟ ਕੀਤੀ ਸੀਗੀ ਸੋ ਆਈ ਰੀਲੀ ਲਵ ਦੈਟ ਓਕੇ ਸੋ ਹੁਣ ਜਦੋਂ ਨਾਇਕਰਾ ਆਪਣੀ ਜਰਨੀ ਦੇ ਵਿੱਚ ਤੁਰ ਪਈ ਹੈ ਡਾਂਸ ਵੀ ਸਿੱਖਦੇ ਹੋ ਤੁਸੀਂ ਮੈਂ ਦੇਖਿਆ ਬੜੇ ਕਮਾਲ ਦੇ ਮੂਵਸ ਕਰਦੇ ਹੋ ਤੁਸੀਂ ਉਹ ਕਾਪੀ ਕਰਨੇ ਤਾਂ ਔਖੇ ਹੈ
ਨਹੀਂ ਐਕਚੁਅਲੀ ਮੈਂ ਵੈਸੇ ਮੇਰੀ ਬੋਡੀ 'ਚ ਮੈਨੂੰ ਲੱਗਦਾ ਇੰਨਾ ਜ਼ਿਆਦਾ ਡਾਂਸ ਨਹੀਂ ਹੈ, ਮੈਨੂੰ ਬਹੁਤ ਸਿੱਖਣ ਦੀ ਲੋੜ ਹੈ। ਮੈਂ ਵਿੱਚ ਜੇ ਕਲਾਸਿਸ ਲੈਣੀਆਂ ਸ਼ੁਰੂ ਕੀਤੀਆਂ ਸੀ ਬਟ ਯੂ نو ਡਿਊਰਿੰਗ ਦੈਟ ਮੂਵੀ ਦਾ ਐਂਡ ਆਲ ਹੈ ਨਾ, ਤੇ ਉਹ ਥੋੜਾ ਸਕਿਪ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਤਾਂ ਬਿਲਕੁਲ ਹੀ ਬੰਦ ਹੋ ਗਿਆ। ਤੇ ਫਿਰ ਡੈਫੀਨੇਟਲੀ ਕੁਝ ਐਸਾ ਡਾਂਸ ਬੇਸਡ ਕੁਝ ਆਇਆ ਦੈਨ ਮੈਂ ਪੱਕਾ ਸਿੱਖਣਾ ਚਾਹੁੰਦੀ। ਮੈਨੂੰ ਡਾਂਸ ਕਰਨਾ ਵੈਸੇ ਬਹੁਤ ਪਸੰਦ ਹੈ। ਕਿਤੇ ਵੀ ਬੀਟ ਸ਼ੁਰੂ ਹੋ ਜਾਏ ਤਾਂ ਮੈਂ ਔਰ ਮੇਰੀ ਸਿਸਟਰ ਆਪਾਂ ਕੁਝ ਨਹੀਂ ਦੇਖਦੇ, ਲੇਕਿਨ ਕਹਿੰਦੇ ਨਾ ਆਓ ਤੇ ਆਓ ਦੇਖਾ ਨਾ ਤਾਓ, ਬਸ ਸ਼ੁਰੂ ਹੋ ਗਏ ਉੱਦਾਂ ਦੇ ਆਪਾਂ। ਓਕੇ ਦੈਟਸ ਗੁੱਡ। ਕੋਲੈਬੋਰੇਸ਼ਨ ਕਿਹਦੇ ਨਾਲ ਕਰਨਾ ਚਾਹੋਗੇ in the song? ਹਾਂਜੀ ਦਿਲਜੀਤ ਸਰ ਔਰ ਐਮਵੀ ਸਰ ਨਾਲ ਮੇਰੀ ਕੋਈ Song 'ਚ ਕੋਲੈਬੋਰੇਸ਼ਨ ਹੈ ਦੈਨ ਡੈਫੀਨੇਟਲੀ ਉਹਨਾਂ ਨਾਲ ਵੀ। ਉਹਨਾਂ ਨਾਲ ਐਂਡ ਜੇ ਫੀਮੇਲ ਦੇ ਨਾਲ ਮੌਕਾ ਮਿਲੇ ਨਿਮਰਤ ਮੈਮ ਉਹਨਾਂ ਦੇ ਨਾਲ, ਤੁਹਾਨੂੰ ਕਿਸੇ ਨੇ ਵੈਸੇ ਕੰਪਲੀਮੈਂਟ ਕੀਤਾ ਕਿ ਤੁਹਾਡੀ ਪਰਸਨੈਲਿਟੀ ਕਾਫੀ ਹੱਦ ਤੱਕ ਉਹਨਾਂ ਨਾਲ ਮਿਲਦੀ ਹੈ? ਹਾਂਜੀ ਹਾਂਜੀ, ਬਹੁਤ ਬਹੁਤ ਵਧੀਆ ਲੱਗਦਾ, ਅੱਛਾ ਲੱਗਦਾ ਹੈ ਕਿ ਚਲੋ ਅੱਛੀ ਗੱਲ ਹੈ, ਬਹੁਤ ਵਧੀਆ ਇਨਸਾਨ ਨੇ, ਮੈਨੂੰ ਲੱਗਦਾ ਬਹੁਤ ਅੱਛਾ ਕੰਮ ਕਰ ਰਹੇ ਨੇ। ਔਰ ਮੈਨੂੰ ਲੱਗਦਾ ਹਰ ਮੂਵੀ ਦੇ ਨਾਲ ਉਹਨਾਂ ਦੀ ਐਕਟਿੰਗ ਹੋਰ ਜ਼ਿਆਦਾ ਵਧੀਆ ਦੇਖਣ ਨੂੰ ਮਿਲਦੀ ਹੈ। ਇਹ ਬਿਲਕੁਲ ਸਹੀ ਗੱਲ ਹੈ, ਜੋੜੀ ਵੇਖ ਕੇ ਲੱਗਦਾ ਹੀ ਨਹੀਂ ਹੈ ਕਿ ਉਹਨਾਂ ਦੀ ਫਰਸਟ ਫਿਲਮ ਹੈ ਇਹ। ਸੋ ਬਹੁਤ ਅੱਛੀ ਗੱਲ ਹੈ। ਤੁਸੀਂ ਆਪਣੇ ਆਪ ਨੂੰ 3 ਸਾਲਾਂ ਬਾਅਦ ਕਿੱਥੇ ਦੇਖਦੇ ਹੋ? ਮੈਂ ਵੈਸੇ ਨਾ ਜ਼ਿਆਦਾ ਦੂਰ ਦੀ ਕਦੀ ਵੀ ਨਹੀਂ ਸੋਚਦੀ, ਬਟ ਅਗਰ ਮੈਂ ਇੱਦਾਂ ਦਾ ਮੈਂ ਕੁਝ ਆਪਣੀ ਡਾਇਰੀਜ਼ 'ਚ ਲਿਖਦੀ ਰਹਿੰਦੀ ਹਾਂ ਕੁਝ ਵੀ, ਤੇ ਡੈਫੀਨੇਟਲੀ ਮੈਂ 3 ਸਾਲ ਬਾਅਦ ਉੱਥੇ ਦੇਖਦੀ ਹਾਂ ਕਿ ਜਿੱਥੇ ਮੈਂ ਯੂ نو ਇੱਕ ਅੱਛੀ ਮੂਵੀਜ਼ ਕਰ ਰਹੀ ਹਾਂ, ਅੱਛੇ ਸੌਂਗਸ ਲੋਕਾਂ ਨੂੰ ਦਿੱਤੇ ਨੇ, ਐਂਡ ਮੈਂ ਡੈਫੀਨੇਟਲੀ ਮੈਂ ਨਾ NGOs ਚਲਾਉਣਾ ਚਾਹੁੰਦੀ ਹਾਂ। ਸੋ ਮੈਂ ਡੈਫੀਨੇਟਲੀ ਆਪਣੇ ਨੂੰ 3 ਸਾਲ ਬਾਅਦ ਦੇਖਦੀ ਹਾਂ ਕਿ ਕੁਝ ਮੈਂ ਇੱਦਾਂ ਦਾ ਕੁਝ ਤਾਂ ਚਲਾ ਰਹੀ ਹੋਵਾਂ ਜਿਹਦੇ ਨਾਲ ਕਿਸੇ ਦਾ ਕੋਈ ਫਾਇਦਾ ਹੋ ਜੇ। ਮੈਂ ਉਸ ਚੀਜ਼ ਲਈ ਮੈਨੂੰ ਬਹੁਤ ਅੰਦਰੋਂ ਰਹਿੰਦਾ ਹੈ। ਨਹੀਂ, ਬਹੁਤ ਅੱਛੀ ਗੱਲ ਹੈ। ਸੋ ਸਬਰ ਤੁਹਾਡਾ ਜਿਹੜਾ ਹੈ ਉਹ ਵਾਕਈ ਕਾਬਿਲ ਤਾਰੀਫ ਹੈ ਨਾ। ਅਸੀਂ ਸਾਰੇ ਜਾਣਦੇ ਹਾਂ ਕਿ ਲੰਬਾ ਸਬਰ ਔਰ ਸਫ਼ਰ ਤੁਸੀਂ ਜਿਹੜਾ ਉਹ ਤੈਅ ਕਰਦੇ ਆ ਰਹੇ ਹੋ। ਕਿਹੜੀ ਇੱਕ ਚੀਜ਼ ਹੈ ਜੋ ਆਰਟਿਸਟ ਬਣ ਕੇ ਬਹੁਤ ਅੱਛੀ ਲੱਗ ਰਹੀ ਹੈ? ਕਿਹੜੀ ਇੱਕ ਚੀਜ਼ ਹੈ ਜੋ ਤੁਹਾਨੂੰ ਲੱਗਦਾ ਕਿ ਯਾਰ ਆਰਟਿਸਟ ਮਤਲਬ ਆਹੀ ਚੀਜ਼ ਹੈ ਜਿਹੜੀ ਇੱਕ ਥੋੜ੍ਹੀ ਜਿਹੀ ਯੂ نو ਮੈਨੂੰ ਨਹੀਂ ਪਸੰਦ? ਮੈਨੂੰ ਲੱਗਦਾ ਕਿ ਜਿਸ ਉਸ 'ਚੋਂ ਮੈਂ ਜਿਵੇਂ ਹੁਣ ਬਿਲਕੁਲ ਸਵਿਚ ਕੀਤਾ ਤੇ ਨਾ ਪਸੰਦ ਤਾਂ ਮੈਨੂੰ ਕੁਝ ਵੀ ਨਹੀਂ ਹੈ, ਕਿਉਂਕਿ ਮੈਨੂੰ ਸਾਰਾ ਕੁਝ ਅੱਛਾ ਲੱਗ ਰਿਹਾ, ਸਭ ਕੁਝ ਅੱਛਾ ਲੱਗ ਰਿਹਾ। ਔਰ ਯੈਸ ਡੈਫੀਨੇਟਲੀ ਕਦੀ ਨਾ ਆਪਾਂ ਬਹੁਤ ਥੱਕ ਜਾਂਦੇ ਹਾਂ ਵਿਦ ਆਲ ਦ ਡਿਸਿਪਲਿਨ, ਵਿਦ ਆਲ ਦ ਕੰਸਿਸਟੈਂਸੀ, ਵਿਦ ਆਲ ਦ ਯੂ نو ਕਹਿਣਾ ਬਹੁਤ ਮਤਲਬ ਇੱਦਾਂ ਕਈ ਹੁੰਦਾ ਨਾ ਕਿ ਕਈ ਵਾਰ ਆਪਾਂ ਕੁਝ ਐਸੇ ਕੋਰਸ ਪੜ੍ਹਦੇ ਹਾਂ, ਕਦੀ ਕਿਸੇ ਪੁਆਇੰਟ 'ਤੇ ਆ ਕੇ ਸਾਨੂੰ ਇੱਦਾਂ ਫੀਲ ਹੁੰਦਾ ਕਿ ਯਾਰ ਕਿ ਮੈਂ ਹੀ ਕਿਉਂ ਕੰਸਿਸਟੈਂਟ ਰਹਾਂ, ਵਾਈ ਪਰਸਿਵਰੈਂਸ ਇਜ਼ ਓਨਲੀ ਫॉर ਮੀ। ਬਟ ਮੈਨੂੰ ਲੱਗਦਾ ਇਹੀ ਤਰੀਕਾ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈ ਜੀ। ਤੇ ਇੱਕ ਚੀਜ਼ ਹੈ, ਇਹੀ ਚੀਜ਼ ਜਿਹੜੀ ਅੱਛੀ ਵੀ ਲੱਗਦੀ ਔਰ ਇਹ ਚੀਜ਼ ਜਿਹੜੀ ਕਦੀ ਕਦੀ ਮਾੜੀ ਵੀ ਲੱਗਣੀ ਸ਼ੁਰੂ ਹੋ ਜਾਂਦੀ। ਇੱਕ ਬਹੁਤ ਅਹਿਮ ਸਵਾਲ, ਅਸੀਂ ਸਾਡੀ ਸਾਰਿਆਂ ਦੀ ਬਹੁਤ ਸਾਰੀਆਂ ਸਟੋਰੀਜ਼ ਹੁੰਦੀਆਂ ਨੇ, ਚਾਹੇ ਉਹ ਹੈਲਥ ਇਸ਼ੂਜ਼ ਨੇ, ਚਾਹੇ ਮੈਂਟਲੀ ਔਰ ਫਿਜ਼ੀਕਲੀ, ਹੈ ਨਾ। ਬਟ ਕੁੜੀਆਂ ਦਾ ਥੋੜ੍ਹਾ ਜਿਹਾ ਯੂ نو ਥੋੜ੍ਹਾ ਜ਼ਿਆਦਾ ਹੁੰਦਾ ਹੈ, ਕਿਉਂਕਿ ਸਾਡੇ ਹਾਰਮੋਨਲਸ ਦਾ ਬੈਲੈਂਸਡ ਰਹਿਣਾ ਨਹੀਂ ਰਹਿਣਾ, ਸਾਡੇ ਹੋਰ ਮੰਥਲੀ ਇਸ਼ੂਜ਼ ਹੁੰਦੇ ਨੇ ਬਹੁਤ ਸਾਰੇ, ਹੈ ਨਾ। ਬਟ ਜਦੋਂ ਅਸੀਂ ਕੰਮ ਕਰਦੇ ਹਾਂ ਖੁਸ਼ ਵੀ ਰਹਿਣਾ ਪੈਂਦਾ, ਜਦਕਿ ਸਭ ਤੋਂ ਵੱਧ ਮੂਡ ਸਵਿੰਗਸ ਪ੍ਰੋਬਲਮ ਇੱਕ ਵਿਮਨ ਨੂੰ ਹੁੰਦਾ ਹੈ। ਸੋ ਨਾਇਕਰਾ ਐਜ਼ ਐਨ ਆਰਟਿਸਟ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਤੁਸੀਂ ਕੈਰੀ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਬੈਲੈਂਸ ਕਰਦੇ ਹੋ? ਔਰ ਜਦੋਂ ਇਹੋ ਜਿਹੇ ਇਸ਼ੂਜ਼ ਆਉਂਦੇ ਨੇ, ਹੈ ਨਾ, ਜਿਹਦੇ ਨਾਲ ਸਾਨੂੰ ਮੈਂਟਲ ਔਰ ਫਿਜ਼ੀਕਲੀ ਦੋਨਾਂ ਨੂੰ ਵਰਕਆਊਟ ਕਰਨਾ ਪੈਂਦਾ, ਸੋ ਐਜ਼ ਅ ਵੂਮਨ ਤੁਸੀਂ ਕਿਵੇਂ ਡੀਲ ਕਰਦੇ ਹੋ? ਇਹ ਨਾ ਹਾਂਜੀ ਬਿਲਕੁਲ ਤੁਸੀਂ ਸੱਚ ਕਿਹਾ ਹੈ। ਲਾਈਕ ਮੂਡ ਸਵਿੰਗਸ ਔਰ ਵਿਮਨ ਇਸ਼ੂਜ਼ ਜਾਂ ਜਿਹੜੇ ਸਾਡੇ ਮੰਥਲੀ ਪੀਰੀਅਡਸ ਆਉਂਦੇ ਨੇ ਜੀ, ਤੇ ਉਹਦੇ ਨਾਲ ਸਾਨੂੰ ਮਤਲਬ ਮੈਨੂੰ ਲੱਗਦਾ ਕਿ ਇਹ ਸਿਰਫ ਵਿਮਨ ਨੂੰ ਹੀ ਪਤਾ ਹੈ ਕਿ ਉਹ ਕਿਹਨਾਂ ਚੀਜ਼ਾਂ ਤੋਂ ਗੁਜ਼ਰ ਰਹੀ ਹੈ। ਤੇ ਬੀਇੰਗ ਐਨ ਆਰਟਿਸਟ, ਕਿਉਂਕਿ ਆਰਟਿਸਟ ਇੱਕ ਆਰਟਿਸਟ ਹੈ, ਉਸ ਜਗ੍ਹਾ ਨਾ ਕੋਈ ਮੈਨ ਨਾ ਵਿਮਨ, ਇਟਸ ਲਾਈਕ ਆਰਟਿਸਟ, ਤਾਂ ਇਹ ਸਭ ਕੁਛ ਮੈਨੂੰ ਲੱਗਦਾ ਕਿਸੇ ਦੇ ਸਾਹਮਣੇ ਮੈਟਰ ਹੀ ਨਹੀਂ ਕਰਦਾ ਹੋਣਾ ਸ਼ਾਇਦ। ਬਟ ਅੱਜ ਕੱਲ੍ਹ ਜਿਹੜੇ ਪ੍ਰੋਡਕਸ਼ਨ ਹਾਊਸਿਸ ਹੈ ਔਰ ਇਹ ਸਭ ਹੈ, ਮੈਨੂੰ ਲੱਗਦਾ ਹੈ ਕਿ ਬਹੁਤ ਕੋਆਪਰੇਟਿਵ ਵੀ ਹੋ ਗਏ ਹਰ ਚੀਜ਼ ਨੂੰ ਲੈ ਕੇ, ਤੇ ਚੀਜ਼ਾਂ ਬਹੁਤ ਚੇਂਜ ਹੋ ਰਹੀਆਂ। ਬਟ ਡੈਫੀਨੇਟਲੀ ਸਾਨੂੰ ਇਸ ਚੀਜ਼ ਲਈ ਬਹੁਤ ਟੈਕਲ ਕਰਨਾ ਪੈਂਦਾ। ਮੈਨੂੰ ਲੱਗਦਾ ਸਾਨੂੰ ਜ਼ਿਆਦਾ ਮੈਡੀਟੇਸ਼ਨ ਦੀ ਲੋੜ ਹੁੰਦੀ ਹੈ, ਸਾਨੂੰ ਜ਼ਿਆਦਾ ਆਪਣੇ ਆਪ ਨੂੰ ਪੁਸ਼ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਇਹ ਚੀਜ਼ਾਂ ਮੈਂ ਵੀ ਬਹੁਤ ਫੀਲ ਕਰਦੀ ਹਾਂ। ਐਂਡ ਜ਼ਿਆਦਾ ਕੰਸਿਸਟੈਂਸੀ ਦੀ ਜ਼ਰੂਰਤ ਹੈ, ਕਿਉਂਕਿ ਹਰ ਵਕਤ ਆਪਾਂ ਪੋਜ਼ੀਟਿਵ ਨਹੀਂ ਰਹਿ ਸਕਦੇ ਜੀ। ਸੋ ਬਸ ਉਸ ਚੀਜ਼ ਨੂੰ ਮੈਨੂੰ ਲੱਗਦਾ ਕਿ ਜਿਹੜੀ ਵੀ ਫੀਲਿੰਗ ਤੁਸੀਂ ਫੀਲ ਕਰ ਰਹੇ ਹੋ ਉਹਨੂੰ ਐਕਸੈਪਟ ਕਰੋ, ਕਿਉਂਕਿ ਫੀਲਿੰਗਸ ਅਗਰ ਐਕਸੈਪਟੈਂਸ ਹੁੰਦੀ ਜਾਏਗੀ ਦੈਨ ਉਹ ਸਾਡੇ ਲਈ ਕੋਈ ਪ੍ਰੋਬਲਮ ਨਹੀਂ ਬਣਦੀ। ਬਟ ਜਿਵੇਂ ਆਪਾਂ ਰੈਜ਼ਿਸਟ ਕਰਨਾ ਸ਼ੁਰੂ ਹੋ ਜਾਂਦੇ ਹਾਂ ਡੇ ਬਾਈ ਡੇ ਉਹ ਬਹੁਤ ਵੱਡਾ ਕੁਝ ਬਣਨਾ ਸ਼ੁਰੂ ਹੋ ਜਾਂਦਾ ਹੈ। ਵੈਰੀ ਰਾਈਟ। ਐਂਡ ਮੈਨੂੰ ਇਹ ਵੀ ਲੱਗਦਾ, ਇਹ ਵੈਸੇ ਮੈਂ ਸਾਰੀਆਂ ਭੈਣਾਂ ਨੂੰ ਕਹਿਣਾ ਚਾਹਾਂਗੀ ਕਿ ਸ਼ੇਅਰ ਜ਼ਰੂਰ ਕਰੋ। ਸ਼ੇਅਰ ਨਹੀਂ ਕਰਦੀਆਂ, ਔਰ ਜੇ ਸ਼ੇਅਰ ਕਰਨ 'ਤੇ
ਸਾਡਾ ਆਸ-ਪਾਸ ਦੀ ਸੁਸਾਇਟੀ, ਸਾਡੇ ਘਰ ਦੀ ਅਪਬ੍ਰਿੰਗਿੰਗ ਇਹ ਹੁੰਦੀ ਹੈ ਕਿ ਕੋਈ ਗੱਲ ਨਹੀਂ, ਅਸੀਂ ਵੀ ਫੇਸ ਕੀਤਾ ਹੈ, ਤੁਸੀਂ ਵੀ ਫੇਸ ਕਰ ਲਓ, ਠੀਕ ਹੈ ਕਰ ਲਓ, ਬਟ ਉਹਨੂੰ ਡਿਪਰੈਸ਼ਨ ਨਾ ਬਣਾਓ। ਸੋ ਜਸਟ ਸ਼ੇਅਰ ਇਟ ਐਂਡ ਤੁਹਾਡੇ ਪੁਆਇੰਟਸ ਤੁਸੀਂ ਜ਼ਰੂਰ ਜਿੰਨਾ ਅੱਗੇ ਰੱਖ ਸਕਦੇ ਹੋ ਜ਼ਰੂਰ ਰੱਖਿਆ ਕਰੋ। ਇੱਕ ਆਰਟਿਸਟ ਹੋਣ ਦੇ ਨਾਤੇ, ਫੀਮੇਲ ਆਰਟਿਸਟ ਹੋਣ ਦੇ ਨਾਤੇ ਇੰਡਸਟਰੀ ਦੇ ਵਿੱਚ ਕਿਹੜੇ ਚੇਂਜਸ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਵਿਮਨ ਦੇ ਫੇਵਰ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੈ ਉਹਨਾਂ ਦੀ ਪ੍ਰੋਫੈਸ਼ਨਲ ਗਰੋਥ ਦੇ ਲਈ? ਮੈਨੂੰ ਲੱਗਦਾ ਇੱਕ ਤਾਂ ਪੇ ਸਕੇਲਸ, ਉਹਦਾ ਬੈਲੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਬਿਲਕੁਲ, ਫਾਈਨੈਂਸ਼ੀਅਲੀ ਸਟਰੈਂਥ ਬਹੁਤ ਇੰਪੋਰਟੈਂਟ ਹੈ ਐਂਡ ਮੈਨੂੰ ਲੱਗਦਾ ਹੈ ਵਿਮਨ ਇਕੁਅਲੀ ਹੀ ਕੰਮ ਕਰਦੀ ਹੈ। ਸੋ ਡੈਫੀਨਿਟਲੀ ਇੱਕ ਤਾਂ ਮੈਨੂੰ ਇਹ ਚੀਜ਼ ਲੱਗਦੀ ਹੈ। ਐਂਡ ਅਨਦਰ ਥਿੰਗ ਕਿ ਜਦ ਵੀ ਕੋਈ ਪ੍ਰੋਜੈਕਟ ਬਣੇ ਤਾਂ ਉਹਦੇ ਵਿੱਚ ਇਹ ਵੀ ਜ਼ਰੂਰ ਦੇਖਿਆ ਜਾਏ ਕਿ ਫੀਮੇਲ ਲਈ ਵੀ ਇਕੁਅਲੀ ਉਨਾ ਹੀ ਕ੍ਰੀਏਟਿਵ ਪਾਰਟ ਹੋਣਾ ਬਹੁਤ ਜ਼ਰੂਰੀ ਹੈ। ਰਾਈਟ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਹੋਰ ਵੀ ਹਲੇ ਪੰਜਾਬੀ ਇੰਡਸਟਰੀ ਜ਼ਰੂਰਤ ਹੈ। ਰਾਈਟ। ਸੋ ਹੁਣ ਅੱਗੇ ਕੀ ਪਲੈਨਿੰਗਸ ਨੇ? ਅੱਗੇ ਡੈਫੀਨਿਟਲੀ ਮੇਰੀ ਮੇਜਰਲੀ ਤਾਂ ਸੌਂਗਸ 'ਤੇ ਬਹੁਤ ਜ਼ਿਆਦਾ ਸਾਡਾ ਹੈ ਕਿ ਆਪਾਂ ਸੌਂਗਸ ਜ਼ਿਆਦਾ ਕਰੀਏ ਐਂਡ ਕੁਝ ਪ੍ਰੋਜੈਕਟਸ ਵੀ ਨੇ, ਉਹ ਬੜੀ ਜਲਦੀ ਆਪਾਂ ਅੱਗੇ ਦੱਸਾਂਗੇ ਔਰ ਅਪਡੇਟ ਕਰਾਂਗੇ। ਓਕੇ। ਅੱਛਾ ਨਾਇਕਾ, ਕਿਹੜਾ ਸਵਾਲ ਹੈ ਜਿਹੜਾ ਤੁਹਾਨੂੰ ਬਹੁਤ ਇਰੀਟੇਟ ਕਰਦਾ, ਜੋ ਯੂਜੂਅਲੀ ਆਮ ਤੌਰ ਤੇ ਲੋਕੀ ਤੁਹਾਨੂੰ ਪੁੱਛਦੇ ਨੇ? ਯਾਰ ਮੈਨੂੰ ਇੱਕ ਜਿਵੇਂ ਹੁੰਦਾ ਨਾ, ਕਈ ਵਾਰ ਬੈਠੇ ਹੋਏ ਤੇ ਕੋਈ ਪ੍ਰੋਜੈਕਟ ਆਇਆ ਹੁਣ ਤੇ ਇੱਦਾਂ ਮੈਨੂੰ ਉਹ ਚੀਜ਼ ਨਹੀਂ ਉਹ ਲੱਗਦੀ ਅੱਛੀ ਕਿ ਜਿਵੇਂ ਹੁਣ ਅੱਜ ਹੀ ਕੋਈ ਕੰਮ ਆਇਆ ਤੇ ਲੋਕ ਪੁੱਛਦੇ ਚਲੋ ਠੀਕ ਹੈ ਇਹ ਤਾਂ ਹੋ ਗਿਆ, ਹੁਣ ਅਗਲਾ ਕਦੋਂ ਆਏਗਾ। ਸੋ ਉਹ ਚੀਜ਼ ਮੈਨੂੰ ਹੁੰਦਾ ਕਿ ਕਈ ਚੀਜ਼ਾਂ ਦਾ ਸਾਨੂੰ ਵੀ ਅਜੇ ਕੁਝ ਐਸਾ ਨਹੀਂ ਪਤਾ ਹੁੰਦਾ ਤੇ ਜਦ ਕੋਈ ਅੱਗੋਂ ਕੁਐਸਚਨ ਪੁੱਛਦਾ ਨਾ, ਇੱਕ ਦਿਮਾਗ ਤੇ ਪ੍ਰੈਸ਼ਰ ਆ ਜਾਂਦਾ, ਅੱਛਾ ਹੁਣ ਅੱਗੇ ਵੀ ਕਰਨਾ ਹੈ। ਸੋ ਉਹ ਚੀਜ਼ ਮੈਨੂੰ ਥੋੜੀ ਜਿਹੀ ਲੱਗਦੀ ਹੈ, ਬਟ ਸਾਹਮਣੇ ਵਾਲਾ ਐਕਚੁਅਲੀ ਸ਼ਾਇਦ ਨਾ ਐਕਸਾਈਟਿਡ ਹੋ ਕੇ ਪੁੱਛ ਰਿਹਾ ਹੁੰਦਾ, ਕਿਉਰਿਓਸਿਟੀ ਰੱਖਦਾ। ਤਾਂ ਬਟ ਨਹੀਂ, ਆਈ ਅਗਰੀ ਵਿਦ ਦ ਸੇਮ, ਆਰਟਿਸਟ ਨੂੰ ਐਕਚੁਅਲੀ ਨਹੀਂ ਪਤਾ ਹੁੰਦਾ। ਅਸੀਂ ਗਾਣੇ ਕਰ ਲੈਂਦੇ ਹਾਂ ਬਟ ਉਹਦਾ ਅੱਗੇ ਪਲੇਟਫਾਰਮ ਤੱਕ ਪਹੁੰਚਣ ਦਾ ਇੱਕ ਪ੍ਰੋਸੈਸ ਹੁੰਦਾ ਹੈ। ਸੋ ਆਰਟਿਸਟ ਨੂੰ ਵੀ ਹੌਲੀ ਹੌਲੀ ਪਤਾ ਲੱਗਦਾ ਹੈ ਤੇ ਅੱਛੀ ਗੱਲ ਹੈ। ਸੋ ਹੁਣ ਲਾਸਟ ਐਂਡ ਲੀਸਟ ਜੋ ਮੈਂ ਪੁੱਛਣਾ ਚਾਹਾਂਗੀ, ਲਾਈਫ ਦਾ ਮੰਤਰਾ ਚੇਂਜ ਹੋਇਆ? ਲਾਈਫ ਚੇਂਜ ਹੋਣ ਦੇ ਨਾਲ ਜਾਂ ਐਜ਼ ਇਟ ਇਜ਼ ਇੱਕ ਹੀ ਮੰਤਰਾ ਫੋਲੋ ਕਰਦੇ ਜਾ ਰਹੇ ਹੋ ਐਂਡ ਤੁਹਾਨੂੰ ਲੱਗਦਾ ਕਿ ਹਾਂ ਇਹੀ ਮਤਲਬ ਸਫੀਸ਼ੀਐਂਟ ਹੈ, ਇਹੀ ਮੈਨੂੰ ਮੇਰੇ ਸੁਪਨਿਆਂ ਦੀ ਉਡਾਰੀ ਹੈ ਜਿਹੜੀ ਹੈ ਵੱਡੀ ਉਡਾਰੀ ਵਜਵਾ ਦੇਗਾ ਜਾਂ ਮਿਲਵਾ ਦੇਗਾ? ਲਾਈਫ ਦਾ ਮੰਤਰਾ ਹਾਂਜੀ ਡੈਫੀਨਿਟਲੀ ਚੇਂਜ ਹੋਇਆ। ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਜੇ ਹਰ ਦਿਨ ਅੱਛਾ ਹੋਏਗਾ, ਸਭ ਕੁਝ ਅੱਛਾ ਹੋਏਗਾ, ਖੁਸ਼ ਰਹੋਗੇ ਜਾਂ ਤਾਂ ਹੀ ਉਹ ਦਿਨ ਵਧੀਆ ਹੈ, ਬਟ ਇੱਦਾਂ ਬਿਲਕੁਲ ਨਹੀਂ ਹੁੰਦਾ। ਕਦੀ ਮੈਨੂੰ ਲੱਗਦਾ ਕਿ ਕਦੀ ਕਈ ਵਾਰ ਤਾਂ ਮੰਥ ਵੀ ਅਗਰ ਡਾਊਨਸ ਹੀ ਆ ਰਹੇ ਤਾਂ these are also the part of life। ਉਸ ਤੋਂ ਭੱਜੋ ਨਾ, ਉਹਨੂੰ ਫੀਲ ਕਰੋ ਔਰ ਉਸ ਦਿਨ 'ਚ ਤੁਸੀਂ ਕੀ ਅੱਛਾ ਕਰ ਸਕਦੇ ਹੋ ਉਸ 'ਤੇ ਫੋਕਸ ਕਰੋ। ਨਹੀਂ, ਬਹੁਤ ਅੱਛੀ ਗੱਲ ਤੁਸੀਂ ਕਹੀ ਹੈ, ਮੈਂ ਵੀ ਐਗਰੀ ਕਰਦੀ ਹਾਂ। ਮਿੱਠੇ ਦਾ ਵੀ ਮਜ਼ਾ ਉਦੋਂ ਹੈ ਜਦੋਂ ਅਸੀਂ ਸੌਲਟ ਦਾ ਟੇਸਟ ਜਾਣਦੇ ਹੋਈਏ, ਇੱਕੋ ਚੀਜ਼ ਦਾ ਤਾਂ ਸਵਾਦ ਵੀ ਮੁੱਕ ਜਾਂਦਾ ਹੈ। ਸੋ ਬਹੁਤ ਅੱਛੀ ਗੱਲ ਹੈ। ਐਂਡ ਤੁਸੀਂ ਕਿਹਾ ਕਿ ਗਾਣੇ ਹੁਣ ਬੈਕ ਟੂ ਬੈਕ ਆਉਣਗੇ। ਸਿੰਗਲ ਟਰੈਕਸ ਕਰ ਰਹੇ ਹੋ? ਹਾਂਜੀ ਸਿੰਗਲ ਟਰੈਕਸ। ਚਲੋ ਆਲ ਦਾ ਵੈਰੀ ਬੈਸਟ ਉਹਦੇ ਲਈ। ਐਂਡ ਫਿਲਮਾਂ ਬਾਰੇ ਸਰਪ੍ਰਾਈਜ਼ਸ ਇਹਨਾਂ ਦੇ ਕੋਲ ਹੈ, ਉਹ ਹੁਣ ਇਹ ਆਪਣੀ ਪਰਮਿਸ਼ਨ ਦੇ ਨਾਲ ਤੇ ਆਪਣੀ ਮਰਜ਼ੀ ਦੇ ਨਾਲ ਤੁਹਾਡੇ ਨਾਲ ਬਹੁਤ ਜਲਦੀ ਸ਼ੇਅਰ ਕਰਨਗੇ। ਸੋ ਮੈਂ ਤਾਂ ਇਹੀ ਕਹਾਂਗੀ ਕਿ ਜਿੱਦਾਂ ਤੁਹਾਡੇ ਸੁਪਨੇ ਨੇ ਉੱਦਾਂ ਹੀ ਕਲਾਕਾਰਾਂ ਦੇ ਵੀ ਹੁੰਦੇ ਆ, ਪਰ ਉਹਨਾਂ ਦਾ ਹਾਰਡ ਵਰਕ, ਉਹਨਾਂ ਦਾ ਜੋ ਮੈਂਟਲ ਔਰ ਫਿਜ਼ੀਕਲ ਜਰਨੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਡਬਲ ਐਫਰਟਸ ਦੇ ਨਾਲ ਹੁੰਦੀ ਹੈ। ਸੋ ਅੱਛੀ ਕਲਾ ਨੂੰ ਤੇ ਅੱਛੇ ਕਲਾਕਾਰਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ। ਇਹ ਵਿੱਚ ਕੋਈ ਕਹਿ ਰਿਹਾ ਹੋਊਗਾ ਬਈ ਗੱਲ ਤੇ ਮੈਸੇजेस ਬਾਅਦ ਤੋਂ ਦਿਓ, ਪਹਿਲੇ ਭੈਣ ਲਾਗੇ ਬੈਠੀ ਹੈ, ਕੁਛ ਗਵਾ ਵੀ ਲਓ, ਹੈ ਨਾ। ਸੋ ਮੌਕਾ ਨਹੀਂ ਮਿਲਦਾ। ਸੋ ਤੁਹਾਡਾ ਕੋਈ ਵੀ ਫੇਵਰੇਟ ਵਨ ਅਸੀਂ ਮਿਊਜ਼ੀਕਲ ਐਂਡਿੰਗ ਦੇ ਨਾਲ ਕਰਾਂਗੇ। ਝਾਂਜਰਾਂ ਦਾ ਸ਼ੋਰ ਸੁਣ ਕੇ, ਝਾਂਜਰਾਂ ਦਾ ਸ਼ੋਰ ਸੁਣ ਕੇ ਵੇਖੀ ਗਿੱਧੇ ਵਿੱਚ ਮਚੂਗੀ ਦੁਹਾਈ। ਚੂੜੇ ਵਾਲੀ ਬਾਂਹ ਕੱਢ ਕੇ, ਚੂੜੇ ਵਾਲੀ ਬਾਂਹ ਕੱਢ ਕੇ ਬੋਲੀ ਨਾ ਦੀ ਤੇਰੇ ਮੈਂ ਜਦੋਂ ਪਾਈ। ਧਰਤੀ ਤੇ ਚੰਨ ਚੜ ਜੇ, ਧਰਤੀ ਤੇ ਚੰਨ ਚੜ ਜੇ, ਕੁੰਡ ਮੁਖੜੇ ਤੋਂ ਜਦੋਂ ਸਰਕਾਵਾਂ, ਕੁੰਡ ਮੁਖੜੇ ਤੋਂ ਜਦੋਂ ਸਰਕਾਵਾਂ, ਚੰਨਾ ਵੇ ਮੇਰਾ ਦਿਲ ਕਰਦਾ, ਚੰਨਾ ਵੇ ਮੇਰਾ ਦਿਲ ਕਰਦਾ, ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ। ਚੰਨਾ ਵੇ ਮੇਰਾ ਦਿਲ ਕਰਦਾ, ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ। ਚੰਨਾ ਵੇ ਮੇਰਾ ਦਿਲ ਕਰਦਾ, ਵੇ ਕੁੜਤੀ ਸਵਾਦ ਕੁੱਟਵੀਂ। ਕੀ ਬਾਤ ਹੈ, ਥੈਂਕ ਯੂ, ਵੈਰੀ ਗੁੱਡ। ਮੇਰੀ ਗੱਲਾਂ ਮੋੜ ਵਾਪਸ ਆਉਂਦੀਆਂ ਨੇ। ਵੈਸੇ ਤੁਹਾਡੇ ਮੇਲਿਆਂ ਦਾ ਕੁਝ ਇੱਦਾਂ ਦਾ ਮੂਮੈਂਟ ਹੈ ਜੋ ਕਦੀ ਫੇਡ ਨਹੀਂ ਹੋਏਗਾ? ਦੇਖਿਆ ਕਪੂਰਥਲੇ ਬਹੁਤ ਲੱਗਦੇ
ਬਚਪਨ ਚ ਤਾਂ ਐਕਚੁਅਲੀ ਮੈਨੂੰ ਲੱਗਦਾ ਦੀਵਾਲੀ ਮੇਲਾਸ ਫੇਮਸ ਹੀ ਬੜੇ ਹੁੰਦੇ ਸੀ ਹਾਂ ਤੇ ਝੂਲਿਆਂ ਤੋਂ ਡਰ ਨਹੀਂ ਲੱਗਦਾ ਤੁਹਾਨੂੰ? ਮੈਨੂੰ ਬਹੁਤ ਉਸ ਵਕਤ ਤੋਂ ਬਾਅਦ ਮੈਨੂੰ ਲੱਗਦਾ ਆਪਾਂ ਨਾ ਇੱਕ ਬਹੁਤ ਛੋਟੇ ਛੋਟੇ ਸੀ ਐਂਡ ਮੰਮੀ ਪਾਪਾ ਨੇ ਸਾਨੂੰ ਆਪਾਂ ਸਾਰੇ ਨਾ ਮਤਲਬ ਜਿਵੇਂ ਹੁੰਦਾ ਨਾ ਕਿ ਜ਼ਿੱਦ ਕਰਨੀ ਪਾਪਾ ਉਹ ਪੈਂਡੂਲਮ ਵਾਲਾ ਝੂਲਾ ਲੈਣਾ ਬੈਠ ਗਏ ਸਾਰੇ ਐਂਡ ਪਤਾ ਨਹੀਂ ਬਾਈ ਚਾਂਸ ਬਿਲਕੁਲ ਉੱਪਰ ਜਗ੍ਹਾ ਮਿਲ ਗਈ ਜਿੱਥੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਮੇਰੇ ਤਾਂ ਸੁਣ ਕੇ ਢਿੱਡ ਤੇ ਕੁਝ ਹੋ ਗਿਆ ਨਾਲ ਹੀ ਨੀਚੇ ਐਂਡ ਸਾਰੇ ਥੱਲੇ ਜਦ ਮਤਲਬ ਝੂਲਾ ਵਗੈरह सब खत्म हो गया था जब सारे थल्ले आए तो मैं मेरे ब्रदर सिस्टर सारे वॉमिट मम्मी करके सो मैंने वो चीज़ कभी नहीं भूल सकती एंड उस तो बाद तो मैं झूले ਹੁਣ ਬਿਲਕੁਲ ਮੈਨੂੰ ਹੁਣ ਬਿਲ ਬਹੁਤ ਡਰ ਲੱਗਦਾ ਮੈਂ ਨਹੀਂ ਲੈ ਸਕਦੀ ਹੈ ਮੈਂ ਸਿਰਫ ਉਹ ਜਿਹੜੇ ਬੜੇ ਸਲੋ ਬੱਚਿਆਂ ਵਾਲੇ ਝੂਲੇ ਹੁੰਦੇ ਨੇ ਮੈਂ ਚੱਲਦੇ ਆ ਜੇ ਉਹ ਅਗਲੇ ਭਾਵੇਂ ਬੈਨ ਵੀ ਨਹੀਂ ਪਰ ਲੈਣੇ ਹੋਈ ਹੈ ਨਹੀਂ ਯਾਰ ਮੈਨੂੰ ਬਹੁਤ ਪਸੰਦ ਨੇ ਝੂਲੇ ਮੇਰੇ ਵੀ ਕੁਝ ਬਹੁਤ ਫਰੈਂਡ ਸਰਕਲ ਦੇ ਬੰਦੇ ਨੇ ਉਹ ਇੰਨਾ ਜ਼ਿਆਦਾ ਡਰਦੇ ਨੇ ਕਿ ਮਤਲਬ ਲਿਟਰਲੀ ਉਹ ਗਾਲਾਂ ਕੱਢਣ ਲੱਗ ਜਾਣਗੇ ਜਿਹਨਾਂ ਨਾਲ ਪਲਾਨ ਵੀ ਕਰੇ ਕਿਉਂਕਿ ਇੱਥੇ ਵੀ ਦੀਵਾਲੀ ਮੇਲੇ ਲੱਗਦੇ ਨੇ ਫੀਟ ਵਗੈਰਾ ਸੋ ਯਾਰ ਕੁੜੀ ਹੁੰਦੇ ਨਾ ਤਾਂ ਤੁਹਾਨੂੰ ਤੁਸੀਂ ਕੁੜਤੀ ਦੀ ਗੱਲ ਕੀਤੀ ਹੈ ਨਾ ਝਾਂਜਰਾਂ ਦੀ ਗੱਲ ਕੀਤੀ ਵੈਸੇ ਤੁਹਾਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਕਲੈਕਸ਼ਨ ਦਾ ਸ਼ੌਂਕ ਹੈਗਾ ਬਹੁਤ ਮੈਂ ਬਹੁਤ ਵੱਡੀ ਫੈਸ਼ਨ ਫਰੀਕ ਆ ਮੈਨੂੰ ਲੱਗਦਾ ਅੱਛਾ ਮੈਨੂੰ ਬੈਗਸ ਦਾ ਕੱਪੜੇ ਜਿਵੇਂ ਹੁੰਦੇ ਨੇ ਕੁਝ ਅੱਛੇ ਡਿਜ਼ਾਈਨ ਕਰਨ ਦਾ ਔਰ ਜੁਐਲਰੀ ਦਾ ਬੇਸਿਕਲੀ ਮੈਨੂੰ ਬਹੁਤ ਸ਼ੌਂਕ ਹੈ ਔਰ ਮੈਨੂੰ ਇਹੀ ਇੱਕ ਸ਼ੌਂਕ ਹੈ ਮੈਨੂੰ ਬਹੁਤ ਜ਼ਿਆਦਾ ਕਿ ਮੈਂ ਆਪਣਾ ਇੱਕ ਵਾਕ ਇਨ ਵਾਰਡਰੋਬ ਤਿਆਰ ਕਰਨਾ ਚਾਹੁੰਦੀ ਹਾਂ ਓਹ ਰਾਈਟ ਜਿਹਦੇ ਵਿੱਚ ਹਰ ਬ੍ਰਾਂਡ ਦੇ ਕੱਪੜੇ ਹੋਣ ਆਈ ਜਸਟ ਲਵ ਡਿਜ਼ਾਈਨਰਸ ਵਾਹਿਗੁਰੂ ਕਰੇ ਜਲਦੀ ਸ਼ੁਰੂ ਹੋ ਚੁੱਕਿਆ ਹੈ ਵੈਸੇ ਹੋ ਚੁੱਕਿਆ ਹੈ ਬਟ ਠੀਕ ਹੈ ਹੋਰ ਜ਼ਿਆਦਾ ਹੋਵੇ ਸੋ ਤੁਹਾਡੀ ਹੈਲਪ ਹੋ ਗਈ ਰਾਈਟ ਤੁਸੀਂ ਜਿੰਨੇ ਵੀ ਇਹਨਾਂ ਨੂੰ ਪਿਆਰ ਕਰਦੇ ਹੋ ਐਂਡ ਸੋਚਦੇ ਹੋ ਵੀ ਕਦੀ ਮਿਲਾਂਗੇ ਤੇ ਕੀ ਦੇਵਾਂਗੇ ਜਾਂ ਕੀ ਗਿਫਟ ਕਰਾਂਗੇ ਸੋ ਇਹਨਾਂ ਨੇ ਦੱਸਤਾ ਸੋ ਆਪਣੀ ਪਾਕਟ ਮਨੀ ਜ਼ਿਆਦਾ ਕਲੈਕਟ ਕਰੋ ਸੋ ਦੈਟ ਅੱਛੇ ਬ੍ਰਾਂਡਡ ਬੈਗ ਕੱਪੜੇ ਐਂਡ ਜੁਐਲਰੀ ਰਾਈਟ ਤੁਸੀਂ ਦੇ ਸਕੋ ਬਾਕੀ ਆਪਣਾ ਪਿਆਰ ਔਰ ਦੁਆਵਾਂ ਤਾਂ ਹਮੇਸ਼ਾ ਹੀ ਦਿੰਦੇ ਰਹੋ ਕਿਉਂਕਿ ਮੈਨੂੰ ਲੱਗਦਾ ਦੁਆਵਾਂ ਜਿੱਥੇ ਹੁੰਦੀਆਂ ਨੇ ਉੱਥੇ ਇਨਸਾਨ ਹਮੇਸ਼ਾ ਅੱਗੇ ਹੀ ਵੱਧਦਾ ਹੈ ਬਾਕੀ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੋਜ਼ਿਟਿਵ ਰਹੋ ਅੱਗੇ ਵੱਧਦੇ ਰਹੋ ਐਂਡ ਵੀ ਬਿਲਕੁਲ ਪੈਸ਼ਨ ਜ਼ਰੂਰੀ ਹੁੰਦਾ ਹੈ ਲੇਕਿਨ ਉਸ ਦੇ ਨਾਲ ਪੋਜ਼ਿਟਿਵਿਟੀ ਔਰ ਸਿਹਤ ਬਹੁਤ ਜ਼ਰੂਰੀ ਹੁੰਦੀ ਹੈ ਸੋ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਸਟੇ ਪੋਜ਼ਿਟਿਵ ਸਟੇ happy and live your life as you want but don't hurt anyone so ਬਾਕੀ ਸਿਨੇਮਾ ਨੂੰ ਪਿਆਰ ਕਰੋ ਅੱਛੀ ਕਲਾ ਨੂੰ ਪਿਆਰ ਕਰੋ ਅੱਛੇ ਕਲਾਕਾਰਾਂ ਨੂੰ ਪਿਆਰ ਕਰੋ ਫਿਲਹਾਲ ਦੇ ਲਈ ਇੰਨਾ ਹੀ ਦੇਖਦੇ ਰਹੋ ਸਿਨੇ ਪੰਜਾਬੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ